जी भाई सत श्री सत श्री अकाल दोस्तों, ਤੁਹਾਨੂੰ ਸਾਰਿਆਂ ਨੂੰ ਜੀ ਆਇਆਂ। ਅਸੀਂ ਆਪਣੇ ਕ੍ਰੀਏਟਿਵ ਐਕਸਪੀਰੀਅੰਸ ਲੜੀ ਦੇ ਤਹਿਤ ਅਸੀਂ ਅੱਜ ਆਪਣੇ ਅਗਲੇ ਸਫ਼ਰ ਤੇ ਹਾਂ ਔਰ ਇਸ ਸਫ਼ਰ ਦੇ ਵਿੱਚ ਅਸੀਂ ਆਪਣੇ ਰੰਗਮੰਚ ਦੀ ਜਿਗਿਆਸਾ ਬਾਰੇ, ਆਪਣੇ ਰੰਗਮੰਚ ਬਾਰੇ, ਆਪਣੇ ਰੰਗਮੰਚ ਇਤਿਹਾਸ, ਸਫ਼ਰ, ਸੁਪਨਿਆਂ ਬਾਰੇ, ਸੰਘਰਸ਼ ਬਾਰੇ ਗੱਲਾਂ ਕਰਦੇ ਹਾਂ। ਹੁਣੇ ਥੋੜੀ ਦੇਰ ਪਹਿਲਾਂ ਸਾਡੇ ਨਾਲ ਅੰਮ੍ਰਿਤਸਰ ਤੋਂ ਸਾਡੇ ਕਲਾਕਾਰ ਅਮਰਪਾਲ, ਜੋ ਕਿ ਖੁਦ ਐਕਟਰ ਵੀ ਹੈ ਔਰ ਫਿਲਮਾਂ ਦਾ ਡਾਇਰੈਕਟਰ ਵੀ ਹੈ, ਉਹ ਸਾਡੇ ਨਾਲ ਗੱਲਾਂ ਕਰ ਰਹੇ ਸੀ। ਸਰਬਜੀਤ ਸਿੰਘ ਉਹ ਗੱਲਾਂ ਕਰ ਰਹੇ ਸੀਗੇ। ਸੋ ਉਹਨਾਂ ਦੀਆਂ ਹੁਣੇ ਅਸੀਂ ਗੱਲਾਂ ਸੁਣੀਆਂ, ਬੜੀਆਂ ਇੰਟਰਸਟਿੰਗ। ਔਰ ਸਾਨੂੰ ਖੁਸ਼ੀ ਹੈ ਕਿ ਅੱਜ ਸਾਡੇ ਇਸ ਅਗਲੇ ਪੜਾਅ ਦੇ ਉੱਤੇ ਸਾਡੇ ਨਾਲ ਡਾਕਟਰ ਜਸਪਾਲ ਕੌਰ ਦਿਓਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਥੀਏਟਰ ਅਤੇ ਟੀਵੀ ਵਿਭਾਗ ਦੇ ਹੈਡ ਇਸ ਵੇਲੇ ਸਾਡੇ ਨਾਲ ਨੇ। ਔਰ ਡਾਕਟਰ ਜਸਪਾਲ ਕੌਰ ਦਿਓਲ, ਜੀ ਆਇਆਂ ਤੁਹਾਨੂੰ। ਔਰ ਤੁਸੀਂ ਅਸੀਂ ਚਾਹਾਂਗੇ ਕਿ ਤੁਹਾਡੇ ਨਾਲ ਜਿੰਨੇ ਤੁਹਾਡੇ ਰੰਗਮੰਚ ਦੀ ਤੁਹਾਡੀ ਜਿਹੜੀ ਜਰਨੀ ਹੈ, ਤੁਹਾਡੀ ਜਿਹੜੀ ਕ੍ਰੀਏਟਿਵ ਜਰਨੀ ਹੈ, ਤੁਹਾਡੇ ਜਿਹੜੇ ਕ੍ਰੀਏਟਿਵ ਐਕਸਪੀਰੀਅੰਸ ਹੈ, ਉਹ ਅਸੀਂ ਜ਼ਰੂਰ ਆਪਣੇ ਦੋਸਤਾਂ ਨਾਲ ਸਾਂਝੇ ਕਰੀਏ, ਤਾਂ ਜੋ ਤੁਹਾਡੀ ਇਹ ਜਰਨੀ ਜਿਹੜੀ ਹੈ ਦੂਜੇ ਸੁਣਨ ਵਾਲਿਆਂ ਲਈ ਵੀ ਜਿਹੜਾ ਕਿ ਕੁਝ ਉਹਨਾਂ ਨੂੰ ਵੀ ਸਿੱਖਣ ਨੂੰ ਮਿਲੇ ਕਿ ਇਹ ਜਿਹੜੀ ਜਰਨੀ ਹੈ, ਇਹ ਜਿਹੜੇ ਸੁਪਨੇ ਹੈ, ਸਾਡੀ ਜਿਹੜੀ ਜਿਗਿਆਸਾ ਆ, ਉਹ ਅਸੀਂ ਕਿੱਦਾਂ ਅਸੀਂ ਸੁਪਨੇ ਔਰ ਉਹਦੇ ਲਈ ਕਿੰਨੀ ਮਿਹਨਤ ਲੱਗਦੀ ਹੈ ਸਾਰੀ। ਸੋ ਪਹਿਲਾਂ ਤਾਂ ਮੈਂ ਸ਼ੁਰੂ ਤੋਂ ਇਹ ਜ਼ਰੂਰ ਜਾਣਨਾ ਚਾਹੁੰਦਾ ਜਸਪਾਲ, ਕਿ ਤੁਸੀਂ ਜਦੋਂ ਇਸ ਫੀਲਡ ਵੱਲ ਆਏ, ਇਹ ਫੀਲਡ ਵੱਲ ਤੋਂ ਬਾਅਦ ਵਿੱਚ ਆਏ, ਪਰ ਪਹਿਲਾਂ ਸ਼ੁਰੂ ਦੇ ਵਿੱਚ ਨਿੱਕੇ ਹੁੰਦਿਆਂ ਕਿਸ ਤਰ੍ਹਾਂ ਪਤਾ ਲੱਗਾ ਕਿ ਮੇਰੇ ਅੰਦਰ ਕੋਈ ਏਦਾਂ ਦਾ ਕਲਾਕਾਰ ਹੈ? ਕਿ ਇਹ ਸਕੂਲ ਟਾਈਮ ਦੇ ਵਿੱਚ ਹੀ ਪਤਾ ਲੱਗ ਗਿਆ ਸੀ ਜਾਂ ਬਾਅਦ ਵਿੱਚ ਆ ਕੇ ਤੁਸੀਂ ਇੱਧਰ ਜੁੜੇ? ਭਾਈ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਜਿਹੜੇ ਵੀ ਲੋਕ ਮੈਨੂੰ ਦੇਖ ਰਹੇ ਜਾਂ ਸੁਣ ਰਹੇ ਨੇ। ਜੇਕਰ ਡਾਕਟਰ ਪੁਰੀ ਹੁਸ਼ਿਆਰਪੁਰ ਤੋਂ ਜੁੜੇ ਹੋਏ ਨੇ, ਡਾਕਟਰ ਸਾਹਿਬ ਨਾਮ ਡਾਕਟਰ ਪੁਰੀ ਜੀ ਜੁੜੇ ਹੋਏ ਨੇ? ਹਾਂ, ਜੁੜੇ ਹੋਏ ਨੇ, ਬਿਲਕੁਲ ਸਾਡੇ ਨਾਲ ਨੇ। ਡਾਕਟਰ ਪ੍ਰਣਾਮ, ਤੁਹਾਡੀ ਸ਼ਾਗਿਰਦ ਕਿੱਥੇ ਪਹੁੰਚ ਗਈ, ਅੱਜ ਮੈਂ ਇਸੇ ਕਰਕੇ ਤੁਹਾਨੂੰ ਜੋੜਿਆ। ਭਾਜੀ ਕੇਵਲ ਭਾਜੀ, ਮੈਂ ਸਿਰਫ ਇਹ ਦੱਸਣਾ ਚਾਹੂੰਗੀ ਕਿ ਮੈਂ ਬਚਪਨ ਚ, ਮੈਂ ਜਿਸ ਘਰ ਚ ਮੇਰਾ ਜਨਮ ਹੋਇਆ, ਉੱਥੇ ਲੜਕੀਆਂ, ਹੁਣ ਵੀ ਸਾਡੇ ਪਿੰਡ ਤੁਸੀਂ ਜਾਓਗੇ ਤਾਂ ਲੜਕੀ ਨੂੰ ਘਰ ਤੋਂ ਬਾਹਰ ਨਿਕਲਣਾ ਵੀ ਅਲਾਉਡ ਨਹੀਂ ਸੀ। ਜਸਪਾਲ, ਮੈਂ ਇੱਕ ਮਿੰਟ ਮੈਂ ਚਾਹਾਂਗਾ ਨਾਲ ਜ਼ਰਾ ਮੈਂਸ਼ਨ ਕਰ ਦੋ ਤੁਹਾਡਾ ਕਿਹੜਾ ਪਿੰਡ, ਕਿਹੜਾ ਸਿਟੀ ਏਰੀਆ ਸੀਗਾ, ਤਾਂ ਜੋ ਸਾਡੇ ਬਾਕੀ ਸੁਣਨ ਵਾਲਿਆਂ ਨੂੰ ਵੀ ਉਸ ਇਲਾਕੇ ਬਾਰੇ ਵੀ ਜਾਣਕਾਰੀ ਮਿਲ ਜਾਏ। ਜੀ, ਮੇਰਾ ਰੋਪੜ ਦੇ ਕੋਲ ਇਸ ਵੇਲੇ ਨਵਾਂ ਸ਼ਹਿਰ ਚ ਪੈਂਦਾ ਪਿੰਡ ਭਰਥੜਾ, ਕਿਸ਼ਨਪੁਰ ਭਰਥੜਾ, ਤੇ ਪਹਿਲਾਂ ਹੁਸ਼ਿਆਰਪੁਰ ਜ਼ਿਲ੍ਹੇ ਚ ਪੈਂਦਾ ਸੀ। ਤੇ ਉੱਥੇ ਮੇਰਾ ਜਨਮ ਹੋਇਆ। ਮੇਰੇ ਫਾਦਰ ਆਰਮੀ ਚ ਸੀਗੇ ਜੀ, ਮਤਲਬ ਮੇਰੇ 5 ਪੜ੍ਹੇ ਸੀ। ਤੇ ਸਾਡੇ ਘਰ ਚ ਕੁੜੀਆਂ ਦਾ ਜਿੱਦਾਂ ਨਾਰਮਲ ਭਾਰਤ ਚ ਹੈਗਾ ਹੀ ਹੈ, ਪਹਿਲਾ ਬੱਚਾ, ਪਹਿਲੀ ਲੜਕੀ। ਤੇ ਹਿੰਦੁਸਤਾਨ ਚ ਤੁਹਾਨੂੰ ਪਤਾ ਹੀ ਹੈ, ਵੈਲਕਮ ਨਹੀਂ ਹੈ ਔਰਤ ਦਾ, ਅੱਜ ਤਾਂ ਸਮਾਂ ਕਾਫੀ ਬਦਲ ਗਿਆ। ਤੇ ਮੇਰੇ ਨਾਨਾ ਜੀ ਮੈਨੂੰ 14 ਕੁ ਦਿਨ ਦੀ ਨੂੰ ਲੈ ਗਏ ਸੀ। ਸਥਿਤੀਆਂ ਕੀ ਰਹੀਆਂ ਹੋਣਗੀਆਂ, ਮਦਰ ਨੂੰ ਕਾਫੀ ਬਈ ਪਹਿਲਾ ਬੱਚਾ ਹੋਇਆ, ਪਹਿਲਾ ਬੱਚਾ। ਤੇ ਸਕੂਲ ਚ ਜਾ ਕੇ ਜਿਹੜੇ ਮੇਰੇ ਨਾਨਕੇ ਸੀਗੇ, ਉਹ ਮੈਂ ਤੁਹਾਨੂੰ ਇੱਕ ਸਿੰਪਲ ਜੀ ਐਗਜ਼ਾਮਪਲ ਦੇ ਦਿੰਦੀ। ਜਿਹੜੇ ਮੇਰੇ ਨਾਨਾ ਜੀ ਸੀਗੇ ਭਾਜੀ, ਉਹ ਗੁਰਸ਼ਰਨ ਭਾਜੀ ਦੀ ਸੋਚ ਦੇ ਮਾਲਕ ਸੀਗੇ। ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਮੈਂ ਬਚਪਨ ਚ ਕਿਸ ਵਿਅਕਤੀ ਕੋਲ ਰਹੀ ਹਾਂ। ਤੇ ਲੇਕਿਨ ਉਹਨਾਂ ਦਾ ਸਿਰਫ ਇੰਨਾ ਸੀ ਕਿ ਘਰ ਚ ਗੁਰੂ ਗ੍ਰੰਥ ਸਾਹਿਬ ਸੀ ਤੇ ਸਾਡੇ ਘਰ ਚ ਗੁਰੂ ਸਾਹਿਬ ਦੀ ਬਾਣੀ ਹੀ ਸੀ। ਤੇ ਉਸ ਵਿਅਕਤੀ ਦੀ ਗੋਦ ਚ ਹੀ ਮੇਰਾ ਸਾਰਾ, ਮੈਂ ਉੱਥੇ ਹੀ। ਤੇ 5ਵੀਂ 6ਵੀਂ ਚ ਆ ਕੇ ਮੈਨੂੰ ਪਤਾ ਲੱਗਿਆ ਸੀ ਕਿ ਮੇਰੇ ਪੇਰੈਂਟਸ ਕੋਈ ਹੋਰ ਨੇ, ਤੇ ਮੈਂ ਨਾਨਾ ਨਾਨੀ ਨੂੰ ਸਮਝਦੀ ਸੀ ਕਿ ਮੇਰੇ ਮਾਂ-ਬਾਪ ਨੇ। ਤੇ 5ਵੀਂ ਜਾਂ 6ਵੀਂ ਦੀ ਗੱਲ ਹੈ, ਜਦੋਂ ਮੇਰੇ ਮਦਰ ਮੇਰੇ ਕੋਲ ਆਏ ਤੇ ਉਹਨਾਂ ਨੇ ਕਿਹਾ ਕਿ ਤੂੰ ਪੜ੍ਹਨਾ ਹੈ ਤੇ ਪੜ੍ਹ ਕੇ ਤੂੰ ਪੈਸੇ, ਆਪਣੇ ਪੈਰਾਂ ਤੇ ਖੜੀ ਹੋਣਾ, ਪੈਸੇ ਕਮਾਣੇ ਨੇ। ਜਦੋਂ ਮੈਂ ਤੇਰੇ ਨਾਨਾ ਜੀ ਨੂੰ ਮਿਲਣ ਆਉਣਾ ਹੁੰਦਾ ਪੁੱਤ, ਤਾਂ ਵੀ ਮੈਨੂੰ ਪੈਸੇ ਤੇਰੇ ਫਾਦਰ ਪਾਪਾ ਜੀ ਤੋਂ ਮੰਗਣੇ ਪੈਂਦੇ ਨੇ, ਤੇ ਮੈਂ ਨਹੀਂ ਚਾਹੁੰਦੀ ਵੀ ਤੂੰ ਪੈਸੇ ਕਿਸੇ ਤੋਂ ਮੰਗੇ। ਤੇ ਮੈਨੂੰ ਬਹੁਤ ਸ਼ੌਕ ਲੱਗਿਆ। ਮੇਰੇ ਲਈ ਪਹਿਲਾ ਸ਼ੌਕ ਇਹੀ ਸੀਗਾ ਕਿ ਇਹ ਮੇਰੀ ਮਾਂ ਹੈ ਤੇ ਮੈਂ ਨਾਨੀ ਨੂੰ ਆਪਣੇ ਮਦਰ ਸਮਝਦੀ ਸੀਗੀ। ਉਹ ਇਹ ਬੜਾ ਅਜੀਬ ਕਿਸਮ ਦਾ ਵਰਤਾਰਾ ਹੈ, ਤੁਸੀਂ ਸਮਝ ਹੀ ਸਕਦੇ ਹੋਵੋਗੇ। ਤੇ ਮਤਲਬ ਅੱਜ ਤੱਕ ਵੀ ਮੈਨੂੰ ਐ ਲੱਗਦਾ ਕਿ ਨਾਨੀ ਨਾਨਾ ਹੀ ਮੇਰੇ ਮਾਂ-ਬਾਪ ਨੇ। ਖੈਰ, ਤੇ ਉਹ ਮਦਰ ਨਾਲ ਫਿਰ ਜੀ ਉਹ ਸ਼ੁਰੂ ਹੋਇਆ, ਪਿੰਡ ਆਉਣਾ ਸ਼ੁਰੂ ਹੋਇਆ 5ਵੀਂ 6ਵੀਂ ਤੋਂ ਬਾਅਦ। ਤੇ ਦਾਦਕੇ ਮੇਰੇ ਬਿਲਕੁਲ ਉਲਟੇ, ਮਤਲਬ ਉਲਟਾ ਪਾਸਾ ਸਮਝ ਲਓ। ਬਈ ਕੁੜੀ ਨੂੰ ਛੋਟੀ ਜਿਹੀ ਗਲਤੀ ਤੇ ਵੀ ਘਰ ਚ ਮਾਰ ਕੇ ਵੀ ਦਬਿਆ ਜਾ ਸਕਦਾ ਸੀ। ਅੱਜ ਤਾਂ ਖੈਰ ਮੈਂ ਚੇਂਜ ਕਰ ਦਿੱਤਾ ਉਸ ਘਰ ਨੂੰ, ਪੂਰੀ ਤਰ੍ਹਾਂ ਹੀ ਚੇਂਜ ਕਰ ਦਿੱਤਾ। ਅੱਜ ਤਾਂ ਤੁਸੀਂ ਜਾਓਗੇ ਘਰ ਚ ਐਂ ਲੱਗਦਾ ਵੀ ਅਮਰੀਕਾ ਕੈਨੇਡਾ ਚ ਵੀ ਨਹੀਂ ਲੋਕ ਅੱਛੀ ਤਰ੍ਹਾਂ ਏਦਾਂ ਇੰਨੀ ਖੁੱਲੀ ਤਰ੍ਹਾਂ ਅੱਛੀ ਤਰ੍ਹਾਂ ਰਹਿੰਦੇ ਹੋਣਗੇ। ਸੋ ਇਹ ਮਾਹੌਲ ਸੀ।
बहुत ही ज्यादा सख्त माहौल सी। इत्थे उन्हां गल्लां दा वक्त नहीं होएगा। मैं स्कूल च एवं तुहानूं कहां स्कूल च ਵੱਧ ਤੋਂ ਵੱਧ डिबेट च कदे भाग लिया सी। जिस घर च पढ़ाना ही नहीं सी उस घर च तुसीं गाने बजाने दा कितना सोच सकते हो। ते 8वीं तो बाद 9वीं च मैं अपने पिंड आ गई सी। पिंड आके एक बार मैं मेरी भूआ दियां कुड़ियां भी उत्थे पढ़दियां सी ते 9वीं च पता नहीं मैं गाने च हिस्सा ले लिया सी, मैनूं तां याद नहीं हुण। ते मेरे भूआ दी कुड़ी ने घर दसता ते मेरे दादा जी ने तां साडा मतलब डांग चक ली ते मतलब तुसीं सोच नहीं सकदे साडा की हाल कीता। ਵੀ ਉਹਨਾਂ ਲਈ ਮਤਲਬ ਸੀਗਾ ਕਿ ਇਹ ਠੀਕ ਨਹੀਂ ਹੈ, ਇਹ ਸਾਰਾ ਕੁਝ ਕੰਜਰਖਾਨਾ ਸਾਡੇ ਜੋ ਵੀ ਹੁੰਦਾ ਹੀ ਆਮ ਨਾਰਮਲ। ਹਾਂ ਬਿਲਕੁਲ ਬਿਲकुल ਸਮਝ ਸਕਦੇ ਹੋ। ਤੇ ਕੋਈ ਐਵੇਂ ਨਹੀਂ ਕੀਤਾ, ਐਵੇਂ ਤੁਹਾਨੂੰ ਕਹਾ 10ਵੀਂ ਤੋਂ ਬਾਅਦ ਘਰਦਿਆਂ ਨੇ ਹਟਾ ਲਿਆ ਸੀ। ਬਹੁਤ ਰੋਈ ਬਹੁਤ ਜ਼ਿਆਦਾ। ਤੇ ਫਿਰ ਮੇਰੇ ਨਾਨਾ ਜੀ ਨੇ ਮੁੜ ਕੇ ਫਿਰ ਮੈਨੂੰ ਨਰਸਿੰਗ ਚ ਪਾਤਾ। 1.5 ਸਾਲ ਦੀ ਮੈਂ ਨਰਸਿੰਗ ਕੀਤੀ। ਪਰ ਮੇਰੇ ਪਤਾ ਨਹੀਂ ਮੇਰੇ ਭਾਜੀ ਮੇਰੇ ਦਿਮਾਗ ਚ ਕੀ ਸੀ ਕਿ ਮੈਂ ਪੜ੍ਹਨਾ ਹੈ ਪੜ੍ਹਨਾ ਹੈ ਪੜ੍ਹਨਾ ਹੈ ਬਸ। कोर्स किया। उस तो बाद जलंधर मैंने नौकरी भी मिल गई। नौकरी मैं छड्ड दित्ती, फिर वापस आ गई। मैं कहा नहीं मैं तो पढ़ना है अगे। ते मैं अपनी मां नूं कहा भी जे तुसीं मेरा जबरदस्ती रिश्ते आने शुरू हो गए सी 10वीं च 9वीं च 8वीं च नॉर्मल तुहानूं पता ही है। हाँ बिल्कुल। मेरी मैं अपनी मां नूं ते अपने घर च पापा जी ने तो कदे गल नहीं सी कीती। आर्मी अफसर सीगे बहुत सख्त सीगे। मेरे फादर बहुत ज्यादा सख्त सी, हुण भी सख्त ने खैर बहुत ज्यादा। ते मैं कहा जे तुसीं मेरा ब्याह कर दित्ता भी मैं तुहाडे घर मुड़ के कदे नहीं आऊंगी। पता नहीं है अपना बचपन नहीं पता हुंदा भाजी, हुण पता नहीं कुदरत ने इधर नूं लियाना सी की सी। ते पर ओह अकाल पुरख नूं मैं कहूंगी वैसे कई बारी मैनूं लगदा हुंदा भी शायद मैं हमेशा ही अरदास कीती कि मैनूं पढ़ना है बस पढ़ना है, शायद इस तो इलावा मैं कदे कुछ नहीं मंगिया। एक घटना मैं दसना जरूर चाहूंगी कि एक बार साडे घर च बहुत ही मेरी नेड़ले रिश्ते दा विआह सी। ना नहीं मैं लैंदी चलो व्यक्ति तां क्या मतलब। ਤੇ ਉਹ ਜਦੋਂ ਅਸੀਂ 4 ਭੈਣ ਭਰਾ ਸੀਗੇ 6 ਚਾਚੇ ਸੀਗੇ 4 ਭੂਆ ਸੀਗੀਆਂ ਬੜੀ ਫੈਮਿਲੀ ਹੋਣ ਕਰਕੇ ਪਾਪਾ ਜੀ ਸਾਡਾ ਕੇਅਰ ਨਹੀਂ ਸੀ ਕਰ ਪਾਉਂਦੇ। ਅਸੀਂ 2 ਭੈਣ ਭਰਾ ਨਾਨਕੇ ਰਹਿੰਦੇ ਸੀ ਤੇ ਮੇਰੇ ਬਹੁਤ ਨੇੜਲੇ ਦੇ ਰਿਸ਼ਤੇ ਅਸੀਂ ਤਾਂ ਸੁੱਤੇ ਪਏ ਸੀ ਘਰ 'ਚ। ਬਹੁਤ ਨੇੜਲੇ ਰਿਸ਼ਤੇ ਮੇਰੀ ਮਾਂ ਦੀ ਗਰੀਬੀ ਬਾਰੇ ਗੱਲਾਂ ਕਰ ਰਹੇ ਸੀ ਕਿੱਦਾਂ ਜਾਣ ਕੇ ਇੱਥੇ ਬੱਚੇ ਸਿੱਟ ਦਿੱਤੇ ਆ। ਮੈਂ ਐਜ਼ ਅ ਚਾਈਲਡ ਕੋਲ ਪਈ ਸੀ 5ਵੀਂ 6ਵੀਂ ਦਾ ਬੱਚਾ 7ਵੀਂ ਦਾ ਤੁਸੀਂ ਸਮਝ ਲਓ। ਤਾਂ ਮੇਰੇ ਮਨ 'ਚ ਉਸ ਟਾਈਮ ਬਹੁਤ ਕਿਉਂਕਿ ਮੇਰੀ ਬੀਬੀ ਮੈਨੂੰ ਮਿਲੀ ਸੀ ਤੇ ਬੀਬੀ ਦੀ ਸ਼ਕਲ ਦੇਖੀ ਮੈਂ ਵੀ ਪਤਾ ਲੱਗ ਜਾਂਦਾ ਆਪਣੇ ਮਾਂ-ਬਾਪ ਦਾ ਕਿੱਦਾਂ ਦੇ ਵਾਤਾਵਰਨ 'ਚ। ਉਸ ਗੱਲ ਨੇ ਭਾਜੀ ਮੇਰੀ ਜ਼ਿੰਦਗੀ ਬਦਲ ਦਿੱਤੀ। ਬਸ ਫਿਰ ਮੈਂ ਆਪਣੀ ਜ਼ਿੰਦਗੀ ਡੈਡੀਕੇਟ ਕਰਤੀ ਕਿ ਇਸ ਜਗ ਵਿੱਚ ਮੈਂ ਆਪਣੀ ਮਾਂ ਦੀ ਜ਼ਿੰਦਗੀ ਬਦਲਣੀ ਹੈ। ਔਰ ਮੇਰੀ ਮਾਂ ਬਹੁਤ ਚੰਗੇ ਤਰੀਕੇ ਨਾਲ ਮਰੇ ਤੇ ਮੇਰੀ ਮਾਂ ਨੂੰ ਲੋਕ ਨਫ਼ਰਤ ਕਰਦੇ ਹੁੰਦੇ ਸੀ ਭੈਣ ਭਰਾ ਵੀ। ਸੋ ਇਟ ਵਾਸ ਟਰਨਿੰਗ ਪੁਆਇੰਟ। ਤੇ ਮੇਰੀ ਥੀਏਟਰ ਕੋਈ ਬਚਪਨ 'ਚ ਮੇਰੀ ਥੀਏਟਰ 'ਚ ਨਹੀਂ ਸੀ, ਘਰ 'ਚ ਕੋਈ ਥੀਏਟਰ ਦਾ ਨਹੀਂ ਸੀਗਾ। ਮੇਰੇ ਭਾਈਆ ਜੀ ਹਾਰਮੋਨੀਅਮ ਤੇ ਕੀਰਤਨ ਕਰਦੇ ਹੁੰਦੇ ਸੀ। ਇੰਨਾ ਸੰਗੀਤ ਮੇਰੇ ਬਚਪਨ 'ਚ ਸੀਗਾ। ਵਾਹਿਗੁਰੂ ਨੇ ਪਰ ਲਿਖਿਆ ਸੀ ਕਿਸਮਤ 'ਚ ਕਿ ਮੈਂ ਪੜ੍ਹਾਈ ਕਰਨੀ ਹੈ ਤਾਂ ਬਣਦਾ ਗਿਆ। ਇੱਕ ਵਾਰ ਮੇਰੇ ਫਾਦਰ ਨੇ ਮੇਰੀਆਂ ਕਿਤਾਬਾਂ ਵੀ ਪੜ੍ਹ ਦਿੱਤੀਆਂ ਸੀ। ਉਹ ਕਿਤਾਬਾਂ ਮੈਂ ਕਿਸੇ ਤੋਂ ਲਈਆਂ ਹੋਈਆਂ ਸੀ। ਸੋ ਬਹੁਤ ਔਖਾ ਹੁੰਦਾ ਜਦੋਂ ਤੁਸੀਂ ਵਾਪਸ ਜਾਂਦੇ ਹੋ। ਖੈਰ ਫਿਰ ਮੈਨੂੰ ਹੌਲੀ ਹੌਲੀ ਮੇਰੇ ਭਰਾ ਬੜੇ ਹੋ ਗਏ। ਮੈਂ ਆਪਣੇ ਭਰਾਵਾਂ ਨੂੰ ਸਮਝਾਉਣਾ ਸ਼ੁਰੂ ਕੀਤਾ ਕਿ ਸਾਡੀ ਬਹੁਤ ਹਾਲਤ ਮਾੜੀ ਹੈ, ਸਾਨੂੰ ਪੜ੍ਹਨਾ ਪੈਣਾ ਹੈ, ਅਸੀਂ ਤਾਂ ਹੀ ਇਸ ਨਰਕ ਚੋਂ ਨਿਕਲ ਸਕਦੇ ਹਾਂ। ਤੇ ਪਾਪਾ ਜੀ ਦੀ ਤੁਹਾਨੂੰ ਪਤਾ ਹੀ ਹੈ ਫੌਜੀਆਂ ਦੀ ਕਿੰਨੀ ਤਨਖਾਹ ਹੁੰਦੀ ਸੀ, ਕਿੰਨੀ ਪੈਨਸ਼ਨ ਹੁੰਦੀ ਸੀ। ਬਸ ਫਿਰ ਮੈਂ BA ਕੀਤੀ। ਹੌਲੀ ਹੌਲੀ ਭਰਾ ਮੇਰਾ ਨਾਲ ਪੜ੍ਹਨ ਲੱਗ ਗਿਆ ਸੀ। ਜਦੋਂ ਮੇਰਾ ਵੱਡਾ ਭਰਾ ਮੇਰੇ ਨਾਲ ਪੜ੍ਹਨ ਲੱਗ ਗਿਆ ਸੀ ਥੋੜੀ ਸੌਖੀ ਹੋ ਗਈ ਹਾਲਾਤ ਤੇ ਉਹ ਮੇਰੇ ਨਾਲ ਜਾਂਦਾ ਹੁੰਦਾ ਸੀ ਤੇ ਕਾਫੀ ਸੌਖਾ ਹੋ ਗਿਆ। ਕਿਉਂਕਿ ਫਿਰ ਤੁਹਾਨੂੰ ਪਤਾ ਹੀ ਹੈ ਇੱਥੋਂ ਤੱਕ ਕਿ ਕਈ ਰਿਸ਼ਤੇਦਾਰ ਮੇਰੇ ਮਗਰ ਲੜਕਿਆਂ ਨੂੰ ਵੀ ਭੇਜ ਦਿੰਦੇ ਹੁੰਦੇ ਸੀ ਵੀ ਇਹਨੂੰ ਪਰੇਸ਼ਾਨ ਕਰੋ, ਫਿਰ ਵੀਰੇ ਨੂੰ ਦੱਸਾਂਗੇ ਮੇਰੇ ਫਾਦਰ ਨੂੰ। ਸੋ ਕਾਫੀ ਅਜੀਬ ਜਿਹਾ ਸਟਰਗਲ ਸੀ। ਆਰਟ ਐਂਡ ਕਲਚਰ ਬਾਰੇ ਤਾਂ ਮੈਂ ਸੁਪਨੇ 'ਚ ਵੀ ਨਹੀਂ ਸੋਚਿਆ ਸੀ, ਤੁਹਾਨੂੰ ਸਾਫ਼ ਗੱਲ ਦੱਸਾਂ, ਇਹਨੂੰ ਝੂਠ ਨਹੀਂ ਬੋਲਣਾ ਚਾਹੀਦਾ। ਤੇ ਗਵਰਨਮੈਂਟ ਕਾਲਜ ਮੈਂ MA ਏਦਾਂ ਕਰਦਿਆਂ ਕਰਾਂਦਿਆਂ ਗਵਰਨਮੈਂਟ ਕਾਲਜ 'ਚ ਮੈਂ MA ਪੋਲੀਟੀਕਲ ਸਾਇੰਸ 'ਚ ਦਾਖਲਾ ਲੈ ਲਿਆ ਕਿਉਂਕਿ ਸੀਗਾ ਮੈਂ ਪੜ੍ਹਨਾ ਹੈ ਤੇ ਬਹੁਤ ਜ਼ਿਆਦਾ ਪੜ੍ਹਨਾ ਹੈ ਤੇ ਬੜੀ ਨੌਕਰੀ ਲੈਣੀ ਹੈ। ਤੇ ਗਵਰਨਮੈਂਟ ਕਾਲਜ ਹੁਸ਼ਿਆਰਪੁਰ ਯੂਥ ਫੈਸਟੀਵਲ ਸੀ ਸਰਕਾਰੀ ਕਾਲਜ ਤੇ ਲੜਕੀਆਂ ਨੇ ਕਿਹਾ ਦੀਦੀ ਆਪਾਂ ਪਾਰਟਿਸਿਪੇਟ ਕਰਦੇ ਹਾਂ। ਮੈਂ ਕਿਹਾ ਚਲੋ ਕਰ ਲੈਂਦੇ ਹਾਂ ਨਾ। ਗਿੱਧਾ ਪਾਣਾ ਆਉਂਦਾ ਸੀ ਚੰਗੀ ਤਰ੍ਹਾਂ, ਬਹੁਤ ਅੱਛੀ ਤਰ੍ਹਾਂ। BA 'ਚ ਖੈਰ ਗਿੱਧੇ 'ਚ ਹਿੱਸਾ ਲਿਆ ਸੀ। ਤੇ ਫਿਰ ਡਰਾਮੇ 'ਚ ਕਹਿੰਦੀ ਦੀਦੀ ਡਰਾਮੇ 'ਚ ਹਿੱਸਾ ਲੈਣਾ ਹੈ ਤੇ ਮੈਨੂੰ ਡਰਾਮੇ ਬਾਰੇ ਕੁਛ ਨਹੀਂ ਸੀ ਪਤਾ। ਤੇ ਮੈਂ ਕਿਹਾ ਚਲੋ ਚੱਲਦੇ ਹਾਂ। ਅਸੀਂ
ਨਾਟਕ ਯੂਥ ਫੈਸਟੀਵਲ 'ਚ ਹਿੱਸਾ ਲੈ ਲਿਆ। ਹੌਸਟਲ 'ਚ ਰਹਿੰਦੀਆਂ ਸੀ ਗਵਰਨਮੈਂਟ ਕਾਲਜ ਵਿੱਚ। ਉੱਥੇ ਗਏ ਤੇ ਉੱਥੇ ਡਾਕਟਰ ਪੁਰੀ ਸੀਗੇ ਜੁੜੇ ਹੋਏ ਨੇ ਮੇਰੇ ਗੁਰੂ, ਤੇ ਉਹਨਾਂ ਨੇ ਮੈਨੂੰ ਮੇਨ ਰੋਲ ਦੇ ਦਿੱਤਾ ਨਾਟਕ ਦੇ ਵਿੱਚ, ਪਰ ਮੈਨੂੰ ਕੁਛ ਨਹੀਂ ਸੀਗਾ ਪਤਾ। ਤੇ ਮੈਂ ਗਿੱਧੇ 'ਚ ਵੀ ਭਾਗ ਲੈ ਲਿਆ ਤੇ ਨਾਟਕ 'ਚ ਵੀ ਭਾਗ ਲੈ ਲਿਆ। ਤੇ ਨਾਟਕ 'ਚ ਮੈਨੂੰ ਪਤਾ ਹੀ ਨਹੀਂ ਸੀ ਹੁੰਦਾ ਵੀ ਇੰਨੀਆਂ ਰਿਹਰਸਲਾਂ ਹੁੰਦੀਆਂ। ਤੇ ਖੈਰ ਪਤਾ ਨਹੀਂ ਮਤਲਬ ਨਾਰਮਲ ਲੈ ਲਿਆ ਭਾਗ। ਤੇ ਉਹ ਮਰਾਸਣ ਦਾ ਰੋਲ ਸੀ। ਨਾਟਕ ਦਾ ਨਾਂ ਸੀ ਅਜਬ ਤਮਾਸ਼ਾ। ਤੇ ਡਾਕਟਰ ਸਾਹਿਬ ਨੇ ਬਹੁਤ ਮਿਹਨਤ ਕਰਾਈ। ਤੇ ਖੈਰ ਉਸ ਟਾਈਮ ਕੁਛ ਨਹੀਂ ਸੀ ਪਤਾ ਵੀ ਕੀ ਹੋ ਰਿਹਾ ਹੈ। ਇੱਕ ਦਿਨ ਗਿੱਧੇ 'ਚੋਂ ਮੈਂ ਲੇਟ ਹੋ ਗਈ। ਗਿੱਧੇ 'ਚੋਂ ਲੇਟ ਹੋ ਗਈ ਰਿਹਰਸਲ ਵਾਸਤੇ। ਡਾਕਟਰ ਸਾਹਿਬ ਕਹਿੰਦੇ ਵੀ ਤੂੰ ਲੇਟ ਹੋ ਗਈ ਹੈ। ਲੇਟ ਹੋ ਗਈ। ਗੁੱਸਾ ਕਿਸੇ ਹੋਰ ਤੇ ਸੀਗਾ, ਪਰ ਮੇਰੇ ਤੇ ਕੱਢਣਾ ਸੀ ਗੁੱਸਾ, ਕਿਉਂਕਿ ਮੈਂ ਮੇਨ ਰੋਲ ਕਰ ਰਹੀ ਸੀ। ਤੇ ਕਿਸੇ ਹੋਰ ਤੇ ਗੁੱਸਾ ਸੀ। ਡਾਕਟਰ ਸਾਹਿਬ ਨੇ ਮੇਰੇ ਨਾਲ ਵੱਟ ਕੇ ਚਪੇੜ ਮਾਰੀ ਏਦਾਂ ਦੀ ਕਿ ਮੇਰੇ ਹੱਥ 'ਚ ਡਮਰੂ ਸੀਗਾ। ਡਾਕਟਰ ਸਾਹਿਬ ਨੂੰ ਸ਼ਾਇਦ ਯਾਦ ਵੀ ਆ ਜਾਵੇ ਉਹ ਇਨਸੀਡੈਂਟ। ਤੇ ਗਵਰਨਮੈਂਟ ਕਾਲਜ ਦਾ ਭਾਜੀ ਸ਼ਾਇਦ ਤੁਸੀਂ ਕਹਿੰਦੇ ਭਾਈ ਤੁਸੀਂ ਹੋ ਸਕਦਾ ਗਵਰਨਮੈਂਟ ਕਾਲਜ ਦਾ ਹਾਲ ਦੇਖਿਆ ਹੋਵੇ। ਉਹ ਗੁਰੂ ਤੇਗ ਬਹਾਦਰ ਵਰਗਾ ਹਾਲ ਹੈ। ਮੈਂ ਸਟੇਜ ਤੇ ਖੜੀ ਸੀ, ਚਪੇੜ ਇੰਨੀ ਜ਼ੋਰ ਦੀ ਵੱਜੀ ਕਿ ਉਹ ਡਮਰੂ ਜਿਹੜਾ ਗੇਟ ਸੀਗਾ ਉੱਥੇ ਜਾ ਕੇ ਡਿੱਗਿਆ। ਤੇ ਬੜਾ ਗੁੱਸਾ ਜਿਹਾ ਆਇਆ ਵੀ ਕਿੱਦਾਂ ਦੇ ਅਜੀਬ ਜਿਹੇ ਕੀ ਲੋਕ ਨੇ, ਥੱਪੜ ਕਾਹਤੇ ਮਾਰਿਆ। ਤੇ ਮੈਂ ਸੋਚਿਆ ਛੱਡ ਕੇ ਚਲ ਜਾ, ਮਤਲਬ ਮੈਨੂੰ ਨਹੀਂ ਪਤਾ ਸੀ ਕੀ ਹੋ ਰਿਹਾ। ਖੈਰ ਚਲੋ। ਤੇ ਡਾਕਟਰ ਸਾਹਿਬ ਕਹਿੰਦੇ ਤੂੰ ਗਿੱਧੇ 'ਚ ਭਾਗ ਨਹੀਂ ਲੈਣਾ। ਹੁਣ ਲੈ ਲਿਆ ਸੀ ਭਾਗ, ਉੱਧਰ ਵੀ ਰਿਹਰਸਲ, ਇੱਧਰ ਵੀ ਰਿਹਰਸਲ। ਤੇ ਚਲੋ ਉਹ ਨਾਟਕ ਕੀਤਾ ਭਾਜੀ। ਪਹਿਲਾ ਨਾਟਕ ਉਹ ਸੀ। ਤੇ ਗੜਦੀਵਾਲਾ 'ਚ ਹੋਇਆ ਸੀ ਯੂਥ ਫੈਸਟੀਵਲ ਦਾ ਕੰਪੀਟੀਸ਼ਨ। ਉੱਥੇ ਸਾਡਾ ਦੂਜਾ ਨਾਟਕ ਸੀ। ਤੇ ਨਾਟਕ ਹੋਇਆ। ਤੇ ਜਦੋਂ ਨਾਟਕ ਐਂਡ ਹੋਇਆ ਡਾਕਟਰ ਜਨਮੀਤ ਸਿੰਘ ਸਟੇਜ ਤੇ ਆ ਗਏ। ਇੱਕ ਸਾਡੇ ਟੀਚਰ ਸੀਗੇ ਪ੍ਰੋਫੈਸਰ ਬੈਂਸ ਗੜਸ਼ੰਕਰ, ਉਹ ਵੀ ਸਟੇਜ ਤੇ ਆ ਗਏ। ਉਹਨਾਂ ਨੇ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ, ਯੂ ਆਰ ਮੈਂਟ ਫॉर ਡਰਾਮੈਟਿਕਸ, ਤੈਨੂੰ ਡਰਾਮਾ 'ਚ ਜਾਣਾ ਚਾਹੀਦਾ ਹੈ। ਸਾਰੇ ਜਣਿਆਂ ਨੇ, ਮੈਨੂੰ ਕੁਛ ਪਤਾ ਨਹੀਂ, ਮੈਂ ਬਿਲਕੁਲ ਬਵੰਡਰੀ ਹੋਈ ਸੀ ਕੀ ਹੋ ਰਿਹਾ ਹੈ। ਤੇ ਜਿਹੜੀ ਇੱਕ ਜਸਵੀਰ ਕੌਰ ਸੀਗੇ ਨਿਊਜ਼ ਰੀਡਰ, ਉਹ ਸਾਡੇ ਜੱਜ ਆਏ ਹੋਏ ਸੀ ਤਿੰਨਾਂ ਜੱਜਾਂ ਚੋਂ। ਸ਼ੀ ਕਾਲਡ ਮੀ, ਕਹਿੰਦੀ ਤੇਰੇ ਪੈਰੈਂਟਸ ਥੀਏਟਰ ਕਰਦੇ ਨੇ। ਤੇ ਮੈਨੂੰ ਤਾਂ ਥੀਏਟਰ ਉਹੀ ਸੀ ਜਿਹੜਾ ਫਿਲਮ ਵਾਲਾ ਹੁੰਦਾ, ਮੈਨੂੰ ਪਤਾ ਨਹੀਂ ਸੀਗਾ। ਮੈਂ ਕਿਹਾ ਵੀ ਪਤਾ ਨਹੀਂ ਵੀ ਮੇਰੀ ਮੰਮੀ ਤਾਂ 5 ਪੜ੍ਹੇ ਹੋਏ ਨੇ, ਵੀ ਘਰੇ ਰਹਿੰਦੇ ਨੇ, ਤੇ ਪਾਪਾ ਜੀ ਮੈਂ ਕਿਹਾ ਵੀ ਮੇਰੇ ਫੌਜੀ ਨੇ। ਤੇ ਕੁਛ ਪਤਾ ਨਹੀਂ ਸੀਗਾ। ਪਰ ਉਸ ਦਿਨ ਉਸ ਘੜੀ ਉਸ ਨਾਟਕ ਨਾਲ ਕਿਸਮਤ ਲਿਖੀ ਗਈ। 13 ਨਾਟਕ ਹੋਏ। ਤੇ ਪਹਿਲਾਂ ਬਲਜਿੰਦਰ ਦੀਦੀ, ਉਹ ਜਿਹੜੇ ਨੈਸ਼ਨਲ ਯੂਨੀਵਰਸਿਟੀ 'ਚ ਪੜ੍ਹੇ ਨੇ, ਉਹ ਫਸਟ ਆਉਂਦੇ ਹੁੰਦੇ ਸੀ। ਉਸ ਸਾਲ ਮੈਨੂੰ ਬੈਸਟ ਐਕਟਰ ਦਾ ਇਨਾਮ ਮਿਲਿਆ। ਬਸ ਉਹ ਮੇਰੀ ਜਰਨੀ ਸੀਗੀ। ਤੇ ਇੱਥੇ ਮੇਰੇ ਗੁਰੂ ਬੈਠੇ ਨੇ, ਨਮਸਕਾਰ ਗੁਰੂ ਜੀ। ਉਹ ਇੱਕ ਨਾਟਕ ਨੇ ਮੈਨੂੰ ਆ ਤੁਹਾਡੇ ਸਾਹਮਣੇ ਅੱਜ ਮੈਂ ਇੱਥੇ ਬੈਠੀ ਹਾਂ। ਬਸ ਬਿਲਕੁਲ ਬਿਲਕੁਲ। ਉਹ ਵਿਸ਼ੋ ਇਹ ਬਿਲਕੁਲ ਮੈਂ ਇਹੀ ਚਾਹੁੰਦਾ ਸੀਗਾ ਜਸਪਾਲ ਕਿ ਇਹ ਜਿਹੜੀ ਤੁਹਾਡੀ ਜਰਨੀ ਹੈ ਕਿ ਇਹਦੇ ਬਾਰੇ ਅਸੀਂ ਸਾਰਿਆਂ ਦੇ ਨਾਲ ਸਾਂਝ ਪਾਈਏ। ਪਰ ਜਿਹੜਾ ਇਹ ਤੁਹਾਡਾ ਜਿਹੜਾ ਬਚਪਨ ਦਾ ਸੰਘਰਸ਼ ਹੈ ਉਹ ਬਹੁਤ ਸਟਰੋਂਗ ਹੈ, ਬਹੁਤ ਸਟਰੋਂਗ ਹੈ। ਇਹ ਚੀਜ਼ਾਂ ਜਿਹੜੀਆਂ ਨੇ ਮੈਂ ਚਾਹੁੰਦਾ ਕਿ ਜਿਹੜੇ ਸਾਡੇ ਯੰਗ ਲੋਕ ਨੇ ਵੀ ਉਹ ਸੁਣਨ, ਉਹ ਦੇਖਣ ਵੀ ਜੇਕਰ ਡਾਕਟਰ ਜਸਪਾਲ ਕੌਰ ਦਿਓਲ ਅੱਜ ਹੈਡ ਆਫ ਦੀ ਡਿਪਾਰਟਮੈਂਟ ਹੈ ਥੀਏਟਰ ਦੇ ਵਿੱਚ, ਔਰ ਇੱਥੋਂ ਤੱਕ ਪਹੁੰਚਣ ਲਈ ਇਹ ਕੋਈ ਰਾਤੋਂ ਰਾਤ ਇੱਕ ਦਿਨ ਦਾ ਪ੍ਰੋਸੈਸ ਨਹੀਂ ਹੈ, ਹੈ ਨਾ। ਇਹਦੇ ਲਈ ਕਿਹੜੇ ਪਲਾਂ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ ਇਮੋਸ਼ਨਲੀ ਵੀ, ਔਰ ਤੁਹਾਨੂੰ ਪੜ੍ਹਾਈ ਲਈ ਤੁਸੀਂ ਕਿਹੜਾ ਸੰਘਰਸ਼ ਕਰਦੇ ਹੋ, ਕੀ ਸੁਪਨੇ ਲੈਂਦੇ ਹੋ, ਤੁਸੀਂ ਬਚਪਨ 'ਚ ਕਿਹੜੇ ਮਿਹਣੇ ਸੁਣੇ ਹੈ ਨਾ, ਤੇ ਤੁਸੀਂ ਆਪਣੇ ਮਾਂ-ਬਾਪ ਦਾ ਦੁੱਖ ਦੇਖਿਆ, ਤੇ ਉਹ ਸਾਰਾ ਕੁਝ ਜਿਹੜਾ ਸੀਗਾ, ਔਰ ਮੈਂ ਸਮਝਦਾ ਕਿ ਉਹ ਤੁਸੀਂ ਫਿਰ ਬਾਅਦ ਵਿੱਚ ਆਪਣੇ ਕੰਮ ਦੇ ਵਿੱਚ ਤੁਸੀਂ ਉਹ ਤਹਈਆ ਕਰ ਲਿਆ ਕਿ ਹਾਂ ਮੈਂ ਹੁਣ ਕੁਝ ਬਣਨਾ ਵਾ, ਔਰ ਬਣ ਕੇ ਵਿਖਾਇਆ ਵੀ। ਔਰ ਜਸਪਾਲ ਤੁਹਾਡੀਆਂ ਗੱਲਾਂ ਸੁਣਨ ਲਈ ਜਿੱਥੇ ਸਾਡੇ ਨਾਲ ਡਾਕਟਰ ਸ਼ਸ਼ੀਪੁਰੀ ਜੀ ਬੈਠੇ ਹੋਏ, ਤੁਹਾਡੇ ਗੁਰੂ ਕ੍ਰਿਸ਼ਨ ਦਵੇਸਰ ਵੀ ਤੁਹਾਨੂੰ ਸੁਣਦੇ ਪਏ ਆ, ਨਵਨਿੰਦਰਾ ਬਹਿਲ ਮੈਡਮ ਵੀ ਸੁਣਦੇ ਪਏ ਆ, ਗੁਰਤੇਜ ਮਾਨ ਵੀ ਹੈ, ਬਲਜੀਤ ਮੋਗਾ ਉਹ ਵੀ ਉੱਥੋਂ ਸੁਣਦੇ ਪਏ, ਤੁਹਾਨੂੰ ਦੇਖਦੇ ਪਏ ਆ ਤੁਹਾਡੀਆਂ ਗੱਲਾਂ ਸਾਰੀਆਂ। ਮੈਂ ਜਸਪਾਲ ਜਦੋਂ ਤੁਸੀਂ ਫਿਰ ਕਾਲਜ ਦੇ ਵਿੱਚ ਆ ਕੇ ਨਾਟਕਾਂ ਦੇ ਵਿੱਚ ਪਾਰਟਿਸਿਪੇਟ ਕੀਤਾ, ਤੇ ਫਿਰ ਤੁਸੀਂ ਕਿੱਦਾਂ ਤੁਹਾਨੂੰ ਲੱਗਾ ਵੀ ਮੈਂ ਅੱਛਾ ਜੇ ਹੁਣ ਮੈਨੂੰ ਬੈਸਟ ਐਕਟਰੈਸ ਅਵਾਰਡ ਮਿਲ ਗਿਆ ਵਾ ਤੇ ਹੁਣ ਮੈਂ ਐਮਏ ਕਰ ਲਾਂ ਥੀਏਟਰ ਦੀ, ਫਿਰ ਇਮੀਡੀਏਟਲੀ ਇਜਾਜ਼ਤ ਮਿਲ ਗਈ? ਬਿਲਕੁਲ ਨਹੀਂ ਜੀ, ਐਵੇਂ ਤੁਹਾਨੂੰ ਕਹਾ ਐਮਏ ਪੋਲੀਟੀਕਲ ਸਾਇੰਸ ਕੀਤੀ ਤੇ ਤੁਹਾਨੂੰ ਦੱਸਿਆ ਕਿ ਮੇਰਾ ਤਾਂ ਪੜ੍ਹਨ ਵੱਲ ਸੀਗਾ ਕਿ ਪੜ੍ਹਨਾ ਹੈ ਤੇ ਜੁਡੀਸ਼ੀਅਰੀ 'ਚ ਜਾਣਾ ਹੈ, ਪੁਲਿਸ ਆਫਿਸਰ ਬਣਨਾ ਹੈ, PhD ਕਰਨੀ ਹੈ। ਤੇ ਐਵੇਂ ਤੁਹਾਨੂੰ ਕਹਾ ਉਸ ਤੋਂ ਬਾਅਦ ਵੀ, ਪਰ ਉਹ ਤੁਹਾਡੇ ਨਾ ਦਿਮਾਗ 'ਚ ਘੁਸ ਜਾਂਦਾ ਵੀ ਇਹ ਕੀ ਕਹਿ ਰਹੇ ਨੇ, ਵੀ ਇਹ ਕਿਉਂ ਕਿਹਾ ਇਹਨਾਂ ਨੇ ਤਾਂ ਮੈਨੂੰ।
ਤੇ ਨਾ ਮੈਨੂੰ ਪਤਾ ਸੀ ਵੀ ਥੀਏਟਰ ਦੀ ਐਮਏ ਹੁੰਦੀ, ਉਸ ਟਾਈਮ ਤੱਕ ਵੀ ਮੈਨੂੰ ਪਤਾ ਨਹੀਂ, ਨਾ ਮੈਂ ਕੋਈ ਸੰਘਰਸ਼ ਕੀਤਾ, ਐਵੇਂ ਤੁਹਾਨੂੰ ਕਹਾਂ ਝੂਠ ਬੋਲਾਂ। ਤੇ ਮੈਂ ਲਾਅ 'ਚ ਅਗਲੇ ਸਾਲ GRD ਯੂਨੀਵਰਸਿਟੀ 'ਚ ਐਡਮਿਸ਼ਨ ਲੈ ਲਿਆ ਸੀ। ਲਾਅ 'ਚ ਐਡਮਿਸ਼ਨ ਲਿਆ, ਕਲਾਸਾਂ ਲਗਾਈਆਂ, ਤੇ ਕਲਾਸਾਂ ਲਗਾ ਕੇ ਮੈਨੂੰ ਏਦਾਂ ਲੱਗਿਆ ਕਿ ਮੇਰੀ ਤਾਂ ਬੈਕਗ੍ਰਾਉਂਡ ਬਹੁਤ ਜ਼ਿਆਦਾ, ਮੈਂ ਤਾਂ ਗਰੀਬ ਘਰ ਤੋਂ ਐ, ਇਹ ਤਾਂ ਪ੍ਰੋਫੈਸ਼ਨ ਬਹੁਤ ਅਜੀਬ ਹੈ, ਜਾਂ ਤਾਂ ਇੱਥੇ ਫਿਰ ਤਕੜਾ ਬੰਦਾ ਲੜ ਸਕਦਾ ਤੇ ਗਰੀਬ ਬੰਦਾ ਤਾਂ ਝੂਠ, ਭਾਜੀ ਝੂਠ ਬੋਲਣਾ, ਮੈਨੂੰ ਝੂਠ ਨਹੀਂ ਬੋਲ ਸਕਦੀ, ਕਿਤੇ ਬਹੁਤ ਮੇਰੀ ਮਜਬੂਰੀ ਹੋ ਜਾਏ ਜ਼ਿੰਦਗੀ 'ਚ ਮੈਨੂੰ ਝੂਠ ਬੋਲਣਾ ਪਵੇ ਤਾਂ ਮੈਂ ਭਾਜੀ 2 ਮਹੀਨੇ ਉਹ ਸਟਰਗਲ ਜਿਹੇ 'ਚ ਕੱਢੇ। ਤੇ ਫਿਰ ਮੈਂ ਆਪਣੇ ਛੋਟੇ ਭਰਾ ਕੋਲ ਆ ਕੇ ਕਿਹਾ ਵੀ ਏਦਾਂ ਏਦਾਂ ਕਰਕੇ, ਤੇ ਮੇਰਾ ਭਰਾ ਕਹਿੰਦਾ ਵੀ ਜੇ ਤੈਨੂੰ ਨਹੀਂ, ਕਿਉਂਕਿ ਮੇਰੇ 2 ਭਰਾ ਭਾਜੀ ਪੜ੍ਹੇ ਨਹੀਂ ਹੈਗੇ, ਉਹਨਾਂ ਨੇ 10ਵੀਂ ਕਰਕੇ ਕਹਿੰਦੇ ਤੂੰ ਪੜ੍ਹ ਲੈ, ਅਸੀਂ ਕੰਮ ਕਰ ਲੈਂਦੇ, ਉਹਨਾਂ ਨੇ ਦੁਕਾਨ ਖੋਲ ਲਈ ਸੀਗੀ 10ਵੀਂ ਕਰਕੇ, ਤੇ ਮੈਂ ਤੇ ਮੇਰੇ ਬੜੇ ਭਰਾ ਨੇ ਪੜ੍ਹਾਈ ਕੀਤੀ, ਕਿਉਂਕਿ ਸਾਡਾ 4 ਭੈਣਾਂ ਭਰਾਵਾਂ ਦਾ ਫਿਰ ਇੱਕ ਤਰ੍ਹਾਂ ਦਾ ਅਸੀਂ ਸੋਚਣ ਲੱਗ ਗਏ ਸੀ ਵੀ ਜ਼ਿੰਦਗੀ 'ਚ ਕਿਸ ਤਰ੍ਹਾਂ ਕਿੱਧਰ ਨੂੰ ਜਾਣਾ। ਤਾਂ ਉਹ ਭਾਜੀ ਫਿਰ ਮੈਂ ਲਾਅ ਛੱਡ ਕੇ ਫਿਰ ਮੈਂ ਉਸੇ ਸਾਲ 95-96 'ਚ ਮੈਂ ਨਾ DSP ਦੀ ਟ੍ਰੇਨਿੰਗ ਲੈਣ ਵਾਸਤੇ ਇੱਥੇ ਕੋਚਿੰਗ ਸੈਂਟਰ 'ਚ IAS ਕੋਚਿੰਗ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਆ ਗਈ ਸੀ 95-96 'ਚ। ਇੱਕ ਦਿਨ ਮੈਂ ਕੋਚਿੰਗ ਸੈਂਟਰ ਨੂੰ ਲੰਘੀ ਜਾ ਰਹੀ ਸੀ ਤੇ ਅੱਗੇ ਬਿਲਡਿੰਗ ਦੇ ਲੱਗਿਆ ਸੀ ਥੀਏਟਰ ਤੇ ਟੈਲੀਵਿਜ਼ਨ ਡਿਪਾਰਟਮੈਂਟ, ਤੇ ਮੈਂ ਉਹ ਦੇਖਿਆ ਥੀਏਟਰ ਐਂਡ ਟੈਲੀਵਿਜ਼ਨ ਡਿਪਾਰਟਮੈਂਟ, ਤੇ ਮੈਂ ਨਾ ਅੰਦਰ ਚਲੀ ਗਈ। ਅੰਦਰ ਗਈ ਤੇ ਮੈਂ ਦਰਵਾਜ਼ਾ ਖੋਲਿਆ, ਉੱਥੇ ਸਾਡਾ ਮੋਹਰੇ ਵਾਲਾ ਉਸ ਤੁਸੀਂ ਪੁਰਾਣਾ ਡਿਪਾਰਟਮੈਂਟ ਦੇਖਿਆ ਹੋਵੇਗਾ ਉਹ ਹਾਂ। ਤੇ ਉੱਥੇ ਮੈਂ ਅੰਦਰ ਦਰਵਾਜ਼ਾ ਖੋਲਿਆ, ਉੱਥੇ ਨਾ ਸੁਨੀਤਾ ਮੈਡਮ ਬੈਠੀ ਸੀ, ਤੇ ਜਦੋਂ ਮੈਂ ਸੁਨੀਤਾ ਮੈਡਮ ਨੂੰ ਦੇਖਿਆ ਮੈਂ ਇੰਨੀ ਖੁਸ਼ ਹੋ ਗਈ ਵੀ ਇਹ ਤਾਂ ਉਹ ਲੇਡੀ ਹੈ ਜਿਹੜੀ ਬਦਲਾ ਜੱਟੀ ਦਾ ਵਾਲੀ ਹੈ ਫਿਲਮ ਐਕਟਰੈਸ, ਸ਼ੀ ਵਾਸ ਸੋ ਬਿਊਟੀਫੁਲ ਲੁਕਿੰਗ। ਤੇ ਉਹ ਨਾ ਮੈਂ ਉਹਨਾਂ ਨੂੰ ਦੇਖਦੀ ਰਹੀ, ਮੈਂ ਕਿਹਾ ਮੈਮ ਇੱਥੇ ਦਾਖਲਾ ਕਿੱਦਾਂ ਮਿਲਦਾ ਹੈ? ਵੈਸੇ ਹੀ ਤੇ ਉਹ ਕਹਿੰਦੇ BA ਕੀਤੀ ਹੋਣੀ ਚਾਹੀਦੀ ਹੈ, ਦਾਖਲਾ ਮਿਲ ਜਾਂਦਾ ਹੈ। ਮੈਨੂੰ ਕਹਿੰਦੇ, ਮੈਂ ਕਿਹਾ ਅੱਛਾ ਜੀ, ਤੇ ਮੈਂ ਕਿਹਾ ਇੱਥੇ ਤੁਸੀਂ ਕੀ ਕਰਾਉਂਦੇ ਹੋ? ਤੇ ਉਹਨਾਂ ਨੇ ਮੈਨੂੰ ਥੋੜਾ ਜਿਹਾ ਦੱਸਿਆ। ਔਨ ਦਾ ਵੇ ਮੈਂ ਚਲੀ ਗਈ ਭਾਜੀ ਉੱਥੇ ਆਪਣਾ ਕੋਚਿੰਗ ਸੈਂਟਰ 'ਚ, ਉੱਥੇ ਕੋਚਿੰਗ ਲੈ ਰਹੀ ਸੀ। ਪਤਾ ਨਹੀਂ ਖੈਰ ਕੀ ਹੋਇਆ ਕੀ ਨਹੀਂ, ਮੈਂ ਅਗਲੇ ਸੈਸ਼ਨ 'ਚ ਇੱਥੇ ਅਪਲਾਈ ਕਰ ਦਿੱਤਾ, ਪੰਜਾਬੀ ਯੂਨੀਵਰਸਿਟੀ 'ਚ ਵੀ ਪਤਾ ਲੱਗਿਆ ਕਿ ਚੰਡੀਗੜ੍ਹ ਵੀ ਹੈ ਡਰਾਮਾ ਡਿਪਾਰਟਮੈਂਟ, ਉੱਥੇ ਵੀ ਅਪਲਾਈ ਕਰਤਾ ਉੱਥੇ। ਹਾਂ, ਇੱਕ ਮੈਂ ਇਨਸੀਡੈਂਟ ਇਸ ਤੋਂ ਪਹਿਲਾਂ ਛੋਟੀ ਜਿਹੀ ਸ਼ੇਅਰ ਕਰਦੀ ਹਾਂ ਕਿ +2 'ਚ ਨਾ ਇੱਕ ਐਜੀਟੇਸ਼ਨ ਦੇ ਨਾਲ ਮੈਂ ਪੰਜਾਬ ਯੂਨੀਵਰਸਿਟੀ ਵਿਜ਼ਿਟ ਕੀਤਾ ਸੀ। ਆਈ ਵਾਜ਼ ਇਨ ਸਕੂਲ, ਤੇ ਜਦੋਂ ਮੈਂ ਪੰਜਾਬ ਯੂਨੀਵਰਸਿਟੀ 'ਚ ਗਈ ਸੀ ਮੈਨੂੰ ਉਹ ਯੂਨੀਵਰਸਿਟੀ ਇੰਨੀ ਸੋਹਣੀ ਲੱਗੀ ਸੀ ਕਿ ਮੇਰਾ ਨਾ ਇੱਕ ਡ੍ਰੀਮ ਉਸੇ ਟਾਈਮ ਆ ਗਿਆ ਸੀ ਕਿ ਮੈਂ ਕਦੇ ਇਸ ਯੂਨੀਵਰਸਿਟੀ 'ਚ ਪੜ੍ਹਨਾ ਹੈ ਜੇ ਹੋ ਸਕਿਆ। ਪਰ ਉਹ ਮੈਂ ਕੋਸ਼ਿਸ਼ ਬਹੁਤ ਕੀਤੀ, BA ਤੋਂ ਬਾਅਦ MA 'ਚ ਦਾਖਲਾ ਨਹੀਂ ਮਿਲਿਆ। ਫਿਰ ਮੈਂ ਲਾਅ 'ਚ ਵੀ ਕੋਸ਼ਿਸ਼ ਕੀਤੀ, GRD 'ਚ ਮਿਲ ਗਿਆ, ਪਰ ਜਦੋਂ ਮੈਨੂੰ ਪਤਾ ਲੱਗਾ ਕਿ ਇਹਦੀ MA ਚੰਡੀਗੜ੍ਹ ਵੀ ਹੈ, ਮੈਂ ਉੱਥੇ ਵੀ ਅਪਲਾਈ ਕਰ ਦਿੱਤਾ। ਉੱਥੇ ਮੈਂ ਗਈ, ਉੱਥੇ ਮੈਨੂੰ ਕੋਈ ਐਕਟਰਸ ਮਿਲੀ, ਚਲੋ ਮੈਂ ਨਾਂ ਨਹੀਂ ਹੁਣ ਲਊਂਗੀ, ਵੈਲ ਨੋਨ ਹੈ, ਤੇ ਉਹ ਮੈਨੂੰ ਕਹਿੰਦੀ ਇੱਥੇ ਨਹੀਂ ਦਾਖਲਾ ਮਿਲ ਸਕਦਾ, ਇੱਥੇ ਤਾਂ ਕਹਿੰਦੀ ਹਿੰਦੀ 'ਚ ਕੰਮ ਹੁੰਦਾ ਹੈ, ਮੇਰੀ ਤੈਨੂੰ ਦਾਖਲਾ ਨਾ ਮਿਲੇ। ਮੈਂ ਕਿਹਾ ਕੋਈ ਗੱਲ ਨਹੀਂ, ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ। ਸੋ ਪਟਿਆਲੇ ਵੀ ਦਿੱਤਾ ਐਡਮਿਸ਼ਨ 'ਚ ਆਪਣਾ ਐਡੀਸ਼ਨ, ਤੇ ਚੰਡੀਗੜ੍ਹ ਵੀ ਦਿੱਤਾ, ਤੇ ਚੰਡੀਗੜ੍ਹ ਵੀ ਹੋ ਗਿਆ ਸੀ, ਪਟਿਆਲੇ ਵੀ ਹੋ ਗਿਆ ਸੀ। ਫਿਰ ਉਹ ਮੇਰਾ ਡ੍ਰੀਮ ਸੀ, ਮੈਂ ਫਿਰ ਚੰਡੀਗੜ੍ਹ ਚਲੀ ਗਈ, ਕਿਸੇ ਤੋਂ ਪੁੱਛਿਆ ਨਹੀਂ ਕੁਛ, ਚੰਡੀਗੜ੍ਹ ਪੜ੍ਹਨ ਚਲੀ ਗਈ ਕਿਉਂਕਿ ਉਹ +2 ਦਾ ਡ੍ਰੀਮ ਸੀ ਕਿ ਪੰਜਾਬ ਯੂਨੀਵਰਸਿਟੀ 'ਚ ਪੜ੍ਹਨਾ ਹੈ। ਤੇ ਚੰਡੀਗੜ੍ਹ ਇਸ ਤਰ੍ਹਾਂ MA 'ਚ ਦਾਖਲਾ ਮਿਲ ਗਿਆ। ਬਸ ਕੁਦਰਤ ਧੱਕਾ ਮਾਰ ਕੇ ਲੈ ਗਈ। ਇਹ ਫਿਰ ਜਿਹੜੀ ਜਸਪਾਲ, ਮੈਂ ਉਸ ਟ੍ਰੇਨਿੰਗ ਬਾਰੇ ਕੁਝ ਸੁਣਨਾ ਚਾਹੁੰਦਾ ਵਾਂ, ਜਿਹੜੇ ਤੁਸੀਂ 2 ਸਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਥੀਏਟਰ ਡਿਪਾਰਟਮੈਂਟ ਦੇ ਵਿੱਚ ਇੰਡੀਅਨ ਥੀਏਟਰ ਦੇ ਵਿੱਚ ਟ੍ਰੇਨਿੰਗ ਲਈ, ਉਦੋਂ ਤੁਹਾਡੇ ਯਾਨੀ ਕਿਸ ਤਰ੍ਹਾਂ ਫਿਰ, ਕਿਉਂਕਿ ਤੁਸੀਂ ਹਾਲੇ ਕਾਲਜ ਵਿੱਚ ਨਾਟਕ ਕਰਕੇ ਹੀ ਆਏ ਸੀ ਤੇ ਉੱਥੇ ਬੜੀ ਇੱਕ ਪ੍ਰੋਫੈਸ਼ਨਲ ਟ੍ਰੇਨਿੰਗ ਸੀ ਸਾਰੀ, ਉਹਦੇ ਵਿੱਚੋਂ ਫਿਰ ਕਿਸ ਤਰ੍ਹਾਂ ਗੁਜ਼ਰੇ, ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋਇਆ ਸਾਰਾ? ਉਹ ਬਹੁਤ ਜ਼ਿਆਦਾ ਕੰਪੀਟੀਟਿਵ ਸੀ ਕਿਉਂਕਿ ਮੇਰੇ ਸਾਰੇ ਕਲਾਸਮੇਟਸ ਜਿਹੜੇ ਸੀਗੇ, ਜਿਨ੍ਹਾਂ ਚੋਂ ਇੱਕ ਮਾਹੀ ਗਿੱਲ ਵੀ ਹੈ ਜਿਹੜੀ ਐਕਟਰੈਸ ਹੈ, ਰਿੰਪੀ, ਇਹਦਾ ਨਾਮ ਰਿੰਪੀ ਹੈ, ਸ਼ੀ ਇਜ਼ ਮਾਈ ਕਲਾਸਮੇਟ, ਬੜੀ ਟੈਲੈਂਟਡ ਸੀ। ਜਿਹੜੇ ਮੇਰੇ ਸਾਰੇ ਕਲਾਸਮੇਟ ਸੀਗੇ ਉਹਨਾਂ ਦੀ ਜ਼ੁਬਾਨ ਇੰਨੀ ਅੱਛੀ ਸੀ ਕਿ ਮੈਨੂੰ ਪਹਿਲੀ ਵਾਰ ਅਹਿਸਾਸ ਹੋਇਆ ਇੰਡੀਅਨ ਥੀਏਟਰ 'ਚ ਜਾ ਕੇ ਕਿ ਜ਼ੁਬਾਨ ਜਿਹੜੀ ਹੈ, ਭਾਸ਼ਾ ਜਿਹੜੀ ਹੈ, ਉਹ ਕਿੰਨੀ ਇੰਪੋਰਟੈਂਟ ਹੈ। ਉਸ ਤੋਂ ਪਹਿਲਾਂ ਕਦੇ ਨਾ ਹਿੰਦੀ ਬੋਲੀ ਸੀ, ਐਵੇਂ ਤੁਹਾਨੂੰ ਕਹਾਂ, ਤੇ ਤੁਹਾਨੂੰ ਪਤਾ ਹੀ ਆਪਣੇ ਪਿੰਡਾਂ ਦੇ ਵਿੱਚ ਆਪਾਂ ਬੋਲਦੇ ਨਹੀਂ ਹੈਗੇ। ਲੇਕਿਨ ਮੈਂ MA ਪੋਲੀਟੀਕਲ ਸਾਇੰਸ ਕਰਕੇ ਗਈ ਸੀ ਤਾਂ ਮੈਂ ਬ੍ਰੇਨ ਤੋਂ ਬਹੁਤ ਸ਼ਾਰਪ ਸੀ, ਤੇ ਉਦੋਂ ਤੱਕ ਮੈਨੂੰ ਪੋਲਿਟਿਕਸ ਦੀ ਇੰਨਾ ਜੀਵਨ 'ਚ ਸਟਰਗਲ ਸੀ। ਸੋ ਮੈਨੂੰ ਉਹ ਉਸ ਤਰੀਕੇ ਨਾਲ ਕੋਈ ਪ੍ਰੋਬਲਮ ਨਹੀਂ, ਇਸ ਗੱਲ 'ਚ ਮੈਂ ਉਹਨਾਂ ਸਾਰਿਆਂ ਤੋਂ ਬਹੁਤ ਅੱਗੇ ਸੀ, ਅੰਡਰਸਟੈਂਡਿੰਗ ਆਫ ਲਾਈਫ 'ਚ ਐਂਡ ਅੰਡਰਸਟੈਂਡਿੰਗ ਆਫ ਦਾ ਸੋਸਾਇਟੀ 'ਚ। ਲੇਕਿਨ ਐਵੇਂ ਕਹਾਂ ਡਿਕਸ਼ਨ 'ਚ ਮੇਰੀ ਹਿੰਦੀ ਤੇ ਸਾਰੇ ਹੱਸਦੇ ਸੀ, ਤੇ ਫਿਰ ਮੈਂ ਸਾਰਿਆਂ ਨੂੰ ਕਿਹਾ ਵੀ ਤੁਸੀਂ ਮੈਨੂੰ ਟੋਕਿਆ ਕਰੋ ਜਦੋਂ ਤੁਸੀਂ, ਮੈਂ ਕੋਈ ਵੀ ਗੱਲ, ਮੈਂ ਨੂੰ ਮੈਂ ਛ ਨਹੀਂ ਸੀ ਬੋਲ ਸਕਦੀ, ਛ ਨਹੀਂ ਸੀ ਬੋਲ ਸਕਦੀ, ਮੇਰਾ ਸਾਰੇ ਮਜ਼ਾਕ ਉਡਾਉਂਦੇ ਸੀ। ਤੇ ਮੈਂ ਸਾਰਿਆਂ ਨੂੰ ਕਿਹਾ, ਸਾਰੇ ਬਹੁਤ ਜ਼ਿਆਦਾ ਟੈਲੈਂਟਡ ਸੀਗੇ ਮੇਰੇ ਨਾਲੋਂ,
मेरा नंबर सब तो नीचे सी मैं थानू कहा थिएटर वाली लाइन च। लेकिन उत्थे जिहो जिहे भाजी सानू मैनू टीचर मिले, मैं अज प्रणाम करती हैं। वैसे तो मैनू हमेशा ही टीचर बहुत कमाल दे मिले ने, लेकिन इंडियन थिएटर च जिहड़े टीचर मिले उन्होंने मैनू मेरी जिंदगी बदल दी। प्रोफैसर मोहन महर्षि, प्रोफैसर महेंद्र जे किते सुनते हो, नीलमा सिंह चौधरी, किस तरह काम हुंदा है, किन्ने वो पंक्चुअल सीगे, किन्ने वो डेडिकेटेड सीगे। मैनू पहली बार एहसास होया टीचर इस तरह दे हुंदे ने। मतलब दिन रात सवेरे 7 वजे भाजी असीं चले जाते सी ते रात दे तकरीबन 2 बज जाते सीगे ते साडे नाल मोहन महर्षि साडे हैड सीगे ते 2 साल दा टाइम टेबल, 3 साल दा टाइम टेबल पहले दिन ही लग्या होया सी उत्ते। ते रामपाल जी बॉम्बे तो पढ़ाण आए, एनडीटीस बाकी अमेरिका तो पढ़ाण आए, स्टीवन पॉल लंडन तो पढ़ाण आए, दविंदर राजांको, सत्यव्रत राउत, मतलब बाकी वो सारियां पर्सनैलिटीज तो सीगियां ही। मतलब विजन भी खुलिया, ये भी मतलब एक दुनिया खुल गई मैं थानू कहा। लेकिन मैनू उत्थे जाके भी मैं थानू जदों पहला नाटक असीं कीता सी अपना अपना प्रहसन है जिहड़ा संस्कृत दा भगवत जुगम सत्यव्रत राउत। हाँ जी, ते छोटा जिहा रोल मैं उस कीता सी मधुकरिका दा करके, ते सारे ने दस्सिया कि तेरे एक्सप्रैशंस बहुत अच्छे ने। अशारका एक दिन कीता डॉक्टर अंजला महर्षि नाल, ते वो सारे मेरे आले दुआले इकट्ठे हो गए कि यू आर अ वंडरफुल एक्ट्रेस, तेनू उत्थे दिल्ली जाना चाहिए, एनएससी तेनू बॉम्बे जाना चाहिए। पर मैंने कुछ नहीं सी पता, फिर भी कुछ नहीं सी पता एवं कहा। ते सारे जने बहुत खुश हुए। हिंदी मैडम कहते सी पंजाबी च रोल कर लै, मैं कहा नहीं मैम हिंदी कोशिश करूंगी परफॉर्म करने दी। सो अशारका एक दिन फिर मदर की परफॉर्मेंस हुई, मदर च मेन रोल किया ते टीचर्स ने बहुत बहुत सराया। ते फिर नैट की तैयारी शुरू हो गई। मेरे उत्थे रहिंदियां जे आया कि शायद मैं इस प्रोफैशन च प्रोफैसर बन सकती, शायद शायद पीएचडी कर सकती हैं। मैं मोहन सर को गई, कोई 15-20 दिन की क्लासां जे लग्या सी कि मैं आई वांट टू डू पीएचडी एंड आई विल डू पीएचडी विद यू। सर हंसने लगे बहुत ऊंची ऊंची, तुम पीएचडी करोगे? मैं कहा हाँ सर पीएचडी करना चाहती हूँ और आपके साथ ही करना चाहती हूँ। ये बहुत सरप्राइज है सीगे भी ये कुड़ी आई है। मैंने मतलब ऐसा समझदी सी पिंड तो आई है कुड़ी, इनू शायद किसी चीज की नॉलेज नहीं, पर ब्रेन तो मेरा बहुत मैं ओपन सी। थिएटर दी ए तो Z उस डिपार्टमेंट तो सीखिया, उन्होंने गुरुआं तो सीखिया, एनएसडी के जिहड़े गुरु आए उन्होंने तो सीखिया। थिएटर उस तो पहला बिल्कुल नहीं सी पता, पर बहुत कुछ उस डिपार्टमेंट तो सीखिया। हमेशा लई वो डिपार्टमेंट चढ़दी कला च रही। ਜਸਪਾਲ ਤੁਸੀਂ ਜਦੋਂ ਫਿਰ ਥੀਏਟਰ ਡਿਪਾਰਟਮੈਂਟ ਦੇ ਵਿੱਚੋਂ 2 ਸਾਲ ਪਾਸ ਕਰ ਲਿਆ, ਫਿਰ ਉਦੋਂ ਇੱਕਦਮ ਲੱਗਾ ਨਹੀਂ ਵੀ ਹੁਣ ਮੈਂ ਕਿਹੜੀ ਜੌਬ ਕਰਾਂ ਜਾਂ ਕਿੱਥੇ ਕੰਮ ਕਰਾਂ, ਵੀ ਮੈਂ ਤਾਂ ਸੁਪਨਾ ਸੀ ਕੋਈ ਨੌਕਰੀ ਕਰਾਂ, ਕਮਾਈ ਕਰਾਂ ਤੇ ਇਦਾਂ ਦਾ ਘਰ ਦੇ ਹਾਲਾਤ ਸੁਧਾਰਨੇ ਆ ਜਾਂ ਕੁਝ ਏਦਾਂ। ਤੇ ਥੀਏਟਰ ਦੀ ਤੁਸੀਂ 2 ਸਾਲ ਕਰਕੇ ਫਿਰ ਕਿੱਦਾਂ ਲੱਗਾ, ਫਿਰ ਬਾਹਰ ਨਿਕਲ ਕੇ ਕੀ ਕੀਤਾ ਫਿਰ? मेरे फादर ਨੂੰ नहीं सी पता मैं थिएटर दी एमए करदी है, उन्होंने एक सही पढ़ाई करदी है, मतलब अच्छी पढ़ाई करदी, उन्होंने थिएटर दा नहीं सीगा पता। ते अपना उन्होंने मैंने कहा सी कि मैं तेन सिर्फ 900 रुपया दे सकदा बच्चे, ते जे तू 900 रुपए ना पंजाब यूनिवर्सिटी च पढ़ सकदी है तां पढ़ ले बेटे, मैं इस तो ज्यादा। और मेरे फादर उस तो ज्यादा पैसे भी नहीं दे सकते, फैमिली बहुत बड़ी सी। ते मैं कहा पापा कोई गल नहीं, बई मेरियां फ्रेंड्स ने काफी मदद की हर तरह दे नाल, हर तरह दे नाल। ते उत्थे फिर किताबां तो तुहानू पता लाइब्रेरी तो ही आपां ले लैने हुंदे हैगे आ। ते फिर भाजी मेरा नैट, मैं मोहन सर को गई फर्स्ट ईयर च, सर मैं नैट क्लीयर करना, उन्होंने मैनू गाइड करना शुरू करता। वो मेरे वाल देखते भी हुंदे सी बड़ी हैरानी दे नाल, ते मजाक भी करते हुंदे सी सीनियर्स, अच्छा तुम नैट क्लीयर करोगी प्रोफेसर बनोगी। मैं बोलती नहीं सी हुंदी, ऐवें तुहानू कहा मेरी शुरू तो आदत है काम करी जाओ, एडजस्ट कोई रिस्पॉन्स ना दिओ फालतू बता। ते ओ मैं फर्स्ट ईयर च शुरू करता ते सैकेंड ईयर दे नाल पहली अटैम्प्ट विच ही मेरा नैट क्लीयर हो गया सी। ते नैट क्लीयर हो गया सी ते फिर कुमार सर ने और मोहन सर ने मैंने कहा भी तैनू इत्थे ही काम करना चाहिए ते तू अच्छी एक टीचर बन सकती है। पता नहीं किस तरह देख के क्या सारे कहते सी बॉम्बे जा, एनएसडी जा, पर मेरी हिम्मत नहीं पई क्योंकि मैनू छेती छेती नौकरी वाल जाना सी ते घर दे हालात बहुत खराब सीगे। मेरे भाई तिन्ने छोटे सी ते मैं फिर चंडीगढ़ च फ्रीलैंसिंग करनी शुरू कर दी। ते फिर जो पीएचडी की गल आई, पीएचडी लिए मैंने वैसटर्न का टॉपिक दिता सर ने, पर उदों तक मैं गुरशरण भाजी नूं देख चुकी सी। ते गुरशरण भाजी नूं देखण तो बाद मैनूं ऐ लग्या कि मैं पिंड दी कुड़ी हां
ਤੇ ਇਹ ਨਾਟਕ ਜਿਹੜਾ ਮੇਰਾ ਐਥੀਕਲ ਮੇਰੀ ਡਿਊਟੀ ਬਣਦੀ ਹੈ ਕਿ ਮੈਂ ਇਹਦੇ ਤੇ ਕੰਮ ਕਰਾਂ, ਸ਼ਾਇਦ ਮੈਂ ਅੱਛਾ ਕਰ ਸਕਦੀ ਹਾਂ ਕਿਉਂਕਿ ਮੈਂ ਪਿੰਡ ਤੋਂ ਆ, ਮੈਨੂੰ ਸਮਝ ਹੈ ਕਿ ਇਹ ਕੀ ਕਰ ਰਹੇ ਨੇ ਇਹ ਨਾਟਕ। ਤੇ ਮੈਂ ਮੋਹਨ ਸਰ ਨਾਲ ਗੱਲ ਕੀਤੀ ਤੇ ਮੋਹਨ ਸਰ ਕਹਿੰਦੇ ਵੀ ਕੋਈ ਪ੍ਰੋਬਲਮ ਨਹੀਂ, ਪਰ ਤੈਨੂੰ ਥੈਲਾ ਚੱਕ ਕੇ ਇਹਨਾਂ ਦੇ ਨਾਲ ਘੁੰਮਣਾ ਪੈਣਾ ਹੈ, ਤੂੰ ਐਵੇਂ ਮਤਲਬ ਲਾਇਬ੍ਰੇਰੀ ਬੈਠ ਕੇ ਨਹੀਂ ਲਿਖ ਸਕਦੀ ਥੀਸਿਸ। ਤੇ ਮੈਂ ਕਹਿੰਦੇ ਤੂੰ ਉਹਨਾਂ ਨੂੰ ਮਿਲ ਕੇ ਆ। ਤੇ ਫਿਰ ਮੈਂ ਭਾਜੀ ਨੂੰ ਮਿਲਣ ਗਈ ਤੇ ਮੈਨੂੰ ਪਤਾ ਨਹੀਂ ਸੀ ਵੈਸੇ ਭਾਜੀ ਪੈਸੇ ਦਿੰਦੇ ਹੈਗੇ ਆ, ਤੇ ਮੈਂ ਭਾਜੀ ਨੂੰ ਮਿਲਣ ਗਈ। ਭਾਜੀ ਨੂੰ ਪਹਿਲਾਂ ਤਾਂ ਥੋੜਾ ਚੰਗਾ ਜਿਹਾ ਨਹੀਂ ਲੱਗਿਆ ਵੀ ਇਹ PhD ਕਰਨਾ ਹੈ ਤੇ ਇਸ ਤਰ੍ਹਾਂ। ਭਾਜੀ ਮੈਨੂੰ ਕਹਿੰਦੇ ਐਵੇਂ ਇੱਥੇ PhD, ਮੈਂ ਤਾਂ ਆਪਣਾ ਕੰਮ ਕਰਦਾ ਹੈ ਤੇ PhD ਦਾ ਕੋਈ ਕਿਆ ਲੈਣਾ ਦੇਣਾ, ਤੂੰ ਆਪਣਾ ਕੰਮ ਕਰ। ਮਤਲਬ ਹੌਲੀ ਤਰ੍ਹਾਂ ਮੈਨੂੰ ਪੇਸ਼ ਆਏ, ਮੈਨੂੰ ਸਮਝ ਜੇ ਵੀ ਨਹੀਂ ਲੱਗੀ ਭਾਜੀ ਉਸ ਤਰ੍ਹਾਂ ਬੋਲੇ। ਮੈਂ ਕਿਹਾ ਨਹੀਂ ਵੀ ਮੈਂ ਸੀਰੀਅਸਲੀ ਤੁਹਾਡੇ ਤੇ ਕੰਮ ਕਰਨਾ ਚਾਹਨੀ, ਮੈਨੂੰ ਮੋਹਨ ਜੀ ਨੇ ਭੇਜਿਆ ਹੈਗਾ ਤੇ ਡਿਪਾਰਟਮੈਂਟ 'ਚ ਕਦੇ ਵੀ ਕੰਮ ਨਹੀਂ ਹੋਇਆ ਪੰਜਾਬੀ ਦੇ ਵਿੱਚ, ਤੇ ਮੈਂ ਤੂੰ ਪੰਜਾਬੀ 'ਚ ਹੀ ਕੰਮ ਕਰਨਾ। ਤੇ ਕਹਿੰਦੇ ਠੀਕ ਹੈ ਫਿਰ ਤੂੰ ਆ ਜਾ ਮੇਰੇ ਨਾਲ ਕੰਮ ਕਰ ਲੈ। ਤੇ ਫਿਰ ਮੈਂ ਭਾਜੀ ਨੂੰ ਜੁਆਇਨ ਕਰ ਲਿਆ। 15-20 ਦਿਨ ਸਰ ਕਹਿੰਦੇ ਪਹਿਲਾਂ ਜਾ ਉਹਨਾਂ ਦੇ ਨਾਲ ਸੌਰੀ ਜਾ ਕੇ ਤੂੰ ਦੇਖ, ਪਹਿਲਾਂ ਮੈਨੂੰ ਰਿਪੋਰਟ ਆ ਕੇ ਦੇ, 2-3-4 ਪੇਜ ਲਿਖ ਕੇ ਦੇ। ਤੇ ਫਿਰ ਮੈਨੂੰ ਭਾਜੀ ਇਹ ਨਹੀਂ ਸੀ ਪਤਾ ਭਾਜੀ ਪੈਸੇ ਦਿੰਦੇ ਆ, ਤੇ ਭਾਜੀ 200 ਰੁਪਇਆ ਦਿੰਦੇ ਸੀ ਭਾਜੀ। ਤੇ ਮੇਰੀ ਪ੍ਰੋਬਲਮ ਸੋਲਵ ਹੋ ਗਈ, ਮੈਨੂੰ ਭਾਜੀ ਪੈਸੇ ਦੇਣ ਲੱਗ ਗਏ। ਫਿਰ ਮੈਂ ਘਰ ਤੋਂ ਪੈਸੇ ਲੈਣੇ ਬੰਦ ਕਰਤੇ। ਫਿਰ ਮੇਰਾ ਜਿਹੜਾ ਬ੍ਰਦਰ ਹੈ ਵੱਡਾ ਭਰਾ, ਉਹਨੂੰ ਮੈਂ ਸੱਦ ਲਿਆ ਚੰਡੀਗੜ੍ਹ। ਮੈਂ ਕਿਹਾ ਮੈਨੂੰ ਪੈਸੇ। ਜਸਪਾਲ ਮੈਂ ਇੱਥੇ ਰੋਕਦਾ ਤੈਨੂੰ, ਇਹ ਨਾ ਬੜੀ ਵਧੀਆ ਗੱਲ ਹੈ ਕਿ ਜਦੋਂ ਮੈਂ ਭਾਜੀ ਨਾਲ ਸ਼ੁਰੂਆਤ ਕੀਤੀ ਸੀ 1978 'ਚ, ਸਾਨੂੰ 20 ਰੁਪਏ ਮਿਲਦੇ ਸੀ। ਮੈਨੂੰ ਪਹਿਲੇ ਸ਼ੋਅ ਦੇ 20 ਮਿਲੇ, ਤੈਨੂੰ 200 ਮਿਲੇ, 1 ਜ਼ੀਰੋ ਹੋਰ ਲੱਗ ਗਈ ਤੇਰੇ ਨਾਲ, ਹੈ ਨਾ। ਮੇਰੇ ਤੋਂ 10 ਗੁਣਾ ਜ਼ਿਆਦਾ ਤੈਨੂੰ ਪੈਸੇ ਮਿਲੇ ਵੇਖ। ਬਸ ਬਹੁਤ ਵੱਡੀ ਅਚੀਵਮੈਂਟ ਸੀ ਉਹਨਾਂ ਨਾਲ ਜੀਣਾ। ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ, ਮੈਂ ਭਾਜੀ ਉਹਨੂੰ ਲਿਆਂਦਾ ਬਿੰਦੀ ਨੂੰ, ਆਪਣੇ ਬ੍ਰਦਰ ਨੂੰ ਨਾਲ, ਤੇ ਮੈਂ ਉਹਨੂੰ ਲਿਆ ਕੇ ਮੈਂ ਉਹਨੂੰ ਕਿਹਾ ਕਿ ਤੂੰ ਐਡਮਿਸ਼ਨ, ਮੇਰੇ ਨਾ ਵੱਡੇ ਬ੍ਰਦਰ ਤੇ ਫਾਦਰ 'ਚ ਥੋੜੀ ਬਹੁਤੀ ਬਣਦੀ ਨਹੀਂ ਸੀ, ਉਹਨਾਂ ਦਾ ਥੋੜਾ ਜਿਹਾ ਇਸ ਤਰ੍ਹਾਂ ਹੀ ਰਹਿੰਦਾ ਸੀ। ਮੇਰਾ ਵੱਡਾ ਭਰਾ ਮਾਮਾ ਜੀ ਕੋਲ ਰਹਿੰਦਾ ਸੀਗਾ ਤੇ ਉਹਨੇ ਪੜ੍ਹਾਈ ਰੋਕ ਲਈ ਸੀ। ਫਿਰ ਮੈਂ ਉਹਨੂੰ ਭਾਜੀ ਲੈ ਕੇ ਆਈ, ਮੈਂ ਉਹਨੂੰ ਕਿਹਾ ਤੇਰਾ ਸਾਰਾ ਖਰਚਾ ਮੈਂ ਕਰੂੰਗੀ ਕਿਉਂਕਿ ਮੈਨੂੰ ਭਾਜੀ ਤੋਂ ਪੈਸੇ ਮਿਲਦੇ ਨੇ ਤੇ ਪੈਸੇ ਕਾਫੀ ਮਿਲ ਜਾਂਦੇ ਸੀ, ਬਹੁਤ ਸਾਰੀਆਂ ਪੇਸ਼ਕਾਰੀਆਂ ਹੁੰਦੀਆਂ ਸੀ ਤੇ ਮੇਰਾ ਤਾਂ ਥੋੜਾ ਜਿਹਾ ਖਰਚਾ ਸੀ ਹੋਸਟਲ ਦਾ, ਕਿਉਂਕਿ ਸਾਰਾ ਦਿਨ ਤਾਂ ਭਾਜੀ ਦੇ ਨਾਲ ਰਹਿਣਾ, ਸਾਰਾ ਕੁਝ ਸ਼ਾਮ ਨੂੰ ਆਉਂਦੀ ਹੁੰਦੀ ਸੀ। ਫਿਰ ਮੈਂ ਭਾਜੀ ਦੇ ਕਮਾਏ ਪੈਸਿਆਂ ਚੋਂ ਹੀ ਆਪਣੇ ਭਰਾ ਨੂੰ ਪੜਾਇਆ ਭਾਜੀ, ਉਹਨਾਂ ਪੈਸਿਆਂ ਚੋਂ ਹੀ ਮੈਂ ਆਪਣਾ ਸਾਰਾ ਖਰਚਾ ਕਰਦੀ ਸੀ। ਤੇ ਫਿਰ ਮੈਂ ਮਤਲਬ ਆਪਣੇ ਪੈਰਾਂ ਤੇ ਖੜੀ ਹੋ ਗਈ ਸੀ ਤੇ ਮੈਨੂੰ ਫਿਰ ਉਸ ਤੋਂ ਬਾਅਦ ਪੈਸੇ ਦੀ ਕਦੇ ਵੀ ਤੋੜ ਹੀ ਨਹੀਂ ਆਈ ਭਾਜੀ। ਤੇ ਬਸ ਫਿਰ ਗੁਰਸ਼ਰਨ ਭਾਜੀ ਦੇ ਨਾਲ ਤਾਂ ਇੱਕ ਦੁਨੀਆ ਦਾ ਵਿਜ਼ਨ ਹੀ ਖੁੱਲ ਗਿਆ ਨਾ ਕਿ ਦੁਨੀਆ ਦੇ ਲਈ ਕਿਸ ਤਰ੍ਹਾਂ ਜੀਣਾ ਹੈ, ਕੀ ਕਰਨਾ ਹੈ। ਪਰ ਮੈਨੂੰ ਉਦੋਂ ਤੱਕ ਇਹ ਪਤਾ ਲੱਗ ਗਿਆ ਸੀ ਕਿ ਮੈਂ ਜੌਬ 'ਚ ਜਾਣਾ। ਇੱਕ ਮੈਂ ਤੁਹਾਡੇ ਨਾਲ ਛੋਟੀ ਜਿਹੀ ਗੱਲ ਆਪਣੀ ਹੈਲਥ ਬਾਰੇ ਸਾਂਝੀ ਕਰਨਾ ਚਾਹੂੰਗੀ ਕਿ ਇਸ ਤੋਂ ਮੈਨੂੰ ਆਰਥਰਾਈਟਿਸ ਦੀ ਬਹੁਤ ਭਿਆਨਕ ਡਿਜ਼ੀਜ਼ ਹੈ। ਆਰਥਰਾਈਟਿਸ ਜਿਹੜਾ ਕਿਸੇ ਨੂੰ ਮੈਨੂੰ ਦੇਖਣ ਤੱਕ ਪਤਾ ਨਹੀਂ ਲੱਗਦਾ ਕਿ ਮੈਂ ਆਰਥਰਾਈਟਿਸ ਤੋਂ ਪੀੜਤ ਹੈ, ਪਰ ਮੈਂ ਬਹੁਤ ਜ਼ਿਆਦਾ, ਮੈਨੂੰ ਸੀਰੀਅਸਲੀ ਇਹ ਡਿਜ਼ੀਜ਼ ਹੈ ਤੇ ਕਈ ਵਾਰ ਇੰਨਾ ਬੁਰਾ ਅਟੈਕ ਕਰ ਦਿੰਦੀ ਕਿ ਮੈਂ ਮਤਲਬ ਵਾਕ ਨਹੀਂ ਕਰ ਸਕਦੀ, ਆਪਣੇ ਕੱਪੜੇ ਤੱਕ ਮੈਂ ਚੇਂਜ ਨਹੀਂ ਕਰ ਸਕਦੀ ਵੀ ਤੁਹਾਨੂੰ ਕਹਾਂ। ਤੇ ਇੱਕ ਇਹ ਵੀ ਕਾਰਨ ਸੀ ਮੇਰੇ ਲਈ ਫ੍ਰੀਲੈਂਸਿੰਗ ਬਾਹਰ ਜਾ ਕੇ ਨਾ ਕਰਨ ਦਾ, ਨੌਕਰੀ ਲੈਣ ਦਾ। ਇੱਕ ਉਹ ਕਾਰਨ ਸੀ, ਘਰ 'ਚ ਗਰੀਬੀ ਬਹੁਤ ਸੀ, ਤੇ ਇੱਕ ਇਹ ਕਾਰਨ ਸੀ ਕਿ ਮੈਨੂੰ ਡਰ ਲੱਗਦਾ ਸੀ ਕਿ ਮੇਰੀ ਹੈਲਥ ਜਿਸ ਤਰ੍ਹਾਂ ਦੀ ਹੈ, ਬਹੁਤ ਸਵੀਅਰ ਮੇਰੀ ਹਾਲਤ, ਮਤਲਬ ਪਿਛਲੇ 7-8-10 ਸਾਲ ਤੋਂ ਤਾਂ ਮੈਂ ਕੰਪੈਰੇਟਿਵਲੀ ਠੀਕ ਹੈ, ਪਰ ਹਜੇ ਵੀ ਕਈ ਵਾਰ ਅਟੈਕ ਹੋ ਜਾਂਦਾ ਹੈ। ਇੱਕ ਇਹ ਵੀ ਕਾਰਨ ਸੀ ਜੌਬ ਵਿੱਚ ਜਾਣ ਦਾ ਕਿ ਮੈਨੂੰ ਆਪਣੇ ਪੈਰਾਂ ਤੇ ਜਲਦੀ ਤੋਂ ਜਲਦੀ ਖੜੇ ਹੋਣਾ ਹੈ। ਸੋ ਫਿਰ ਭਾਜੀ ਨਾਲ ਕੰਮ ਕਰਨਾ ਸ਼ੁਰੂ ਕਰਤਾ। ਵਿਦਨ ਦੈਟ ਮੈਨੂੰ 2003 'ਚ ਪਹਿਲਾਂ ਸੱਚ ਮੈਨੂੰ ਫੈਲੋਸ਼ਿਪ ਮਿਲ ਗਈ ਭਾਰਤ ਸਰਕਾਰ ਤੋਂ, ਫੈਲੋਸ਼ਿਪ ਮਿਲ ਗਈ ਤੇ 12,000 ਸ਼ਾਇਦ ਇੱਕ ਮਹੀਨੇ ਦੀ ਸੀ। ਤੇ ਉਹ ਪਹਿਲਾ ਚੈੱਕ ਸੀ ਜਿਹੜਾ ਬਹੁਤ ਵੱਡਾ ਚੈੱਕ ਸੀ, 76,000 ਦਾ ਸੀ ਸ਼ਾਇਦ, ਮੇਰੇ ਘਰ 'ਚ ਆਇਆ ਸੀ। ਮੈਂ ਆਪਣੇ ਫਾਦਰ ਨੂੰ ਦਿੱਤਾ ਸੀ ਤੇ ਮੇਰੇ ਫਾਦਰ ਰੋਣ ਲੱਗੇ ਸੀ। ਬਿਲਕੁਲ ਬਿਲਕੁਲ ਬਿਲਕੁਲ। ਹੈ ਤੇ ਨਹੀਂ, ਇਹ ਬੜੇ ਉਹਦਾ ਯਾਦਗਾਰੀ ਪਲ ਵੀ ਨੇ, ਸੋਹਣੇ ਪਲ ਵੀ ਨੇ, ਇਮੋਸ਼ਨਲ ਪਲ ਵੀ ਨੇ ਇਹ ਸਾਰੇ, ਜਦੋਂ ਤੁਸੀਂ ਛੋਟੇ ਛੋਟੇ ਸੁਪਨੇ ਜਿਹੜੇ ਆ ਤੁਹਾਡੇ ਪੂਰੇ ਹੁੰਦੇ ਨੇ ਔਰ ਸੁਪਨਿਆਂ ਤੋਂ ਅੱਗੇ ਵੀ ਤੁਸੀਂ ਤੁਰਦੇ ਹੋ ਜਦੋਂ। ਸੋ ਇਹ ਬਹੁਤ ਬੜੀ ਖੂਬਸੂਰਤ ਜਰਨੀ ਹੈ ਜਸਪਾਲ। ਔਰ ਮੈਂ ਸਮਝਦਾ ਕਿ ਇਹੋ ਜਿਹੀਆਂ ਗੱਲਾਂ ਜਿਹੜੀਆਂ ਕਈ ਲੋਕ ਹੁੰਦੇ ਉਹ ਕਹਿੰਦੇ ਕਿ ਅਸੀਂ ਨਾ ਸ਼ੇਅਰ ਕਰੀਏ ਜੀ ਆਪਣੀ ਇਸ, ਪਰ ਮੈਨੂੰ ਲੱਗਦਾ ਹੁੰਦਾ ਵੀ ਇਹ ਜ਼ਰੂਰ ਸ਼ੇਅਰ ਕਰਨੀ ਚਾਹੀਦੀ ਹੈ ਜਰਨੀ, ਕਿਉਂਕਿ ਇਹ ਤੋਂ ਬੜਿਆਂ ਨੂੰ ਇਨਸਪੀਰੇਸ਼ਨ ਮਿਲੇਗੀ।
ਤੁਹਾਡੀ ਇਹਨਾਂ ਗੱਲਾਂ ਤੋਂ ਬਹੁਤ ਲੋਕਾਂ ਨੂੰ ਇੰਸਪੀਰੇਸ਼ਨ ਮਿਲੇਗੀ ਕਿ ਹਾਂ ਇਹ ਕੰਮ ਕੀਤੇ ਜਾ ਸਕਦੇ ਆ। ਕਿ ਉਹ ਦੁਸ਼ਯੰਤ ਕਹਿੰਦਾ ਨਾ ਕਿ कौन कहता है कि आसमां में सुराख हो नहीं सकता, एक पत्थर तो तबीयत से उछालो यारो, है ना। ते तुसी लगे रहो ते किते भी सुराख कर सकते हो, उथे रब दे घर च भी कह लो दखल अंदाजी हो सकती है, तुसी करन वाले होवो सही। सो जसपाल ने कीता, ये बहुत वधिया गल्लां है, बहुत वधिया। फिर जसपाल तुसी PhD किहड़े साल दे विच हो गई तुहाडी? भाजी नाल रहिंदे जदों काम कर रहे सी मुन ऋषि मां ऋषि होरां दे अंडर तुसी कीती PhD? ਭਾਜੀ ਦੇ ਨਾਲ ਡੇਲੀ ਜਾਣਾ ਸ਼ੁਰੂ ਕੀਤਾ ਤੇ ਮੈਨੂੰ ਸਮਝ ਆਈ ਕਿ ਆਰਟ ਦਾ ਕੀ ਮਤਲਬ ਹੈ। ਸੱਚ ਪੁੱਛੋ ਤਾਂ ਇੰਡੀਅਨ ਥੀਏਟਰ 'ਚ ਕੰਮ ਕਰਨਾ ਅਲੱਗ ਸੀ ਤੇ ਜਦੋਂ ਭਾਜੀ ਨਾਲ ਗਈ ਤੇ ਭਾਜੀ ਨਾਲ ਤਾਂ ਮਤਲਬ ਜਦੋਂ ਮੈਂ ਗਈ ਭਾਜੀ ਨਾਲ ਬੜੇ ਅਨੋਖੇ ਐਕਸਪੀਰੀਅੰਸ ਹੋਏ ਜਿਹੜੇ ਇੱਥੇ ਡਿਟੇਲ 'ਚ ਨਹੀਂ ਸ਼ੇਅਰ ਕੀਤੇ ਜਾ ਸਕਦੇ। ਤੇ ਮੋਹਨ ਜੀ ਮੈਨੂੰ ਕਹਿੰਦੇ ਹੁੰਦੇ ਸੀ ਕਿ ਤੂੰ ਨਾ ਗਲਤੀ ਕਰਨੀ ਹੈ, ਗਲਤੀ ਕਰਨ ਤੋਂ ਬਾਅਦ ਇਹਨਾਂ ਦਾ ਰਿਐਕਸ਼ਨ ਦੇਖਣਾ, ਵੱਧ ਤੋਂ ਵੱਧ ਅਸੀਂ ਇਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰਨੀ ਹੈ ਕਿ ਇਹ ਡਾਇਰੈਕਟਰ ਕਿਸ ਤਰ੍ਹਾਂ ਕੰਮ ਕਰਦੇ ਨੇ, ਕਿਸ ਤਰ੍ਹਾਂ ਲਿਖਦੇ ਨੇ, ਕਿਸ ਤਰ੍ਹਾਂ ਦੀ ਇਹਨਾਂ ਦੀ ਪਰਸਨੈਲਿਟੀ ਹੈ। ਸੋ ਕਰਕੇ ਲੇਕਿਨ ਜਦੋਂ ਮੈਨੂੰ ਫਿਰ ਫੈਲੋਸ਼ਿਪ ਮਿਲ ਗਈ ਤਾਂ ਉਹ ਪ੍ਰੋਜੈਕਟ ਵੀ ਮੈਂ ਪੂਰਾ ਕਰਕੇ ਦੇਣਾ ਸੀ ਗਵਰਨਮੈਂਟ ਆਫ ਇੰਡੀਆ ਨੂੰ। ਉਹ 2005 ਚ ਕੰਟੈਂਪਰੇਰੀ ਥੀਏਟਰ ਤੇ ਮੈਂ ਪ੍ਰੋਜੈਕਟ ਪੂਰਾ ਕਰਕੇ ਦਿੱਤਾ। PhD ਵੈਸੇ ਮੇਰੀ 2003 ਚ ਮੈਂ ਜੌਬ ਚ ਆ ਗਈ ਸੀ ਤੇ 2008 ਚ ਮੈਂ ਅੱਗੇ ਜਾ ਕੇ ਜੀ PhD ਕੰਪਲੀਟ ਹੋਈ ਕਿਉਂਕਿ ਵਿੱਚ ਪ੍ਰੋਜੈਕਟ ਦੇ ਵੀ 2 ਸਾਲ ਉਹ ਪ੍ਰੋਜੈਕਟ ਲਿਖਣਾ ਹੁੰਦਾ ਸੀ, ਦੇਣਾ ਹੁੰਦਾ ਸੀ ਕਰਕੇ। ਲੇਕਿਨ ਮੈਂ ਪੂਰੀ ਤਰ੍ਹਾਂ ਮਤਲਬ ਆਪਣੇ ਭਾਜੀ ਦੇ ਨਾਲ ਜਦੋਂ ਕੰਮ ਕੀਤਾ ਫਿਰ ਮੇਰੀ ਘਰਦਿਆਂ ਤੋਂ ਇੱਕਦਮ ਬਰਡਨ ਹਟ ਗਿਆ ਸੀ। ਰਾਦਰ ਮੈਂ ਥੋੜਾ ਬਹੁਤ ਜਿੰਨਾ ਕੁ ਮੇਰੇ ਤੇ ਆਪਣੇ ਬ੍ਰਦਰ ਨੂੰ ਪੜ੍ਹਾਇਆ ਤੇ ਕਰਕੇ। ਤੇ ਮੇਰੇ ਮਦਰ, ਮੈਂ ਆਪਣੀ ਇੱਕ ਗੱਲ ਹੋਰ ਸਾਂਝੀ ਕਰਨਾ ਚਾਹੂੰਗੀ ਕਿ ਜਿਹੜੀ ਸ਼ਾਇਦ ਬਹੁਤ ਅਜੀਬ ਲੱਗੇਗੀ। ਮੇਰੇ ਮਦਰ ਮੈਨੂੰ ਕਹਿੰਦੇ ਹੁੰਦੇ ਸੀ ਕਿ ਮੈਂ ਤੈਨੂੰ ਆਜ਼ਾਦ ਪੰਛੀ ਦੀ ਤਰ੍ਹਾਂ ਦੇਖਣਾ ਚਾਹਨੀ ਹੈ, ਇਹ ਵਿਆਹਾਂ ਵਿਊ ਔਰਤਾਂ ਲਈ ਕੁਛ ਨਹੀਂ ਹੁੰਦਾ। ਮਤਲਬ ਮੇਰੀ ਮਾਂ 5 ਪੜ੍ਹੀ ਸੀ ਪਰ ਮੈਨੂੰ ਅੱਜ ਲੱਗਦਾ ਕਿ ਉਹ ਤਾਂ ਬਹੁਤ ਹੀ ਜ਼ਿਆਦਾ ਪਤਾ ਹੀ ਨਹੀਂ ਕਿੰਨਾ ਉਹਨੇ ਦੇਖਿਆ ਹੋਇਆ ਸੀ। ਤੇ ਮੈਨੂੰ ਕਹਿੰਦੀ ਹੁੰਦੀ ਸੀ ਤੂੰ ਨਾ ਆਜ਼ਾਦ ਪੰਛੀ ਦੀ ਤਰ੍ਹਾਂ ਰਹਿਣਾ ਹੈਗਾ ਹੈ। ਤੇ ਭਾਜੀ ਮੈਨੂੰ ਏਦਾਂ ਲੱਗਦਾ ਸੀ ਕਿ ਮੈਨੂੰ ਪੜ੍ਹਨਾ ਹੈ, ਮੈਨੂੰ ਸੰਗੀਤ ਸੁਣਨਾ ਹੈ, ਮੈਨੂੰ ਕੋਈ ਸਵਾਲ ਪੁੱਛੇ ਨਾ, ਮੈਂ ਕਿਸੇ ਨੂੰ ਕੁਝ ਪੁੱਛਾਂ ਨਾ। ਇਹ ਮੇਰੀ ਦੁਆ ਸੀਗੀ ਪ੍ਰਮਾਤਮਾ ਅੱਗੇ, ਬਈ ਮੈਨੂੰ ਏਦਾਂ ਦੀ ਜ਼ਿੰਦਗੀ ਦੇਈ ਤੂੰ ਪ੍ਰਮਾਤਮਾ। ਮੈਂ ਰਾਤਾਂ ਨੂੰ ਵੀ ਤੁਰਾਂ ਫਿਰਾਂ। ਭਾਜੀ ਨਾਲ PhD ਕੀਤੀ ਪੰਜਾਬ ਯੂਨੀਵਰਸਿਟੀ ਦੇ ਵਿੱਚ। ਮੈਂ ਫਸਟ ਰਿਸਰਚ ਸਕਾਲਰ ਸੀ ਜਿਹਨੂੰ ਰਾਤ ਦੀ ਹੋਸਟਲ ਤੋਂ ਜਾਣ ਦੀ ਇਜਾਜ਼ਤ ਮਿਲੀ ਸੀਗੀ। ਤੇ ਮੋਹਨ ਮਾਰਜ ਜੀ ਨੇ ਲਿਖ ਦਿੱਤਾ ਕਿ ਇਹ ਲੜਕੀ ਰਾਤ ਨੂੰ ਜਾਇਆ ਕਰੀ। ਭਾਜੀ ਮੈਨੂੰ ਰਾਤ ਨੂੰ ਲੈ ਕੇ ਜਾਂਦੇ ਹੁੰਦੇ ਸੀ। ਤੇ ਯੂਨੀਵਰਸਿਟੀ ਚ ਲੜਾਈ ਵੀ ਹੋ ਗਈ ਕਿ ਜਸਪਾਲ ਦਿਓਲ ਬਾਹਰ ਜਾ ਸਕਦੀ, ਅਸੀਂ ਕਿਉਂ ਨਹੀਂ ਜਾ ਸਕਦੇ। ਤੇ ਫਿਰ ਮਤਲਬ ਚਿੱਠੀ ਲਿਖੀ ਵਾਈਸ ਚਾਂਸਲਰ ਨੂੰ ਕਿ ਉਹ ਤਾਂ ਆਪਣਾ ਕੰਮ ਕਰਨ ਜਾਂਦੇ ਨੇ, ਗੁਰਸ਼ਰਨ ਸਿੰਘ ਉਹਨਾਂ ਨੂੰ ਲੈ ਕੇ ਜਾਂਦੇ ਨੇ, ਰਾਤ ਨੂੰ ਛੱਡ ਕੇ ਜਾਂਦੇ ਨੇ। ਸੋ ਪਤਾ ਨਹੀਂ ਉਹ ਡ੍ਰੀਮ ਸੀਗਾ ਵੀ ਮੈਂ ਰਾਤ ਨੂੰ ਘੁੰਮਾ ਫਿਰਾਂ, ਮਤਲਬ ਅਜੀਬ ਕਿਸਮ ਦਾ। ਪਰ ਜਿੱਦਾਂ ਦੀ ਲਾਈਫ ਦਾ ਡ੍ਰੀਮ ਲਿਆ ਸੀ ਉਹ ਪਤਾ ਨਹੀਂ ਕਿੱਦਾਂ ਪੂਰਾ ਹੋ ਹੀ ਗਿਆ। ਤੇ ਫਿਰ ਜੌਬ ਚ ਆ ਗਈ, ਹੌਸਟਲ ਚੋਂ ਆਪਣਾ ਸਮਾਨ ਚੱਕ ਕੇ ਸਿੱਧੀ ਜੌਬ ਚ ਆ ਗਈ। ਵਿਦਿਨ ਦੈਟ ਮੈਂ ਚੰਡੀਗੜ੍ਹ ਦੇ ਵਿੱਚ ਕਾਫੀ ਕੰਮ ਕੀਤਾ, MA ਦੇ ਦੌਰਾਨ ਵੀ ਕੰਮ ਕੀਤਾ, ਰਿਹਰਸਲ ਦੇ ਪੈਸੇ ਵੀ ਮਿਲਦੇ ਸੀਗੇ। ਤੇ ਮੈਂ ਤਾਂ ਇੱਕ ਸਰੰਗੀ ਕੀਤਾ ਡਾਕਟਰ ਆਤਮਜੀਤ ਨਾਲ, ਧਮਕਨ ਗਾਰੇ ਦੀ ਸੁਦੇਵ ਜੀ ਨਾਲ ਕੀਤਾ ਤੇ ਨੀਲਮ ਸਿੰਘ ਜੀ ਨਾਲ ਕੰਮ ਕੀਤਾ, ਉਹਨਾਂ ਦੇ ਗਰੁੱਪ ਨਾਲ ਵੀ ਥੋੜੀ ਦੇਰ ਕੰਮ ਕੀਤਾ। ਮੈਨੂੰ ਜਿੱਥੇ ਵੀ ਕੰਮ ਮਿਲਦਾ ਸੀ ਭਾਜੀ ਨਾਲ ਕੰਮ ਕਰਦਿਆਂ ਵੀ ਮੈਨੂੰ ਜਿੱਥੇ ਵੀ ਕੰਮ ਮਿਲਦਾ ਸੀ ਮੈਂ ਉੱਥੇ ਕੰਮ ਕਰਦੀ ਸੀਗੀ ਤੇ ਤਾਂ ਕਿ ਵੱਧ ਤੋਂ ਵੱਧ ਲਿਆ ਜਾ ਸਕੇ। ਲੇਕਿਨ ਟਾਰਗੇਟ ਫਿਕਸ ਹੋ ਗਿਆ ਸੀ ਕਿ ਮੈਨੂੰ ਟੀਚਿੰਗ ਲਾਈਨ 'ਚ ਜਾਣਾ ਹੈ ਔਰ ਮੈਨੂੰ ਜੌਬ ਕਰਨੀ ਹੈ ਜਲਦੀ ਤੋਂ ਜਲਦੀ। ਜੌਬ ਵੀ ਮਿਲੀ। ਤੁਸੀਂ ਫਿਰ 2003 ਚ ਟੀਚਿੰਗ ਵਿੱਚ ਆ ਗਏ ਇੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ? ਹਾਂਜੀ 2003। ਜਿਹੜੀ ਤੁਹਾਡੀ ਪਹਿਲੀ ਜੌਬ ਹੀ ਫਿਰ ਸਿੱਧੀ ਇੱਥੇ ਲੱਗ ਗਈ? ਹਾਂ, ਮੈਨੂੰ ਨਾ ਚੀਮਾ ਜੀ ਨੇ ਬੁਲਾਇਆ ਇੱਕ ਦਿਨ। ਜਿਹੜੇ ਚੀਮਾ ਜੀ ਸਟੂਡੀਓ ਵਾਲੇ ਨਾ ਚੰਡੀਗੜ੍ਹ, ਕਹਿੰਦੇ ਵੀ ਤੇਰਾ ਨੈਟ ਕਲੀਅਰ ਹੈ, ਅਸੀਂ ਨਾ ਇੱਕ ਕੋਰਸ ਖੋਲਿਆ, ਅਸੀਂ ਤੈਨੂੰ 1000 ਰੁਪਇਆ ਇੱਕ ਪੀਰੀਅਡ ਦਾ ਜਾਂ ਘੰਟੇ ਦਾ ਜਾਂ ਕਿੱਦਾਂ ਵੀ ਦਿਆ ਕਰਾਂਗੇ ਤੇ ਤੁਸੀਂ ਜਸਪਾਲ ਤੂੰ ਇੱਥੇ ਆ ਜਾ। ਤੇ ਮੈਂ ਕਿਹਾ ਨਹੀਂ ਚੀਮਾ ਸਰ, ਮੈਂ ਨਾ ਪਹਿਲੀ ਕਲਾਸ ਯੂਨੀਵਰਸਿਟੀ 'ਚ ਲੈਣੀ ਹੈ। ਮਤਲਬ ਪਾਗਲਪਨ ਸੀ, ਮੇਰੀ ਹੈਸੀਅਤ ਨਹੀਂ ਸੀ। ਕੁਦਰਤ ਮੇਰੇ ਮੂੰਹੋਂ ਕਿਆ ਕਰਾ ਰਹੀ ਸੀ। ਇੱਕ ਬਹੁਤ ਵੱਡਾ ਨਾਟਕਕਾਰ ਮੈਨੂੰ ਕਹਿੰਦਾ ਬਈ ਯੂਨੀਵਰਸਿਟੀਆਂ ਜਾਣ ਦੇ ਤਾਂ ਬਹੁਤ ਲੋਕ ਸੁਪਨੇ ਲੈਂਦੇ ਆ, ਐਵੇਂ ਹੀ ਕਹਿੰਦਾ ਯੂਨੀਵਰਸਿਟੀਆਂ 'ਚ ਨਹੀਂ ਜਾ ਸਕਦੇ। ਤੇ ਮੈਂ ਕਿਹਾ ਨਹੀਂ, ਪਹਿਲੇ ਦਿਨ ਕਲਾਸ ਯੂਨੀਵਰਸਿਟੀ 'ਚ ਲੈਣੀ ਹੈ। ਮੈਨੂੰ ਕਈ ਵਾਰ ਲੱਗਦਾ ਹੁੰਦਾ ਕਿ ਕੁਦਰਤ ਦੀ ਉਹ ਬਖਸ਼ਿਸ਼ ਹੈ ਜਿਹੜੀ ਉਸ ਪਿੰਡ, ਜੇ ਤੁਸੀਂ ਮੇਰਾ ਪਿੰਡ ਅੱਜ ਵੀ ਜਾ ਕੇ ਦੇਖੋ, ਪਰ ਅੱਜ ਮੇਰਾ ਪਿੰਡ ਦੀਆਂ ਕੁੜੀਆਂ BA, ਮਤਲਬ ਮੇਰੇ ਘਰ ਦਾ ਪੂਰਾ ਵਾਤਾਵਰਨ ਬਦਲ ਗਿਆ। ਥੀਏਟਰ 'ਚ ਆਉਣਾ, ਆਰਟਸ 'ਚ ਆਉਣਾ ਤਾਂ ਸੈਕੰਡਰੀ, ਚਲੋ ਆ ਗਏ,
पर मकसद ਤਾਂ ਸੀ ਉਸ सोसाइटी ਨੂੰ ਇੱਕ ਵਿਜ਼ਨ ਦੇਣਾ ਤੇ ਉਹ ਜ਼ਰੂਰ ਦਿੱਤਾ। ਮੇਰੇ ਫਾਦਰ ਟੋਟਲੀ ਬਦਲ ਗਏ ਨੇ। ਮੈਂ ਚਾਹੁੰਦੀ ਸੀ ਮੈਂ ਆਪਣੇ ਫਾਦਰ ਨੂੰ ਬਦਲਣਾ ਹੈ, ਇਸ ਜਨਮ 'ਚ ਹੀ ਬਦਲਣਾ ਹੈ ਤੇ ਮੁੰਡਿਆਂ ਦੇ ਬਰਾਬਰ ਖੜੇ ਹੋ ਕੇ ਦਿਖਾਣਾ ਘਰ 'ਚ, ਤੇ ਮੇਰੇ ਘਰ ਦੇ ਅੱਗੇ ਮੇਰਾ ਨਾਂ ਲਿਖਿਆ ਹੋਣਾ ਚਾਹੀਦਾ। ਮੈਂ ਆਪਣੇ ਲਈ ਹਰ ਚੀਜ਼ ਆਪ ਖਰੀਦੂੰਗੀ, ਆਪਣੇ ਕੱਪੜੇ, ਆਪਣੀ ਰੋਟੀ। ਤੇ ਮੈਂ ਦੇਖਣਾ ਚਾਹੁੰਦੀ ਸੀ ਕਿ ਜ਼ਿੰਦਗੀ 'ਚ ਔਰਤ ਇਕੱਲੀ ਹੈ, ਆਪਣੇ ਪਿਤਾ ਤੋਂ ਬਗੈਰ, ਪਤੀ ਤੋਂ ਬਗੈਰ, ਭਰਾ ਤੋਂ ਬਗੈਰ, ਪੁੱਤਰ ਤੋਂ ਬਗੈਰ। ਇਹ ਮੈਂ ਆਪਣੇ ਆਪ 'ਚ ਸੋਚਦੀ ਸੀ, ਕੋਈ ਪ੍ਰਚਾਰ ਨਹੀਂ ਸੀ ਕਰਦੀ। ਅੱਜ ਤਾਂ ਮੈਂ ਬੋਲ ਰਹੀ ਹਾਂ। ਸੋ 2003 'ਚ ਨੌਕਰੀ 'ਚ ਆ ਗਏ। परमात्मा ने बहुत बड़ी बख्शिश की। मेरी हैसियत नहीं सी, कितना हो गया सारा कुछ पता नहीं। नहीं पर ये बहुत सोहना हो गया, जो भी हो गया ये बहुत वधिया होया कि एक्चुअली ये जॉब विच आउणा, ये सुपना लेना कि मैं यूनिवर्सिटी विच ही पहला पीरियड लेना है, ये जिहड़ा तुहाडे अपने अंदरला एक दृढ़ विश्वास हुंदा है ना, ਉਹ ਤੁਹਾਨੂੰ ਅੱਗੇ ਤੋਰਦਾ ਹੈ। ਉਹ ਤੁਹਾਡੇ ਫਿਰ ਸੁਪਨੇ ਵੀ ਪੂਰੇ ਕਰਦਾ ਹੈ। ਉਹ ਜਿਹੜਾ ਤੁਹਾਡੇ ਅੰਦਰ ਜੋ ਕੁਝ ਧੁੱਖ ਰਿਹਾ ਹੁੰਦਾ ਹੈ, ਬਲ ਰਿਹਾ ਹੁੰਦਾ ਹੈ, ਤੁਹਾਡੇ ਅੰਦਰਲਾ ਵਿਸ਼ਵਾਸ ਤੁਹਾਨੂੰ ਕਹਿੰਦਾ ਹੈ ਕਿ ਇਹ ਹੋਏਗਾ, ਜ਼ਰੂਰ ਹੋਏਗਾ, ਹੈ ਨਾ। ਤੇ ਉਹ ਹੋਇਆ ਫਿਰ। ਔਰ ਇਹ ਬਹੁਤ ਮੈਂ ਸਮਝਦਾ ਕਿ ਇਹ ਜਿਹੜਾ ਸੰਘਰਸ਼ ਵਾਲਾ ਸਫ਼ਰ ਸੀ, ਜਿਹੜੀ ਜਰਨੀ ਸੀ ਜਿਹੜੀ ਇਸ ਤਰ੍ਹਾਂ ਦੀ, ਔਰ ਇਹ ਜਰਨੀ ਇਸ ਤਰ੍ਹਾਂ ਦੀ ਹੋ ਕੇ ਹੀ ਇਹ ਸਾਰਾ ਕੁਝ ਹੋਣਾ ਸੀਗਾ। ਜਸਪਾਲ, ਜਦੋਂ ਤੁਸੀਂ ਫਿਰ ਇੱਕ ਚੰਡੀਗੜ੍ਹ ਵਰਗੀ ਯੂਨੀਵਰਸਿਟੀ ਦੇ ਵਿੱਚੋਂ ਇੱਕ ਵੱਡੀ ਯੂਨੀਵਰਸਿਟੀ, ਫਿਰ ਦੂਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ, ਇਹ ਵੀ ਬਹੁਤ ਵੱਡੀ ਯੂਨੀਵਰਸਿਟੀ। ਔਰ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਕਿ ਜਿਹੜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਹ ਜ਼ਿਆਦਾ ਸੋਹਣੀ ਹੈ, ਜਾਂ ਮੈਂ ਕਿਉਂਕਿ ਸ਼ਾਇਦ ਜ਼ਿਆਦਾ ਇੱਥੇ ਗਿਆ ਵਾਂ, ਪਰ ਮੈਨੂੰ ਲੱਗਦਾ ਹੁੰਦਾ ਇਹ ਜ਼ਿਆਦਾ ਸੋਹਣੀ ਹੈ, ਇੱਥੇ ਜ਼ਿਆਦਾ ਐਟਮੋਸਫੀਅਰ ਹੈ ਲਿਟਰੇਚਰ ਦਾ, ਥੀਏਟਰ ਦਾ, ਇਸ ਤਰ੍ਹਾਂ ਦੀ ਕਲਚਰਲ ਐਕਟੀਵਿਟੀ ਦਾ। ਤੇ ਮੈਂ ਬੜਾ ਪਸੰਦ ਕਰਦਾ ਤੁਹਾਡੀ ਯੂਨੀਵਰਸਿਟੀ ਨੂੰ, ਵੀ ਇੱਥੇ ਜਾਣਾ, ਇੱਥੇ ਪਰਫਾਰਮ ਕਰਨਾ, ਇੱਥੇ ਇੱਕ ਆਡੀਅנס ਅੱਛੀ ਮਿਲਦੀ ਹੈ ਤੁਹਾਡੇ ਇੱਥੇ। ਫਿਰ ਜਦੋਂ ਤੁਸੀਂ ਇੱਥੇ ਆ ਗਏ ਇਸ ਡਿਪਾਰਟਮੈਂਟ ਦੇ ਵਿੱਚ, ਫਿਰ ਅਗਲਾ ਸਫ਼ਰ ਫਿਰ ਕਿੱਦਾਂ ਦਾ ਰਿਹਾ ਬਤੌਰ ਟੀਚਰ? ਫਿਰ ਤੁਸੀਂ ਕਿੱਦਾਂ ਦਾ ਫਿਰ ਆਪਣੇ ਆਪ ਨੂੰ ਫਿਰ ਸਾਬਤ ਵੀ ਕਰਨਾ ਪਿਆ ਕਿ ਹਾਂ ਮੈਂ ਇੱਕ ਚੰਗੀ ਟੀਚਰ ਹਾਂ? ਭਾਜੀ ਇੱਥੇ ਮੈਂ ਜ਼ਰੂਰ ਕਹਿਣਾ ਚਾਹੂੰਗੀ, ਦੋਨਾਂ ਯੂਨੀਵਰਸਿਟੀਆਂ ਦੇ ਵਿੱਚ, ਇਹਨਾਂ ਦੋਨਾਂ 'ਚ ਜਿਸ ਤਰ੍ਹਾਂ ਸੋਪਣ ਦੇ ਗੱਲੋਂ ਤੁਸੀਂ ਕਹਿੰਦੇ ਹੋ ਬਿਊਟੀ, ਗ੍ਰੀਨਰੀ, ਪੰਜਾਬੀਅਤ ਦੇ ਪੱਖੋਂ ਤਾਂ ਕੁਦਰਤੀ ਇਹ ਬਲੈਸਿੰਗ ਹੈ ਕਿ ਮੈਨੂੰ ਇੱਥੇ ਪਲੇਸ ਕੀਤਾ ਗਿਆ। ਮੈਂ ਪੰਜਾਬੀ 'ਚ ਹੀ ਕੰਮ ਕਰਨਾ ਸੀ ਤੇ ਪੰਜਾਬੀ ਯੂਨੀਵਰਸਿਟੀ ਤੋਂ ਸੋਹਣੀ ਜਗ੍ਹਾ, ਪੰਜਾਬੀ ਯੂਨੀਵਰਸਿਟੀ ਤੋਂ ਉੱਤਮ ਜਗ੍ਹਾ ਕੋਈ ਵੀ ਨਹੀਂ ਹੈ ਪੰਜਾਬੀ ਲਈ ਕੰਮ ਕਰਨ ਵਾਸਤੇ। ਸੋ ਇਹ ਬਖਸ਼ਿਸ਼ ਸੀ। ਲੇਕਿਨ ਮੈਂ ਤੁਹਾਨੂੰ ਦੱਸਾਂ, ਮੇਰਾ ਡ੍ਰੀਮ ਸੀ ਮੈਂ ਚੰਡੀਗੜ੍ਹ ਯੂਨੀਵਰਸਿਟੀ 'ਚ ਪੜ੍ਹਾਵਾਂ, ਕਿਉਂਕਿ ਝੂਠ ਨਹੀਂ ਬੋਲਣਾ ਚਾਹੀਦਾ ਆਰਟਿਸਟ ਨੂੰ ਕਦੇ ਵੀ। ਤੇ ਮੈਂ ਰਾਦਰ 2007 ਤੱਕ ਲਗਾਤਾਰ ਕੋਸ਼ਿਸ਼ ਵੀ ਕਰਦੀ ਰਹੀ ਕਿ ਅਪਲਾਈ ਵੀ ਕਰਦੀ ਰਹੀ। ਪਰ ਇੱਕ ਦਿਨ ਮੈਨੂੰ ਡਾਕਟਰ ਸੁਰਜੀਤ ਪੰਜਾਬੀ ਵਾਲਿਆਂ ਨੇ ਕਿਹਾ ਕਿ ਤੇਰੀ ਲੋੜ ਇੱਥੇ ਹੈ, ਤੇਰੇ ਵਰਗੀਆਂ ਕੁੜੀਆਂ ਦੀ ਲੋੜ ਇੱਥੇ ਹੈ। ਕਿਸ ਤਰ੍ਹਾਂ ਕਿਹਾ ਮੈਨੂੰ ਇਹ ਤਾਂ ਪਤਾ ਨਹੀਂ। ਕਹਿੰਦਾ ਤੇਰੇ ਵਰਗੀਆਂ ਕੁੜੀਆਂ ਦੀ ਲੋੜ ਇੱਥੇ ਹੈ, ਤੈਨੂੰ ਇੱਥੇ ਰਹਿਣਾ ਚਾਹੀਦਾ, ਤੇ ਪੰਜਾਬ ਯੂਨੀਵਰਸਿਟੀ 'ਚ ਜੇ ਨਹੀਂ ਹੁੰਦਾ ਨਾ ਜਾਓ ਏਦਾਂ ਕਰਕੇ। ਤੇ ਮੈਂ ਉਹਨਾਂ ਨੂੰ ਦੇਖਿਆ, ਮੈਨੂੰ ਉਹਨਾਂ ਦੀ ਗੱਲ ਥੋੜੀ ਸਮਝ ਆਈ। ਉਸ ਯੂਨੀਵਰਸਿਟੀ ਦੇ ਵਾਤਾਵਰਨ, ਦੋਨੋਂ ਯੂਨੀਵਰਸਿਟੀਆਂ 60 ਕਿਲੋਮੀਟਰ ਦੇ ਫਾਸਲੇ ਤੇ ਨੇ, ਪਰ ਦੋਨਾਂ ਯੂਨੀਵਰਸਿਟੀਆਂ ਦੀ ਵਰਕਿੰਗ ਸ਼ੈਲੀ ਵਿੱਚ, ਥਿੰਕਿੰਗ ਪੈਟਰਨ 'ਚ ਕਾਫੀ ਵੱਡਾ ਫਰਕ ਹੈ। ਪੰਜਾਬ ਯੂਨੀਵਰਸਿਟੀ ਤੋਂ ਜਦੋਂ ਮੈਂ ਆਈ, ਇੱਕਦਮ ਤਾਂ ਮੈਨੂੰ ਬਹੁਤ ਵੱਡਾ ਝਟਕਾ ਲੱਗਿਆ, ਕਿਉਂਕਿ ਪੰਜਾਬ ਯੂਨੀਵਰਸਿਟੀ, ਸੱਚ ਕਹਾਂ ਤਾਂ ਪੰਜਾਬ ਯੂਨੀਵਰਸਿਟੀ ਨੇ ਇੱਕ ਸੱਚਮੁੱਚ ਦੀ ਯੂਨੀਵਰਸਿਟੀ ਹੋਣ ਦਾ, ਤੁਸੀਂ ਉੱਥੇ ਰਹਿੰਦੇ ਹੋ ਅੰਦਰ ਤਾਂ ਤੁਹਾਨੂੰ ਪਤਾ ਲੱਗਦਾ ਹੈ। ਸੋ ਪੰਜਾਬੀ ਯੂਨੀਵਰਸਿਟੀ ਕਿਉਂਕਿ ਇੱਕ ਖਿੱਤੇ ਨਾਲ ਜੁੜੀ ਹੋਈ ਹੈ, ਇੱਕ ਖਾਸ ਕਿਸਮ ਦੀ ਲੋਕੈਲਿਟੀ ਨਾਲ ਜੁੜੀ ਹੋਈ ਹੈ, ਰਾਦਰ ਕਾਫੀ ਤੁਹਾਨੂੰ ਸੋਚ ਕੇ। ਇਨਫੈਕਟ ਜਦੋਂ ਅਸੀਂ ਐਕਸਰਸਾਈਜ਼ ਕਰਦੇ ਹਾਂ, ਇੰਡੀਅਨ ਥੀਏਟਰ ਜਦੋਂ ਟੀਚਰ ਐਕਸਰਸਾਈਜ਼ ਕਰਦੇ ਸੀ ਬਿਲਕੁਲ ਨਹੀਂ ਸੀ ਸੋਚਦੇ, ਨਾਟਕ ਕਰਦੇ ਨੇ ਬਿਲਕੁਲ ਨਹੀਂ ਸੋਚਦੇ। ਪੰਜਾਬੀ ਯੂਨੀਵਰਸਿਟੀ 'ਚ ਤੁਹਾਨੂੰ ਬੱਚਿਆਂ ਨਾਲ ਕਿਸ ਤਰ੍ਹਾਂ ਕੰਮ ਕਰਨਾ ਹੈ, ਕਿਸ ਤਰ੍ਹਾਂ ਦੀ ਐਕਸਰਸਾਈਜ਼ ਕਰਨਾ ਹੈ, ਕੀ ਬੋਲਣਾ ਹੈ, ਕੀ ਨਹੀਂ ਬੋਲਣਾ ਹੈ, ਤੇ ਉਹ ਸਾਰਾ ਮੈਟਰ ਕਰਦਾ ਹੈ। ਤੁਸੀਂ ਸਮਝ ਹੀ ਰਹੇ ਹੋਵੋਗੇ ਕਿ ਮੈਂ ਕੀ ਕਹਿ ਰਹੀ ਹਾਂ ਸਾਰੇ ਜਣੇ। ਹਾਂ ਬਿਲਕੁਲ ਬਿਲਕੁਲ। ਸਾਡੇ ਉੱਥੇ ਟੀਚਰ ਨੂੰ ਨਹੀਂ ਸੋਚਣਾ ਪੈਂਦਾ ਸੀ ਸਾਡੇ ਨਾਲ ਕਿਹੜੀ ਐਕਸਰਸਾਈਜ਼ ਕਰਨੀ ਹੈ। ਨੀਲਮ ਮਾਨ ਸਿੰਘ ਟੀਚਰ ਜਿਸ ਤਰ੍ਹਾਂ ਕਈ ਕੰਮ ਕਰਦੇ ਸੀ, ਮੈਂ ਸੋਚਦੀ ਹਾਂ, ਤੇ ਅਸੀਂ ਇੱਥੇ ਸਾਨੂੰ ਸੋਚਣਾ ਪੈਂਦਾ ਕਈ ਗੱਲਾਂ ਲਈ, ਕਈ ਪੱਖਾਂ ਤੋਂ ਸੋਚਣਾ ਪੈਂਦਾ। ਸੋ ਇਸ ਕਰਕੇ ਦੋਨਾਂ ਯੂਨੀਵਰਸਿਟੀਆਂ ਦੀ ਵਰਕਿੰਗ ਕਲਚਰ 'ਚ ਕਾਫੀ ਫਰਕ ਹੈ। ਪਰ ਮੇਰੇ ਲਈ, ਮੈਂ ਇੱਥੇ ਜਦੋਂ ਆਈ, ਮੈਂ ਜਿਹੜੇ ਇੱਥੇ ਦੇ ਟੀਚਰ ਸੀਗੇ, ਮੈਂ ਕਦੇ ਵੀ ਉਹਨਾਂ ਨੂੰ ਆਪਣੇ ਕਲੀਗਸ ਨਹੀਂ ਸਮਝਿਆ। ਨਹੀਂ ਤੁਹਾਨੂੰ ਕਹਾਂ, ਮੈਂ ਹਮੇਸ਼ਾ ਆਪਣੇ ਉਹਨਾਂ ਨੂੰ ਸੀਨੀਅਰ ਟੀਚਰਸ ਦੀ ਤਰ੍ਹਾਂ ਹੀ ਸਮਝਿਆ। ਜੇ ਮੈਡਮ ਸੁਣ ਰਹੇ ਨੇ, ਬਹਿਲ ਮੈਡਮ, ਮੈਨੂੰ ਇੱਕ ਮੈਡਮ ਨਾਲ ਨਾਟਕ ਕਰਨ ਦਾ, ਹਾਂ ਸੁਣਦੇ ਪਏ ਤੁਹਾਨੂੰ, ਉਹ ਹੈਗੇ ਨੇ ਵਿੱਚ ਨਾਲ, ਮੈਨੂੰ ਨਾਟਕ ਕਰਨ ਦਾ ਮੌਕਾ ਮਿਲਿਆ
ਤੇ ਮੈਡਮ ਸੱਚਮੁੱਚ ਮੈਡਮ ਬ੍ਰਿਲੀਅੰਟ ਡਾਇਰੈਕਟਰ ਨੇ ਔਰ ਐਕਟਰ ਦੇ ਅੰਦਰੋਂ ਉਹ ਜਿਹੜੀਆਂ ਐਕਟਰ ਦੇ ਅੰਦਰ ਕਈ ਕੁੰਠਾਵਾਂ ਨੇ ਕਈ ਜਕੜਾਂ ਨੇ ਉਹਨੂੰ ਖੋਲ ਦਿੰਦੇ ਨੇ। ਇੱਕ ਮੈਂ ਕੰਮ ਕੀਤਾ ਇਹਨਾਂ ਨਾਲ ਉਹ ਜਿਹੜਾ ਆਪਾਂ ਨਾਟਕ ਕੀਤਾ ਸੀ ਨਾ ਜਾਈ ਬਰੂਹੋਂ ਪਾਰ, ਨਾ ਜਾਈ ਬਰੂਹੋਂ ਪਾਰ। she is like my teacher, even Dr. Sunita ਨੂੰ ਵੀ ਮੇਰੇ ਟੀਚਰ ਮੈਡਮ ਉੱਪਲ, ਡਾਕਟਰ ਗੰਭੀਰ, ਡਾਕਟਰ ਗੁਰਚਰਨ, ਮੈਂ ਕਦੇ ਨਹੀਂ ਸੋਚਿਆ ਭਾਜੀ ਕਿਉਂਕਿ ਮੈਂ ਤਾਂ ਇਹਨਾਂ ਤੋਂ 22 ਸਾਲ 23 ਸਾਲ 24 ਸਾਲ ਪਿੱਛੇ ਸੀ। ਸੋ ਦੇ ਵਰ ਲਾਈਕ ਟੀਚਰਸ ਟੂ ਮੀ। ਇਹ ਮੇਰੇ ਬਾਰੇ ਕੀ ਸੋਚਦੇ ਸੀ ਮੈਨੂੰ ਨਹੀਂ ਪਤਾ, ਬਟ ਮੈਂ ਅੱਜ ਕਹਿੰਦੀ ਹਾਂ ਕਿ ਅੱਜ ਕਹਿੰਦੀ ਕਿ ਇਨਫੈਕਟ ਸੋਚਿਆ ਵੀ ਏਦਾਂ ਹੀ ਹੈ ਤੇ ਆਬਜ਼ਰਵ ਕੀਤਾ ਜਦੋਂ ਇਹ ਕੰਮ ਕਰਦੇ ਸੀ। ਆਬਜ਼ਰਵ ਕੀਤਾ ਜਿਹੜੀ ਡਿਊਟੀ ਦਿੱਤੀ ਗਈ 7-8 ਸਾਲ ਉਹ ਇਮਾਨਦਾਰੀ ਨਾਲ ਕਰਨ ਦੀ ਕੋਸ਼ਿਸ਼ ਕੀਤੀ ਜਿੰਨੀ ਵੀ ਮੇਰੇ ਕੋਲ ਕੰਮ ਹੁੰਦਾ ਸੀ। ਸੋ ਮੇਰੇ ਚ ਬਹੁਤ ਜ਼ਿਆਦਾ ਉਹ ਨਹੀਂ ਹੈਗਾ ਕਿ ਆਹ ਕਰਨਾ ਮੈਨੂੰ ਜਿਹੜਾ ਇਹਦੇ ਚ ਮੈਂ ਐਡ ਕਰਨਾ ਮੈਡਮ ਚਾਹਾਂਗੀ। ਸਭ ਕੁਝ ਕਹਿਣ ਲੱਗੇ ਜੀ। ਹਾਂ, ਮੈਂ ਐਡ ਕਰਨਾ ਚਾਹਾਂਗੀ ਕਿ ਜਦੋਂ ਮੈਂ ਉਹ ਪਲੇ ਕਰ ਰਹੀ ਸੀ ਜਸਪਾਲ ਨੇ ਆਫਰ ਕੀਤਾ ਕਿ ਉਹ ਮੈਨੂੰ ਅਸਿਸਟ ਕਰਨਾ ਚਾਹੁੰਦੀ ਹੈ। ਮੈਨੂੰ ਬੜੀ ਹੈਰਾਨੀ ਹੋਈ ਸੀ ਕਿਉਂਕਿ ਇੰਡੀਅਨ ਥੀਏਟਰ ਡਿਪਾਰਟਮੈਂਟ ਦੇ ਵਿੱਚ ਮੋਹਨ ਮਹਾਰਿਸ਼ੀ ਵਰਗੇ ਅਧਿਆਪਕ ਨਾਲ ਜੋ ਮੇਰੇ ਹਸਬੈਂਡ ਦੇ ਵੀ ਅਧਿਆਪਕ ਸੀ ਔਰ ਮੈਂ ਉਹਨਾਂ ਦੀ ਆਪਣੇ ਗੁਰੂ ਵਾਂਗੂ ਇੱਜ਼ਤ ਕਰਦੀ ਸੀ। ਇੰਨੀ ਜ਼ਿਆਦਾ ਮੈਨੂੰ ਹੈਰਾਨੀ ਹੋਈ ਕਿ ਜਸਪਾਲ ਮੇਰੇ ਨਾਲ ਕਿਉਂ ਕੰਮ ਕਰਨਾ ਚਾਹੁੰਦੀ ਹੈ, ਅਸਿਸਟ ਕਿਉਂ ਕਰਨਾ ਚਾਹੁੰਦੀ ਹੈ। ਮੈਂ ਪੁੱਛਿਆ, ਉਹਨੇ ਕਿਹਾ ਮੈਂ ਕਰਨਾ ਹੈ। ਮੈਂ ਬਿਨਾਂ ਕੁਝ ਸੋਚਿਆ ਮੈਂ ਕਿਹਾ ਹੁਣੇ ਤੂੰ ਬੈਠ ਜਾ, ਆ ਜਾ ਮੇਰੇ ਨਾਲ। ਇਹਨੇ ਮੈਂ ਅੱਜ ਇਹ ਸੁਣ ਰਹੀ ਹੈ, ਮੈਂ ਦੱਸਣਾ ਚਾਹਾਂਗੀ ਤੁਹਾਨੂੰ ਕਿ ਜਿੰਨੇ ਦਿਨ ਰਿਹਰਸਲ ਹੋਈ ਹੈ ਸ਼ਾਇਦ ਮਹੀਨਾ ਨਹੀਂ ਸੀਗਾ। The moment she was in auditorium, she was suggesting, she was observing, she was commenting, ਪਰ ਉਹ ਇੰਨੀ ਹਲੀਮੀ ਨਾਲ ਕਮੈਂਟ ਕਰ ਰਹੀ ਸੀ ਉਦੋਂ because she knew her position ਕਿ ਉਹ ਕਿਸ ਕਪੈਸਿਟੀ ਦੇ ਵਿੱਚ ਕੰਮ ਕਰ ਰਹੀ ਹੈ। and I saw her asked to learn। ਮਤਲਬ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਕੋਲੋਂ ਕੀ ਸਿੱਖਿਆ ਜਾ ਸਕਦਾ ਹੈ, ਪਰ ਜਦੋਂ ਮੈਂ ਵੇਖਿਆ ਕਿ ਕੋਈ ਦਿਨ ਐਸਾ ਨਹੀਂ ਹੈ ਜਿਸ ਦਿਨ ਜਸਪਾਲ ਪ੍ਰੈਜ਼ੈਂਟ ਨਹੀਂ ਹੈ, ਕੋਈ ਦਿਨ ਐਸਾ ਨਹੀਂ ਹੈ ਜਿਸ ਦਿਨ ਬੜੇ ਧਿਆਨ ਨਾਲ ਕੱਲੀ ਕੁਰਸੀ ਤੇ ਬੈਠੀ ਆਡੀਟੋਰੀਅਮ ਦੀ ਕੁਰਸੀ ਤੇ ਬੈਠੀ ਦੇਖ ਰਹੀ ਹੈ। ਔਰ ਫਿਰ ਮੈਂ ਜਿਸ ਦਿਨ ਕਹਿ ਦੇਣਾ ਜਸਪਾਲ ਤੁਸੀਂ ਰਿਹਰਸਲ ਦੇਖ ਲੈਣਾ, ਜਿਸ ਤਰੀਕੇ ਨਾਲ ਰਿਹਰਸਲ ਦੇ ਵਿੱਚ ਉਹ ਆਪਣੇ ਆਪ ਨੂੰ ਇਨਵੋਲਵ ਕਰ ਰਹੀ ਹੈ, ਮੇਰੇ ਲਈ ਅਮੇਜ਼ਿੰਗ ਐਕਸਪੀਰੀਅੰਸ ਸੀ। ਮੈਂ ਇਹਦੇ ਨਾਲ ਕਦੇ ਸ਼ੇਅਰ ਨਹੀਂ ਕੀਤਾ, ਅੱਜ ਮੈਂ ਸਾਰਿਆਂ ਦੇ ਸਾਹਮਣੇ ਇਹ ਗੱਲ ਐਕਸੈਪਟ ਕਰਨਾ ਚਾਹੁੰਦੀ। ਕੀ ਬਾਤ ਹੈ, ਬਹੁਤ ਖੂਬਸੂਰਤ ਗੱਲ ਹੈ। ਔਰ ਮੈਂ ਸਮਝਦਾ ਇਹ ਪਾਰਟ ਆਫ ਇੱਕ ਪ੍ਰੋਸੈਸ ਹੈ ਜਿਹੜਾ ਲਰਨਿੰਗ ਦਾ ਤੁਹਾਡਾ ਪ੍ਰੋਸੈਸ ਹੁੰਦਾ ਹੈ ਕਿ ਤੁਸੀਂ ਅਬਜ਼ਰਵ ਕਰਦੇ ਹੋ, ਤੁਸੀਂ ਕਿਸੇ ਚੀਜ਼ ਨੂੰ ਕਿਸ ਤਰ੍ਹਾਂ ਜਿਹੜੀ ਵਿਦਆਊਟ ਐਨੀ ਬ੍ਰੇਕ ਔਰ ਕਿੰਨਾ ਮਿਨਿਊਟਲੀ ਉਸ ਆਬਜ਼ਰਵੇਸ਼ਨ ਤੁਹਾਡੀ ਜਿਹੜੀ ਹੈ ਉਹ ਚੋਂ ਤੁਸੀਂ ਕਿੰਨਾ ਕੁਝ ਸਿੱਖਦੇ ਹੋ ਔਰ ਫਿਰ ਸਿਖਾਉਂਦੇ ਵੀ ਹੋ। ਇਹ ਬਹੁਤ ਖੂਬਸੂਰਤ ਗੱਲ ਹੈ ਔਰ ਇਹ ਮੇਰਾ ਖਿਆਲ ਹੈ ਕਿ ਬਹੁਤ ਸਾਡੇ ਸਾਰਿਆਂ ਵਿੱਚ ਇਹ ਗੱਲ ਹੋਣੀ ਲਾਜ਼ਮੀ ਹੈ। ਸਰੀਨ ਸਾਹਿਬ ਵੀ ਸਾਡੇ That is why she is sitting in the position she is now। ਹਾਂ ਬਿਲਕੁਲ ਬਿਲਕੁਲ ਬਿਲਕੁਲ। ਔਰ ਜਿਸ ਵੇਲੇ ਹੁਣ ਅਸੀਂ ਜਸਪਾਲ ਦਿਓਲ ਨੂੰ ਦੇਖਦੇ ਹਾਂ ਕਿ ਹੈਡ ਆਫ ਦੀ ਡਿਪਾਰਟਮੈਂਟ ਹੈ ਇਸ ਵੇਲੇ, ਔਰ ਇਹ ਆਪਣੀ ਮਿਹਨਤ ਨਾਲ ਇਹਨਾਂ ਕੰਮਾਂ ਕਰਕੇ ਹੀ ਹੈਡ ਆਫ ਦੀ ਡਿਪਾਰਟਮੈਂਟ ਹੈ ਔਰ ਸੋਹਣਾ ਆਪਣਾ ਕੰਮ ਕਰ ਰਹੀ ਹੈ ਕੁੜੀ ਇਹ ਸਾਡੀ। ਬਲਜੀਤ ਮੋਗੇ ਵਾਲਾ ਇਹ ਸਾਨੂੰ ਮੇਰੀ ਸੁਣਦਾ ਪਿਆ ਨਾ ਬਲਜੀਤ? ਹਾਂਜੀ ਹਾਂਜੀ ਭਾਜੀ, ਹਾਂਜੀ। ਬਲਜੀਤ ਨੇ ਹੁਣ ਕੈਮਰਾ ਔਨ ਕੀਤਾ। ਬਲਜੀਤ ਤੂੰ ਕੁਝ ਕਹਿਣਾ ਚਾਹੁੰਦਾ ਹੈ? ਸਰ ਬਹੁਤ ਵਧੀਆ ਲੱਗ ਰਿਹਾ ਸਾਰੇ ਐਕਸਪੀਰੀਅੰਸ ਸੁਣ ਕੇ। ਮੈਂ ਤਾਂ ਜਦੋਂ ਮੈਡਮ ਨੇ ਆਪਣੀ ਇਮੋਸ਼ਨਲ ਜਰਨੀ ਸੁਣਾ ਰਹੇ ਸੀ, ਮੇਰਾ ਤਾਂ ਆਪ ਖੁਦ ਅੱਖਾਂ ਚੋਂ ਪਾਣੀ ਨਿਕਲ ਆਇਆ ਸੁਣ ਕੇ ਜੀ। ਬਹੁਤ ਮਤਲਬ ਇਮੋਸ਼ਨਲ ਮੂਵਮੈਂਟ ਆ, ਸੁਣ ਕੇ ਅੱਛਾ ਲੱਗਦਾ ਬਹੁਤ। ਜਿਹੜਾ ਇਹ ਉਦਮ ਆ ਸਰ ਕਰ ਰਹੇ ਹੋ ਤੁਸੀਂ। ਬਿਲਕੁਲ ਬਲਜੀਤ, ਇਸੇ ਲਈ ਅਸੀਂ ਇਹ ਜਿਹੜੀ ਆਪਣੀ ਕ੍ਰੀਏਟਿਵ ਐਕਸਪੀਰੀਅੰਸ ਜਿਹੜੇ ਆ ਉਹ ਸਾਂਝੇ ਕਰਦੇ ਆ। ਔਰ ਅੱਜ ਮੇਰੇ ਖਿਆਲ ਕਿ ਅਸੀਂ ਕੋਈ 97 ਜਾਂ 98 ਲੋਕਾਂ ਨਾਲ ਕਰ ਚੁੱਕੇ ਹਾਂ ਗੱਲਾਂ, ਜਿਹੜੇ ਸਾਡੇ ਆਰਟਿਸਟ ਨੇ ਉਹਨਾਂ ਦੇ ਨਾਲ। ਔਰ ਇਹ ਜਰਨੀ ਅੱਗੇ ਵੀ ਹੋਰ ਦੇਖੋ ਆਪਾਂ ਕਿੰਨੇ ਕੀ ਕਰ ਸਕਦੇ ਹਾਂ, ਪਰ ਮੈਂ ਹਰ ਰੋਜ਼ ਇੱਕ ਨਵਾਂ ਐਕਸਪੀਰੀਅੰਸ, ਡਿਫਰੈਂਟ ਐਕਸਪੀਰੀਅੰਸ। ਔਰ ਜਸਪਾਲ ਦਿਓਲ ਨੂੰ ਮੈਂ ਸੱਚੀ ਗੱਲ ਮੈਂ ਚੰਡੀਗੜ੍ਹ ਤੋਂ ਜਾਣਦਾ ਵਾਂ, ਪਰ ਮੈਂ ਇੰਨਾ ਕਦੀ ਨਹੀਂ ਸੀ ਜਾਣਦਾ ਜਿੰਨਾ ਅੱਜ ਜਾਣਿਆ ਪਿਛਲੇ 45 ਮਿੰਟ ਦੇ ਵਿੱਚ। ਮੈਂ ਇੰਨਾ ਪਿਛਲੇ ਲਗਭਗ ਕਹਿ ਲਓ ਕਿ 25 ਸਾਲਾਂ ਚ ਨਹੀਂ ਮੈਂ ਇਸ ਕੁੜੀ ਨੂੰ ਜਾਣਿਆ ਜਿੰਨਾ 45 ਮਿੰਟਾਂ ਦੇ ਵਿੱਚ ਜਾਣਿਆ ਵਾ। ਔਰ ਇਹ ਜਸਪਾਲ ਰੀਅਲੀ ਤੁਹਾਡੀ ਜਰਨੀ ਨੂੰ ਸਲੂਟ ਹੈ, ਤੁਸੀਂ ਜਿੰਨਾ ਕੰਮ ਕੀਤਾ ਔਰ ਜਿੰਨੀ ਮਿਹਨਤ ਕੀਤੀ ਹੈ ਤੁਸੀਂ। ਸਰੀਨ ਸਾਹਿਬ ਤੁਸੀਂ
ਆਏ ਹੋ ਸਾਹਮਣੇ ਕੈਮਰੇ ਦੇ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਮੈਂ ਤਾਂ ਜਸਪਾਲ ਜੀ ਦੀਆਂ ਅੱਜ ਇਹਨਾਂ ਦੀ ਰੂਬਰੂ ਹੋਇਆ। ਪਿਛਲੇ ਸਾਲ TFT ਦੇ ਫੈਸਟੀਵਲ ਦੇ ਵਿੱਚ ਵੀ ਜਸਪਾਲ ਜੀ ਆਏ ਸੀਗੇ। ਇਹਨਾਂ ਦੀ ਸਾਰੀ ਜਿਹੜਾ ਸਟਰਗਲ ਸੀ, ਇਹਨਾਂ ਦੀ ਲਾਈਫ, ਇਹਨਾਂ ਦੀ ਜ਼ਿੰਦਗੀ, ਥੀਏਟਰ ਵਿੱਚ ਆਉਣਾ ਤੇ ਸਟੂਡੈਂਟਸ ਨੂੰ ਸੇਧ ਦੇਣਾ, ਉਦੋਂ ਵੀ ਮੈਂ ਸੁਣਿਆ ਸੀਗਾ। ਬਹੁਤ ਵਧੀਆ ਇਹ ਗੱਲ ਹੈ ਕਿ ਇੱਕ ਪਿੰਡ ਤੋਂ ਉੱਠ ਕੇ ਆ ਕੇ ਤੇ ਫਿਰ ਰੰਗਮੰਚ ਦੀ ਦੁਨੀਆ 'ਚ ਜੀਣਾ, ਔਰ ਉਸ ਤੋਂ ਬਾਅਦ ਕਿ ਪੰਜਾਬੀ ਯੂਨੀਵਰਸਿਟੀ ਦੇ ਇੱਕ ਪ੍ਰੈਸਟੀਜੀਅਸ ਡਿਪਾਰਟਮੈਂਟ ਦੇ ਹੈੱਡ ਬਣਨਾ, ਇਹ ਬਹੁਤ ਹੀ ਵਧਾਈ ਵਾਲੀ ਗੱਲ ਹੈ ਇਹਨਾਂ ਲਈ। ਮੈਂ ਇਹਨਾਂ ਦੇ ਨਾਟਕ ਦੀ ਪ੍ਰੋਡਕਸ਼ਨਸ ਵੀ ਵੇਖੀਆਂ ਨੇ ਜਦੋਂ ਪਟਿਆਲੇ ਸੀ। ਬਹੁਤ ਹੀ ਮਿਹਨਤ ਦੇ ਨਾਲ, ਲਗਨ ਦੇ ਨਾਲ ਇਹਨਾਂ ਨੇ ਜੋ ਕੰਮ ਕੀਤਾ ਹੈ, ਉਹ ਵਾਕਈ ਇੱਕ ਬਹੁਤ ਵੱਡੀ ਦੇਣ ਹੈ। ਔਰ ਇਹਨਾਂ ਨੂੰ ਸ਼ੁਭ ਕਾਮਨਾਵਾਂ ਕਿ ਡਿਪਾਰਟਮੈਂਟ ਹੋਰ ਤਰੱਕੀਆਂ ਕਰੇ ਇਹਨਾਂ ਦੇ ਅਧੀਨ, ਔਰ ਵਧੀਆ ਤੋਂ ਵਧੀਆ ਪ੍ਰੋਡਕਸ਼ਨਸ ਇਹ ਲੈ ਕੇ ਆਉਣ, ਕਿਉਂਕਿ ਪਿਛਲੇ 2 ਸਾਲ ਦੇ ਵਿੱਚ ਜਿਹੜੀਆਂ ਪ੍ਰੋਡਕਸ਼ਨਸ ਹੋਈਆਂ ਨੇ, ਜਿਹਦੇ ਵਿੱਚ ਇਹਨਾਂ ਨੇ ਆਪਣਾ ਵੀ ਇੱਕ ਨਾਟਕ ਪ੍ਰੋਡਿਊਸ ਕੀਤਾ, ਇੱਕ ਰਟੌਲ ਦਾ ਜਿਹੜਾ ਪ੍ਰੋਡਕਸ਼ਨ ਸੀ ਉਹ ਵੀ ਲੈ ਕੇ ਆਂਦੀ, ਜਿਹੜੀ ਕਿ ਪੰਜਾਬ 'ਚ ਹੀ ਨਹੀਂ, ਪੰਜਾਬ ਤੋਂ ਬਾਹਰ ਵੀ ਇਹ ਕਰਕੇ ਆਏ, ਦਿੱਲੀ ਵੀ ਖੇਡ ਕੇ ਆਏ। ਤੇ ਇਹ ਸਾਡੇ ਲਈ ਬਹੁਤ ਹੀ ਇਹ ਸੀ ਇੱਕ ਟ੍ਰੇਨਡ ਟੀਚਰ, ਟ੍ਰੇਨਡ ਡਾਇਰੈਕਟਰ, ਔਰ ਉਹਦੇ ਵਿੱਚ ਨਾਲ ਕੇਵਲ ਧਾਰੀਵਾਲ ਜੀ ਦੇ ਡਿਜ਼ਾਈਨਿੰਗ ਜਿਹੜੀ ਨਾਲ ਚੱਲਦੀ ਹੈ, ਉਹ ਇੱਕ ਖੂਬਸੂਰਤ ਇੱਕ ਨਾਟਕ ਬਣਾਉਂਦੀ ਹੈ। ਬਹੁਤ ਬਹੁਤ ਮੁਬਾਰਕਾਂ ਜੀ। ਔਰ ਫਿਰ ਇੱਕ ਵਾਰੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਕੇਵਲ ਜੀ ਤੁਸੀਂ ਵੱਖ-ਵੱਖ ਚਿਹਰਿਆਂ ਨੂੰ, ਪੰਜਾਬ ਦੇ ਨਹੀਂ, ਪੰਜਾਬ ਤੋਂ ਬਾਹਰ ਵੀ ਜਿਹੜੇ ਤੁਹਾਡੇ ਨਾਲ ਕੰਮ ਕਰਦੇ ਰਹੇ, ਬਾਹਰ ਸੈਟਲਡ ਹੈ, ਉਹਨਾਂ ਨੂੰ ਮਿਲਾ ਰਹੇ ਹੋ। ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ। ਕੰਮ ਕਰਨਾ ਬਹੁਤ ਵਧੀਆ ਗੱਲ ਹੈ ਕਿ ਆਪਣੇ ਆਪ 'ਚ ਜੋ ਅਸੀਂ ਕੰਮ ਕਰਦੇ ਹਾਂ, ਲੇਕਿਨ ਡਿਫਰੈਂਟ ਸਟਾਈਲ ਦੇ ਨਾਲ ਕੰਮ ਕਰਨਾ, ਡਿਫਰੈਂਟ ਇਲਾਕੇ ਤੋਂ ਆ ਕੇ ਕੰਮ ਕਰਨਾ, ਡਿਫਰੈਂਟ ਲੋਕਾਂ ਦੇ ਨਾਲ ਕੰਮ ਕਰਨਾ, ਇਹ ਜਦੋਂ ਅਸੀਂ ਰੂਬਰੂ ਦੇ ਵਿੱਚ ਬਹੁਤ ਕੁਝ ਸੁਣਿਆ। ਪਿਛਲੇ ਤੁਹਾਡੀ ਜਿਹੜੀ ਇੰਟਰਵਿਊ ਹੋ ਰਹੀ ਸੀ, ਉਹਨਾਂ ਨੇ ਜਿਹੜੇ ਤੁਹਾਡੇ ਸਟੂਡੈਂਟ ਸੀ, ਉਹਨਾਂ ਨੇ ਜੋ ਗੱਲਾਂ ਦੱਸੀਆਂ ਨੇ, ਬਹੁਤ ਕਮਾਲ ਸੀ। ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਇਹਨਾਂ ਨਾਲ ਆਪਣੀ ਵਿਚਾਰ ਸ਼ੇਅਰ ਕਰਨ। ਜੀ ਸਾਡੇ ਨਾਲ ਡਾਕਟਰ ਸ਼ਸ਼ੀ ਪੁਰੀ ਹੁਰੀ ਹੁਸ਼ਿਆਰਪੁਰ ਤੋਂ ਨੇ। ਡਾਕਟਰ ਸਾਹਿਬ, ਤੁਸੀਂ ਕੁਝ ਕਹਿਣਾ ਚਾਹੁੰਦੇ ਆਪਣੀ ਸਟੂਡੈਂਟ ਬਾਰੇ? ਜੀ, ਹੁਣ ਤਾਂ ਮੇਰੀ ਇਹ ਗੁਰੂ ਬਣ ਗਈ ਹੈ। ਜਿਸ ਤਰੀਕੇ ਦੇ ਨਾਲ, ਜਿਸ ਲਗਨ ਨਾਲ ਇਹ ਆਈ ਸੀ, ਐਕਚੁਅਲੀ ਲਾਈਟਲੀ ਇਹਨੇ ਪਹਿਲਾਂ ਤਾਂ ਡਰਾਮੇ ਨੂੰ ਹਲਕੇ ਲਿਆ ਸੀ ਜਦੋਂ ਇਹ ਸ਼ੀ ਜੁਆਇਨਡ। ਐਕਚੁਅਲੀ ਮੈਂ ਆਪਣੇ ਬਾਰੇ ਥੋੜਾ ਜਿਹਾ ਦੱਸਾਂ ਕਿ ਮੈਂ ਕੋਈ ਆਰਟਿਸਟ ਨਹੀਂ ਹਾਂ। ਮੈਂ ਐਕਚੁਅਲੀ ਮੈਡੀਕਲ ਪ੍ਰੋਫੈਸ਼ਨ ਨੂੰ ਬਿਲੋਂਗ ਕਰਦਾ। ਇਹ ਮੇਰਾ ਸ਼ੌਕ ਸੀ, ਮੇਰਾ ਹੌਬੀ ਸੀ ਕਿ ਮੈਂ ਬਚਪਨ ਤੋਂ ਪਲੇਸ ਕਰਦਾ ਆ ਰਿਹਾ ਕਾਲਜਿਸ ਦੇ ਵਿੱਚ। ਤੇ ਮੈਂ ਯੂਜ਼ੁਅਲੀ ਆਪਣੇ ਜਦੋਂ ਡਾਕਟਰੀ ਦੇ ਦੌਰਾਨ ਵੀ, ਮੈਂ ਗ੍ਰੈਜੂਏਸ਼ਨ ਦੇ ਦੌਰਾਨ ਵੀ 5 ਸਾਲ ਅਸੀਂ ਰੈਗੂਲਰ ਪਲੇ ਕੀਤਾ। ਮੈਂ ਨਾਰਥ ਇੰਡੀਆ ਦਾ ਬੈਸਟ ਐਕਟਰ ਲੈਂਦਾ ਰਿਹਾ। ਪਰ ਮੈਨੂੰ ਇੰਨਾ ਸ਼ੌਕ ਸੀ ਪਲੇ ਕਰਨ ਦਾ ਕਿ ਇੱਥੇ ਸਾਰੇ ਹੁਸ਼ਿਆਰਪੁਰ ਦੇ ਵਿੱਚ ਮੈਨੂੰ ਐ ਸੀਗਾ ਕਿ ਅਸੀਂ ਕਾਲਜ ਮੈਂ ਸਟੂਡੈਂਟਸ ਨੂੰ ਪਲੇ ਕਰਾਇਆ ਕਰਾਂ। ਤੇ ਦੈਨ ਆਪਣੀ ਪ੍ਰੈਕਟਿਸ ਦੇ ਵਿੱਚੋਂ ਟਾਈਮ ਕੱਢ ਕੇ ਸਵੇਰੇ 5 ਵਜੇ ਉੱਠ ਕੇ ਜਾ ਕੇ, ਕਈ ਵਾਰੀ ਤਾਂ ਮੇਰੀ ਮਿਸਿਸ ਨੇ ਪਰੌਂਠੇ ਬਣਾ ਦੇਣੇ ਵੀ ਬੱਚੇ ਅਸੀਂ ਹੋਸਟਲ 'ਚ ਠਾਏ ਹੋਏ ਆ, ਜਾਂ ਜਿਹੜੇ ਸਟੂਡੈਂਟਸ ਠਾਏ ਉਹਨਾਂ ਨੂੰ ਦਈਏ। ਬ੍ਰੇਕਫਾਸਟ ਕਰਾ ਕੇ 5 ਤੋਂ 7 ਟਾਈਮ ਹੁੰਦਾ ਸੀ। ਦੁਪਹਿਰੇ ਲੰਚ ਟਾਈਮ ਮੇਰਾ ਹੁੰਦਾ ਸੀ, ਮੈਂ ਆਪਣਾ ਲੰਚ ਕਰਕੇ ਭੱਜ ਜਾਂਦਾ ਸੀ, ਜਾਂ ਲੰਚ ਬਿਨਾਂ ਕੀਤਿਆਂ ਉੱਥੇ ਭੱਜ ਜਾਣਾ। 2 ਘੰਟੇ ਫਿਰ ਰਿਹਰਸਲ ਲੈਣੀ। ਰਾਤ ਨੂੰ ਫਿਰ ਮੈਂ 7 ਵਜੇ ਕਲੀਨਿਕ ਬੰਦ ਕਰਕੇ ਫਿਰ 7 ਤੋਂ 10 ਇਹਨਾਂ ਦੀ ਰਿਹਰਸਲ ਲੈਣੀ। ਦੈਟ ਵਾਸ ਉਹ ਇੱਕ ਲਗਨ ਸੀ ਪਲੇ ਕਰਾਉਣ ਦੀ। ਇਹਨਾਂ ਨੂੰ ਬੱਚਿਆਂ ਨੂੰ ਇਹੀ ਕਿਹਾ ਸੀਗਾ ਕਿ ਡਿਸਿਪਲਿਨ, ਮੇਰਾ ਟਾਈਮ ਬਹੁਤ ਕੀਮਤੀ ਆ, ਕਿ ਮੇਰਾ ਇੱਕ ਸ਼ੌਕ ਵੀ ਆ, ਬਟ ਯੂ ਮਸਟ ਬੀ ਪੰਕਚੁਅਲ ਟੂ ਦੈਟ। ਉਹ ਮੇਰਾ ਥੱਪੜ ਇਸ ਕਰਕੇ ਬਦਨਾਮ ਹੋ ਗਿਆ ਕਿ ਉਸ ਇਰੀਟੇਸ਼ਨ ਦੇ ਵਿੱਚ ਜਿਹੜਾ ਹੈਗਾ ਆ ਜਸਪਾਲ ਨੂੰ ਸ਼ਾਇਦ ਮੈਂ ਅੱਜ ਉਸ ਥੱਪੜ ਦੀ ਮਾਫੀ ਨਹੀਂ ਮੰਗੂਗਾ, ਪਰ ਮੈਨੂੰ ਮਾਣ ਵੀ ਹੈ ਕਿ ਉਹ ਇਸ ਮੁਕਾਮ ਤੇ ਪਹੁੰਚੀ ਹੈ। ਬਿਲਕੁਲ ਜਿਹੜੇ ਟੀਚਰਾਂ ਦੀਆਂ ਜਿਹੜੀਆਂ ਝਿੜਕਾਂ ਹੁੰਦੀਆਂ, ਉਹਨਾਂ ਦੀ ਕੋਈ ਮਾਰ ਹੁੰਦੀ ਹੈ, ਉਹ ਬਲੇਸਿੰਗਸ ਹੁੰਦੀਆਂ ਉਹਨਾਂ ਲਈ, ਸਟੂਡੈਂਟਸ ਲਈ ਆਸ਼ੀਰਵਾਦ ਹੁੰਦਾ ਵਾ, ਤਾਂ ਕਿ ਉਹ ਜ਼ਿੰਦਗੀ ਦੇ ਵਿੱਚ ਕਿ ਜਿੰਨੇ ਅੱਛੇ ਪਹੁੰਚੇ ਹੋਏ ਕਲਾਕਾਰਾਂ ਨਾਲ, ਜਿੰਨਾ ਕਿ ਇਹ ਟੈਕਨੀਕਲੀ ਇਹਨੇ ਕੰਮ ਕੀਤਾ, ਮੇਰੀ ਇਹ ਦਿਲੀ ਇੱਛਾ ਕਿ ਮੈਂ ਇਹਦੇ ਤੋਂ ਸਾਰੀਆਂ ਚੀਜ਼ਾਂ ਸਿੱਖਾਂ। ਮੈਂ ਇਹਦੇ ਤੋਂ ਇਹਨੂੰ ਮੈਂ ਗੁਰੂ ਮੰਨਣਾ ਚਾਹਨਾ ਹੁਣ। ਬਹੁਤ ਸੋਹਣੀ ਗੱਲ ਹੈ ਪੁਰੀ ਸਾਹਿਬ। ਔਰ ਇਹ ਕਿਉਂਕਿ ਅਸੀਂ ਆਪਣੀ ਇਸ ਕ੍ਰੀਏਟਿਵ ਜਰਨੀ ਦੇ ਨਾਲ ਜੁੜੇ ਹੋਏ ਹਾਂ,
ਅੱਛਾ ਜਸਪਾਲ, ਮੈਂ ਹੁਣ ਤੁਹਾਡੀ ਇਸ ਕ੍ਰੀਏਟਿਵ ਜਰਨੀ ਦੇ ਵਿੱਚ ਤੁਸੀਂ ਕਿਉਂਕਿ ਪਹਿਲੇ ਬਤੌਰ ਐਕਟਰ ਕੰਮ ਕੀਤਾ, ਫਿਰ ਤੁਸੀਂ ਪ੍ਰੋਫੈਸਰ ਬਣੇ, ਟੀਚਰ ਬਣੇ, ਤੁਹਾਡੇ ਕੋਲ ਬਹੁਤ ਸਾਰੇ ਸਟੂਡੈਂਟ ਤੁਹਾਡੇ ਕੋਲੋਂ ਆਏ ਪੜ੍ਹ ਕੇ ਫੀਲਡ ਵਿੱਚ ਕੰਮ ਕਰਦੇ ਪਏ ਆ, ਪਰ ਫਿਰ ਤੁਸੀਂ ਪਿਛਲੇ ਕੋਈ ਸਮੇਂ ਤੋਂ ਬਤੌਰ ਨਿਰਦੇਸ਼ਕ ਕੰਮ ਕਰਨਾ ਸ਼ੁਰੂ ਕੀਤਾ, ਕੁਝ ਪ੍ਰੋਡਕਸ਼ਨਸ ਤੁਸੀਂ ਆਪਣੇ ਡਿਪਾਰਟਮੈਂਟ ਵਿੱਚ ਤਿਆਰ ਕਰਵਾਈਆਂ। ਇਹ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਤੁਹਾਡਾ ਜਿਹੜਾ ਬਤੌਰ ਨਿਰਦੇਸ਼ਕਾ? ਹਾਂਜੀ, ਕਿਉਂਕਿ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਜਿਹੜਾ ਪਰਫਾਰਮਿੰਗ ਆਰਟ ਦਾ ਆਪਣਾ ਪ੍ਰੋਫੈਸ਼ਨ ਹੈ, ਇਹਦੇ ਵਿੱਚ ਥਿਊਰੀ, ਪ੍ਰੈਕਟਿਸ ਤੇ ਰਿਸਰਚ, ਖਾਸ ਕਰਕੇ ਇੱਕ ਟੀਚਰ ਵਾਸਤੇ ਤਿੰਨੋਂ ਮਤਲਬ ਜਗ੍ਹਾ ਤੇ ਇੱਕ ਬੈਲੈਂਸ ਕੰਮ ਕਰਨਾ ਪੈਂਦਾ। PhD ਕਰਨੀ, PhD ਕਰਾਉਣੀ, ਲਿਖਣਾ, ਜਿੱਦਾਂ ਤੁਸੀਂ ਕਹਿ ਨਹੀਂ ਪ੍ਰੋਫੈਸਰ ਹੋ ਕੇ ਵੀ ਬਹੁਤ ਲਿਖਦੇ ਪੜ੍ਹਦੇ ਹੋ ਵਾਲਾ ਕੰਮ ਕਰਦੇ ਹੋ। ਸੋ ਇਹ ਇੱਕ ਚੈਲੰਜ ਹੈ ਇੱਕ ਟੀਚਰ ਵਾਸਤੇ ਕਿ ਉਹ ਜਿੰਨਾ ਅੱਛਾ ਥਿਊਰੀ 'ਚ ਹੋਣਾ ਚਾਹੀਦਾ, ਉਨਾ ਹੀ ਅੱਛਾ ਉਹ ਪ੍ਰੈਕਟਿਸ 'ਚ ਹੋਣਾ ਚਾਹੀਦਾ, ਉਨਾ ਹੀ ਅੱਛਾ ਉਹ ਇੱਕ ਆਲੋਚਕ ਜਾਂ ਰਿਸਰਚਰ ਹੋਣਾ ਚਾਹੀਦਾ। ਇਹ ਸਾਡੀ ਇੱਕ ਕਿਆ ਕਹਿ ਸਕਦੇ, ਸਾਡਾ ਇੱਕ ਚੁਣੌਤੀ ਹੈ ਸਾਡੇ ਵਾਸਤੇ ਨਾ। ਸੋ ਉਹਦੇ ਹੀ ਜਦੋਂ ਡਿਪਾਰਟਮੈਂਟ ਵੱਲੋਂ ਪ੍ਰੋਡਕਸ਼ਨ ਦਾ ਮਿਲਿਆ ਚਾਂਸ, ਡਿਪਾਰਟਮੈਂਟ ਵੱਲੋਂ ਦਿੱਤਾ ਗਿਆ, 7-8 ਸਾਲ ਮੈਂ ਟੀਚਰਸ ਨੂੰ ਦੇਖਿਆ, ਇਹਨਾਂ ਨਾਲ ਕੰਮ ਇਹਨਾਂ ਨੇ ਕੀਤਾ ਵੀ, ਤੇ ਇਹਨਾਂ ਦਾ ਜੋ ਵੀ ਕੰਮ ਦਿੱਤਾ ਮੈਂ ਇਹਨਾਂ ਦੇ ਨਾਲ ਕਰਦੀ ਰਹਿੰਦੀ ਸੀ ਕਰਕੇ। ਉਸ ਤੋਂ ਬਾਅਦ ਜਦੋਂ ਮੈਨੂੰ ਪ੍ਰੋਡਕਸ਼ਨ ਦਾ ਮੌਕਾ ਮਿਲਿਆ ਤੇ ਪਹਿਲਾ ਹੀ ਨਾਟਕ ਕਾਮੇਡੀ ਸੀ, ਖਜੂਰ ਤੇ ਅਟਕਿਆ, ਤੇ ਚੈਲੰਜ ਸੀ ਕਾਫੀ। ਤੇ ਉਹ ਨਾਟਕ ਨੂੰ ਕਰਨ ਤੋਂ ਬਾਅਦ ਇੱਕਦਮ ਅਹਿਸਾਸ ਹੋਇਆ ਕਿ ਕਾਮੇਡੀ ਤਾਂ ਕਰਨੀ ਤਾਂ ਬਹੁਤ ਸੌਖੀ ਹੈ, ਕਰਵਾਉਣੀ ਬਹੁਤ ਔਖੀ ਹੈ। ਸੋ ਬਸ ਰਾਦਰ, ਕਿਉਂਕਿ ਐਕਟਰ ਹੋ ਤੁਸੀਂ ਤੇ ਲੇਕਿਨ ਮੇਰੀ ਐਜ਼ ਅ ਟੀਚਰ ਇੱਕ ਹੈ ਕਿ ਮੈਂ ਆਪਣੇ ਐਕਟਰਸ ਨੂੰ ਕਦੇ ਕਰਕੇ ਨਹੀਂ ਦਿਖਾਉਂਦੀ ਕੁਛ। ਤੇ ਮੈਂ ਪ੍ਰਣ ਹੋਇਆ ਕਿ ਆਈ ਵਿਲ ਨਾਟ ਗੋ ਟੂ ਸਟੇਜ, ਆਈ ਵਿਲ ਨਾਟ ਐਕਟ, ਦੇ ਸ਼ੁਡ ਨਾਟ ਇਮੀਟੇਟ ਮੀ। ਤੇ ਮੈਂ ਉਹਨਾਂ ਨੂੰ ਸਮਝਾ ਕੇ ਜਿੰਨਾ ਵੀ ਉਹ ਕੱਢਦੇ ਨੇ, ਮੈਂ ਚਾਹਨੀ ਕਿ ਉਹ ਆਪਣੇ ਬ੍ਰੇਨ, ਐਜ਼ ਅ ਟੀਚਰ ਵੀ ਮੇਰੀ ਇਹੀ ਇੱਕ ਮੈਥਡੋਲੋਜੀ ਅਪਣਾਉਣ ਦੀ ਕਿ ਮੈਂ ਉਹਦੇ ਬ੍ਰੇਨ ਨੂੰ ਸ਼ਾਰਪਨ ਕਰਨਾ ਚਾਹਨੀ। ਮੈਂ ਚਾਹਨੀ ਉਹ ਆਪਣੇ ਵੱਲੋਂ ਸੋਚ ਕੇ ਆਪਣੇ ਬ੍ਰੇਨ ਨਾਲ ਕਰੇ, ਉਹ ਇਮੀਟੇਟ ਨਾ ਕਰੇ। ਇਹ ਮੇਰਾ ਬੇਸਿਕ ਆਪਣਾ ਫਾਰਮੂਲਾ ਹੈ, ਜਿਹਦੇ ਕਰਕੇ ਮੈਂ ਹੁਣ 3-4 ਸਾਲ ਤੋਂ ਸਿਲੇਬਸ ਵੀ ਵੱਡੇ ਪੱਧਰ ਤੇ ਚੇਂਜਸ ਕੀਤੀਆਂ ਨੇ। ਤੁਹਾਨੂੰ ਤੁਸੀਂ ਦੇਖਿਆ ਹੀ ਹੈ, ਮੈਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਪ੍ਰੋਡਕਸ਼ਨ ਪਾ ਦਿੱਤੀ ਹੈਗੀ ਹੈ ਸਿਲੇਬਸ ਦੇ ਵਿੱਚ, 10,000 ਰੁਪਇਆ ਲੈਂਦੇ ਆ ਯੂਨੀਵਰਸਿਟੀ ਤੋਂ। ਤੇ ਉਹ ਮੈਨੂੰ ਐਜ਼ ਏ ਡਾਇਰੈਕਟਰ ਇਸ ਤਰ੍ਹਾਂ ਲੱਗਿਆ ਕਿ ਜਦੋਂ ਤੱਕ ਬੱਚਾ ਡਿਪਾਰਟਮੈਂਟ ਦੇ ਵਿੱਚ, ਜੇ ਸਾਨੂੰ ਇੰਡੀਪੈਂਡੈਂਟ ਪ੍ਰੋਡਕਸ਼ਨ ਕਰਨ ਦਾ ਡਿਪਾਰਟਮੈਂਟ 'ਚ ਮੌਕਾ ਮਿਲਿਆ ਹੁੰਦਾ, ਅਸੀਂ ਕਈ ਚੈਲੰਜ ਨਹੀਂ ਫੇਸ ਕਰਦੇ ਜਿਸ ਤਰ੍ਹਾਂ ਤੁਸੀਂ ਇੰਡੀਪੈਂਡੈਂਟ ਪ੍ਰੋਜੈਕਟ ਕਰਦੇ ਹੋ NSD 'ਚ। ਤੇ ਉਹ ਮੈਂ ਸੁਣਿਆ ਤਾਂ ਸੀ, ਪਰ ਮੈਂ ਉਹ ਕਦੇ ਦੇਖਿਆ ਨਹੀਂ ਉਸ ਤਰ੍ਹਾਂ ਦਾ। ਤੇ ਪਰ ਮੈਨੂੰ ਏਦਾਂ ਕੰਮ ਕਰਨ ਤੋਂ ਬਾਅਦ ਐਜ਼ ਅ ਡਾਇਰੈਕਟਰ ਫੀਲ ਹੋਇਆ ਕਿ ਜਿਹੜਾ ਸਾਡਾ ਫੀਲਡ ਹੈ, ਇਹਦੇ ਵਿੱਚ ਲੰਬੇ ਸਮੇਂ ਤੱਕ ਕਿਸੇ ਦੇ ਅੰਡਰ ਕੰਮ ਕਰੀ ਜਾਣਾ ਦੇ ਨਾਲੋਂ ਜੇ ਥੋੜਾ ਕਰਕੇ ਥੋੜਾ ਇੰਡੀਪੈਂਡੈਂਟ ਕੰਮ ਕਰਨਾ ਸ਼ੁਰੂ ਕੀਤਾ ਜਾਵੇ ਤਾਂ ਸ਼ਾਇਦ ਬੱਚਾ ਜਲਦੀ ਉਹਦਾ ਬ੍ਰੇਨ ਐਕਟੀਵੇਟ ਹੁੰਦਾ। ਮੇਰੀ ਆਪਣੀ ਇਹ ਧਾਰਨਾ ਹੈ, ਜਿਸ ਦੇ ਹਿੱਤ ਮੈਂ ਡਿਪਾਰਟਮੈਂਟ 'ਚ ਇੰਡੀਪੈਂਡੈਂਟ 3rd ਸਮੈਸਟਰ 'ਚ ਪ੍ਰੋਡਕਸ਼ਨ ਪਾਤੀ ਹੈ। ਸੋ ਐਜ਼ ਅ ਡਾਇਰੈਕਟਰ ਐਕਟਰ ਹੋਣਾ ਤੁਹਾਨੂੰ ਹੈਲਪ ਵੀ ਕਰਦਾ ਹੈ, ਪਰ ਉਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਪੇਂਟਿੰਗ ਦੀ ਨੌਲੇਜ ਹੋਣੀ ਚਾਹੀਦੀ ਹੈ। ਮੈਨੂੰ ਪੇਂਟਿੰਗ ਦਾ ਬਹੁਤ ਸ਼ੌਕ ਹੈ ਤੇ ਲਾਈਟ ਡਿਜ਼ਾਈਨ ਕਰਨ ਦਾ ਬਹੁਤ ਸ਼ੌਕ ਹੈ। ਤੇ ਮੈਂ ਤਕਰੀਬਨ ਆਪਣੇ ਪਲੇਸ ਵਿੱਚ ਕੋਸ਼ਿਸ਼ ਕਰਦੀ ਹੁੰਦੀ ਹੈ ਕਾਸਟਿਊਮ ਡਿਜ਼ਾਈਨ ਕਰਾਂ, ਲਾਈਟ ਡਿਜ਼ਾਈਨ ਕਰਾਂ ਕਰਕੇ। ਤਾਂ ਉਹ ਵੀ ਇੱਕ ਚੈਲੰਜ ਸੀ। ਤੇ ਫਰਕ ਸਿਰਫ ਇੰਨਾ ਹੈ ਕਿ ਜਦੋਂ ਤੁਸੀਂ ਪ੍ਰੋਫੈਸ਼ਨਲ ਐਕਟਰਸ ਨਾਲ ਕੰਮ ਕਰਦੇ ਹੋ ਤੇ ਜਦੋਂ ਯੂਨੀਵਰਸਿਟੀ ਦੇ ਐਕਟਰਸ ਨਾਲ ਕੰਮ ਕਰਦੇ ਹੋ, ਕਾਫੀ ਫਰਕ ਹੈ। ਕਿਉਂਕਿ ਬਾਜੀ ਜਿਹੜਾ ਯੂਨੀਵਰਸਿਟੀ ਦਾ ਸਟੂਡੈਂਟ ਹੈ ਨਾ, ਯੂਨੀਵਰਸਿਟੀ 'ਚ ਤੁਸੀਂ ਬੱਚਿਆਂ ਨੂੰ ਨੋ ਡਾਊਟ ਚੱਲ ਕੇ ਸਾਡੇ ਡਿਪਾਰਟਮੈਂਟਸ ਤਾਂ ਚੱਲਦੀ ਹੈ ਫਿਰ ਤੇ ਸਾਰੇ ਦੋਨਾਂ ਡਿਪਾਰਟਮੈਂਟਾਂ 'ਚ ਜਾਂ ਸਾਰੇ ਇੰਸਟੀਟਿਊਟ ਵਿੱਚ, ਵਰਨਾ ਯੂਨੀਵਰਸਿਟੀ ਦੇ ਸਟੂਡੈਂਟ ਤੁਸੀਂ ਇਹ ਨਹੀਂ ਕਹਿ ਸਕਦੇ ਤੂੰ ਅੱਜ ਐਬਸੈਂਟ ਨਹੀਂ ਹੋਣਾ, ਤੂੰ 2 ਘੰਟੇ ਲੇਟ ਕਿਉਂ ਆਇਆ ਹੈ। ਇਸ ਤਰ੍ਹਾਂ ਦੇ ਚੈਲੰਜਸ ਨਾਲ ਕਾਫੀ ਕੰਮ ਕਰਨਾ ਪੈਂਦਾ। ਅਦਰਵਾਈਜ਼ ਬਹੁਤ ਚੰਗਾ ਲੱਗਦਾ ਹੈ। ਕੱਚੇ ਬੱਚੇ ਆਉਂਦੇ ਨੇ, ਬਿਲਕੁਲ ਸਾਡੇ ਕੋਲ ਜ਼ਿਆਦਾਤਰ ਬੱਚੇ ਉਹ ਆਉਂਦੇ ਨੇ ਜਿਹੜੇ ਬਿਲਕੁਲ ਰॉ ਹੁੰਦੇ ਨੇ, ਕਈ ਵਾਰ ਸਟੇਜ ਤੇ ਵੀ ਨਹੀਂ ਚੜੇ ਹੁੰਦੇ, ਕਈ ਵਾਰ ਕਈ ਬਹੁਤ ਹੀ ਜ਼ਿਆਦਾ ਜਿੱਦਾਂ ਅੰਮ੍ਰਿਤਸਰ ਦੇ ਏਰੀਏ ਤੋਂ ਆਉਂਦੇ ਨੇ, ਬਹੁਤ ਟ੍ਰੇਨਡ ਹੋ ਕੇ ਆਉਂਦੇ ਨੇ। ਤੇ ਇਸ ਤਰ੍ਹਾਂ ਕਈ ਰਲਮਾ ਮਿਲਮਾ ਜਿਹਾ ਤਜਰਬਾ ਹੁੰਦਾ। ਪਰ ਐਜ਼ ਅ ਡਾਇਰੈਕਟਰ ਇੱਕ ਅਲੱਗ ਤਰ੍ਹਾਂ ਦਾ ਐਕਸਪੀਰੀਅੰਸ ਸੀ ਟੀਮ ਨੂੰ ਕੈਰੀ ਕਰਨਾ। ਔਰ ਮੇਰੀ ਤਾਂ ਪ੍ਰੋਬਲਮ ਇਹ ਰਹੀ ਹੈ ਕਿ ਜਿੰਨੇ ਪ੍ਰੋਜੈਕਟ ਮਿਲੇ ਨੇ ਵਾਈਸ ਚਾਂਸਲਰ ਤੋਂ ਸਿੱਧੇ ਮਿਲੇ ਨੇ, ਇੰਨੇ ਜ਼ਿਆਦਾ ਵੱਡੇ ਜਿਹੇ ਮਿਲ ਗਏ ਕਿ ਡਰ ਵੀ ਲੱਗਣ ਲੱਗ ਜਾਂਦਾ ਸੀ। ਯੂਨੀਵਰਸਿਟੀ ਦੇ ਵਿੱਚ ਕਈ ਤਰ੍ਹਾਂ ਦੀਆਂ ਹੋਰ ਪ੍ਰੋਬਲਮਸ ਹੁੰਦੀਆਂ, ਤੁਹਾਨੂੰ ਪਤਾ ਹੈ ਐਡਮਿਨਿਸਟ੍ਰੇਸ਼ਨ ਦੀਆਂ ਬਹੁਤ ਪ੍ਰੋਬਲਮਸ ਹੁੰਦੀਆਂ ਨੇ। ਤੇ ਇੱਦਾਂ ਦੇ ਵੀ ਕੁਛ ਤਜਰਬੇ ਰਹੇ ਨੇ ਜਿਹੜੇ ਡਾਇਰੀ 'ਚ ਸਾਂਝੇ ਕਰੂੰਗੀ। ਕਈ ਰਾਤਾਂ ਇਹੋ ਜਿਹੀਆਂ ਆਈਆਂ ਜਦੋਂ ਬਹੁਤ ਡਰ ਲੱਗਿਆ, ਪਰ ਸ਼ਾਇਦ ਪਾਸ ਹੋ ਗਏ, ਪਾਸ ਕਰ ਲਿਆ ਜਿੰਨਾ ਕੁ ਹੋ ਸਕਿਆ। ਸੋ ਕਮਾ ਘਟਾ ਵਾਲੀ ਬਹੁਤ ਵੱਡਾ ਪ੍ਰੋਜੈਕਟ ਸੀ, 7 ਲੱਖ ਰੁਪਈਆ ਮੇਰੇ ਨਾਂ ਤੇ ਇਸ਼ੂ ਹੋਇਆ ਸੀ
ਜਦੋਂ ਪਹਿਲੇ ਦਿਨ ਦੇਖਣ ਆਏ ਕਾਫੀ ਤਰ੍ਹਾਂ ਦੀਆਂ ਪ੍ਰੋਬਲਮਸ ਆ ਗਈਆਂ, ਇੱਥੋਂ ਤੱਕ ਪ੍ਰੋਬਲਮ ਆ ਗਈ ਸੀ ਕਿ ਸ਼ਾਇਦ ਦੂਜੇ ਦਿਨ ਨਾ ਵੀ ਹੋ ਪਾਵੇ ਨਾਟਕ। ਤੁਸੀਂ ਸਮਝ ਸਕਦੇ ਹੋਵੋਗੇ, ਮੈਂ ਹੁਣ ਡਾਇਰੈਕਟਲੀ ਹੀ ਗੱਲ ਕਰੂੰਗੀ ਕਿ ਜਦੋਂ ਇੱਕ ਯੂਨੀਵਰਸਿਟੀ ਆ ਉੱਥੇ ਕਈ ਤਰ੍ਹਾਂ ਦੀ ਪੋਲਿਟਿਕਸ ਵੀ ਚੱਲਦੀ ਹੈ ਤੇ ਸੀਨ ਸੀ ਤੇ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਪਤਾ ਹੀ ਹੋਣਾ ਕੰਮਾਘਾਟਾ ਮਾਰੂ ਦੀ ਘਟਨਾ ਦਾ ਆਪਾਂ ਨੂੰ, ਤੇ ਗੁਰੂ ਗ੍ਰੰਥ ਸਾਹਿਬ ਤੇ ਅਰਦਾਸ ਕਰ ਰਹੇ ਸੀ ਸਿੱਖ ਜਦੋਂ ਸ਼ੂਟ ਆਊਟ ਕੀਤਾ ਗਿਆ ਸੀ, ਤੇ ਮੈਂ ਡੰਮੀ ਗੁਰੂ ਗ੍ਰੰਥ ਸਾਹਿਬ ਲਿਆ ਰਹੀ ਸੀ ਸਟੇਜ ਤੇ ਸਿੱਖ ਬੱਚੇ ਸੀਗੇ, ਅੰਮ੍ਰਿਤਧਾਰੀ ਬੱਚੇ ਸੀ ਪ੍ਰੋਡਕਸ਼ਨ 'ਚ, ਪਰ ਕਈਆਂ ਨੇ ਵਾਈਸ ਚਾਂਸਲਰ ਦੇ ਕੰਨ 'ਚ ਗੱਲ ਪਾਤੀ ਜੀ ਗੁਰੂ ਗ੍ਰੰਥ ਸਾਹਿਬ ਆਣਗੇ ਕੁਛ ਏਦਾਂ ਹੋ ਜਾਏਗਾ, ਕੁਛ ਏਦਾਂ ਹੋ ਜਾਏਗਾ। ਰਾਤ ਦੇ 2 ਵਜੇ ਤੱਕ ਵਾਈਸ ਚਾਂਸਲਰ ਕੋਲੋਂ ਉਸ ਪ੍ਰੋਡਕਸ਼ਨ ਨੂੰ ਨਾ ਹੋਣ ਦੀਆਂ ਚੱਲਦਾ ਰਿਹਾ, ਪਰ ਡਾਕਟਰ ਸੁਨੀਤਾ ਹੈਡ ਸੀਗੇ, ਉਹਨਾਂ ਨੇ ਸਟੈਂਡ ਲੈ ਲਿਆ ਔਰ ਉਹਨਾਂ ਨੇ ਇੰਨੀ ਹੈਲਪ ਕੀਤੀ। ਉਹ ਕਹਿੰਦੇ ਡਾਕਟਰ ਸੁਨੀਤਾ ਨੇ ਉਸਨੇ ਸਟੈਂਡ ਲੈ ਲਿਆ, ਕਹਿੰਦੇ ਵਾਈਸ ਚਾਂਸਲਰ ਸਾਹਿਬ ਜੇ ਕੁਝ ਗਲਤ ਹੋਇਆ ਸਾਡੀ ਜ਼ਿੰਮੇਵਾਰੀ ਹੋਏਗੀ, ਅਸੀਂ ਓਨ ਕਰਾਂਗੇ। ਤਾਂ ਇੱਕਦਮ ਉਹਨਾਂ ਨੇ ਸਟੈਂਡ ਲਿਆ ਤੇ ਉਹ ਰਾਤ ਮੇਰੇ ਲਈ ਬਹੁਤ ਔਖੀ ਸੀ ਭਾਜੀ, ਕਿਉਂਕਿ 7 ਲੱਖ ਰੁਪਈਆ ਮੇਰੇ ਨਾਂ ਤੇ ਇਸ਼ੂ ਹੋਇਆ ਸੀ ਤੇ ਮੈਨੂੰ ਇਹ ਲੱਗਿਆ ਕਿ ਤਾਂ ਗਰੀਬ ਮਾਰ ਹੋ ਜਾਊਗੀ ਜੇ ਮੈਂ ਪ੍ਰੋਡਕਸ਼ਨ ਸਹੀ ਢੰਗ ਨਾਲ ਨਾ ਕਰ ਪਾਈ। ਤੇ ਉਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਸਟੇਜ ਤੇ ਨਹੀਂ ਲੈ ਕੇ ਆਉਣਾ, ਬੱਚੇ ਕਹਿੰਦੇ ਜੇ ਗੁਰੂ ਗ੍ਰੰਥ ਸਾਹਿਬ ਸਟੇਜ ਤੇ ਨਹੀਂ ਆਇਆ ਅਸੀਂ ਜਿੰਦਾਬਾਦ ਮੁਰਦਾਬਾਦ ਕਰ ਦਾਂਗੇ। ਸਵੇਰੇ ਉੱਠ ਕੇ ਵਾਈਸ ਚਾਂਸਲਰ ਕੋ ਗਈ ਕਿ ਸਰ ਅੱਜ ਦਾ ਦਿਨ ਵਾਈਸ ਗੁਰੂ ਗ੍ਰੰਥ ਸਾਹਿਬ ਲਿਆਵਾਂਗੇ ਸਟੇਜ ਤੇ, ਅਸੀਂ ਉੱਪਰ ਸਟੇਜ ਤੇ ਲੈ ਕੇ ਆਪਣਾ ਇਸ ਤਰ੍ਹਾਂ ਹੀ ਲੰਘ ਜਾਵਾਂਗੇ, ਮੰਚ ਤੇ ਨਹੀਂ ਰੱਖਾਂਗੇ। ਦੂਜੇ ਦਿਨ ਅਸੀਂ ਘੰਟੀ ਦੇ ਨਾਲ ਉਹ ਜਿਹੜੀ ਰਵਾਇਤ ਹੈ ਆਪਣੀ ਸਿੱਖ ਰਵਾਇਤ ਉਹਦੇ ਨਾਲ ਕਰਾਂਗੇ। ਤੇ ਵਾਈਸ ਚਾਂਸਲਰ ਡਰੇ ਹੋਏ ਸੀ, ਤੁਹਾਨੂੰ ਪਤਾ ਹੀ ਹੈ ਉਹਨਾਂ ਦੀਆਂ ਤੇ ਲੇਕਿਨ ਉਸ ਪਲੇ ਦੀ ਰਾਤ ਮੇਰੇ ਲਈ, ਮੇਰੇ ਸਟੂਡੈਂਟਸ ਲਈ ਉਸ ਤੋਂ ਵੀ ਜ਼ਿਆਦਾ, ਉਹਨਾਂ ਦਿਨਾਂ 'ਚ ਮੈਨੂੰ ਆਰਥਰਾਈਟਿਸ ਦਾ ਅਟੈਕ ਹੋਇਆ ਸੀ ਤੇ ਮੇਰੇ ਤੋਂ ਤੁਰਿਆ ਵੀ ਨਹੀਂ ਸੀ ਜਾਂਦਾ। ਤੇ ਰਾਤ ਨੂੰ 4 ਵਜੇ ਤੱਕ ਵਾਈਸ ਚਾਂਸਲਰ ਨੇ ਕਿਹਾ ਕਿ ਆਹ ਚੇਂਜਸ ਕਰਨੀਆਂ ਨੇ, ਰਾਤ ਨੂੰ 4-5 ਵਜੇ ਤੱਕ ਕੰਮ ਕੀਤਾ। ਖੈਰ ਕਹਿੰਦੇ ਹੁੰਦੇ ਜਦੋਂ ਤੁਸੀਂ ਸੱਚੇ ਦਿਲ ਨਾਲ ਕੰਮ ਕਰਦੇ ਹੋ ਤਾਂ ਪਰਮਾਤਮਾ ਉਹ ਆਪ ਉੱਤਰ ਕੇ ਆ ਜਾਂਦਾ ਤੁਹਾਡੀ ਮਦਦ ਕਰਨ ਵਾਸਤੇ। ਤੇ ਨਾਟਕ ਬਹੁਤ ਅੱਛਾ ਤੁਸੀਂ ਵੀ ਹੋਇਆ, ਸਾਰਿਆਂ ਨੇ ਦੇਖਿਆ, ਬਹੁਤ ਅੱਛਾ ਸੀ, ਬਿਲਕੁਲ ਮਿਹਨਤ ਕੀਤੀ ਜਿੰਨਾ ਕੁ ਹੋ ਸਕਿਆ। ਸੋ ਕਈ ਤਰ੍ਹਾਂ ਦੇ ਚੈਲੰਜਸ ਨੇ ਬਟ ਸਟਿਲ ਆਪਣੀ ਮਿਹਨਤ ਨਾਲ ਪੂਰੇ ਕੀਤੇ। ਬਿਲਕੁਲ ਮੇਰਾ ਖਿਆਲ ਹੈ ਕਿ ਇਹ ਜਿਹੜੇ ਚੈਲੰਜਸ ਸਾਨੂੰ ਮਿਲਦੇ ਆ ਲਾਈਫ ਦੇ ਵਿੱਚ ਇਦਾਂ ਦੇ, ਇਹੀ ਸਾਨੂੰ ਬਹੁਤ ਸਟਰੋਂਗ ਬਣਾਉਂਦੇ ਆ, ਇਹੀ ਸਾਨੂੰ ਜੀਣਾ ਸਿਖਾਉਂਦੇ ਆ ਕਿ ਤੁਸੀਂ ਚੈਲੰਜ ਕਬੂਲ ਕਰੋ ਤੇ ਜੀਣ ਜੋਗੇ ਹੋਵੋ। ਔਰ ਥੀਏਟਰ ਦੇ ਵਿੱਚ ਤੇ ਇਹ ਚੈਲੰਜ ਜਿਹੜੇ ਬਾਰ-ਬਾਰ ਮਿਲਦੇ ਆ, ਹਰ ਪਲ ਹਰ ਪੜਾਅ ਤੇ ਮਿਲਦੇ ਨੇ, ਤੇ ਚੈਲੰਜ ਕਬੂਲ ਕਰਦੇ ਰਹਿਣਾ ਚਾਹੀਦਾ। ਔਰ ਤੁਸੀਂ ਕਿਉਂਕਿ ਜਸਪਾਲ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਚੈਲੰਜ ਕਬੂਲ ਕੀਤੇ ਹਰ ਫੀਲਡ ਦੇ ਵਿੱਚ ਤੁਰਦਿਆਂ ਹੋਇਆ, ਸੋ ਮੈਂ ਬਹੁਤ ਸੋਹਣੀਆਂ ਗੱਲਾਂ ਹੋਈਆਂ ਤੇ ਮੈਂ ਸਮਝਾਂਗਾ ਕਿ ਸਮਝ ਰਿਹਾ ਕਿ ਇਹ ਤੁਹਾਡੀ ਜਿਹੜੀ ਜਰਨੀ ਹੈ, ਇਸ ਜਰਨੀ ਤੋਂ ਕੁਝ ਜਿਹੜੇ ਸਾਡੇ ਨੌਜਵਾਨ ਸੁਣਦੇ ਪਏ ਆ, ਦੇਖਣਗੇ ਵੀ, ਹੁਣ ਇਸ ਤੋਂ ਬਾਅਦ YouTube ਤੇ ਜਾਂ Facebook ਤੇ ਤੁਹਾਨੂੰ ਸੁਣਨਗੇ ਔਰ ਉਹਨਾਂ ਨੂੰ ਪਤਾ ਲੱਗੇਗਾ ਕਿ ਕੋਈ ਜਦੋਂ ਡਾਕਟਰ ਜਸਪਾਲ ਕੌਰ ਦਿਓਲ ਹੈਡਸ਼ਿਪ ਤੱਕ ਪਹੁੰਚਦੀ ਹੈ ਕੋਈ ਕੁੜੀ ਇਸ ਤਰ੍ਹਾਂ, ਤੇ ਉਹ ਕਿਹੜੇ ਪੜਾਵਾਂ ਦੇ ਵਿੱਚੋਂ, ਕਿਹੜੇ ਸੰਘਰਸ਼ ਵਿੱਚੋਂ ਔਰ ਕਿਹੜੇ ਚੈਲੰਜ ਨੂੰ ਕਬੂਲ ਕਰਦਿਆਂ ਹੋਇਆ ਜਿਹੜਾ ਉਹ ਇਸ ਪੜਾਅ ਤੱਕ ਕੋਈ ਪਹੁੰਚਦਾ ਆ। ਸੋ ਬਹੁਤ ਖੂਬਸੂਰਤ ਜਰਨੀ ਹੈ। ਮੈਂ ਖੂਬਸੂਰਤ ਇਸ ਲਈ ਕਹਿ ਰਿਹਾ ਕਿ ਜਿਹੜਾ ਸੰਘਰਸ਼ ਹੁੰਦਾ ਇਹ ਖੂਬਸੂਰਤ ਹੁੰਦਾ, ਇਹ ਸੰਘਰਸ਼ ਹੀ ਤੁਹਾਨੂੰ ਖੂਬਸੂਰਤ ਬਣਾਉਂਦਾ ਹੈ, ਤੁਹਾਡੀ ਜ਼ਿੰਦਗੀ ਨੂੰ, ਤੁਹਾਡੀਆਂ ਰਾਹਾਂ ਨੂੰ ਰੁਸ਼ਨਾਉਂਦਾ ਹੈ ਜਿਹੜਾ ਸੰਘਰਸ਼ ਹੁੰਦਾ ਵਾ। ਸੋ ਇਹ ਸੰਘਰਸ਼ ਤੋਂ ਕਦੀ ਡਰਨਾ ਨਹੀਂ ਚਾਹੀਦਾ, ਭੱਜਣਾ ਨਹੀਂ ਚਾਹੀਦਾ, ਸੰਘਰਸ਼ ਨੂੰ ਕਬੂਲ ਕਰਨਾ ਚਾਹੀਦਾ। ਸੋ ਬਹੁਤ ਸ਼ੁਕਰੀਆ, ਬਹੁਤ ਥੈਂਕ ਯੂ ਜਸਪਾਲ ਕਿ ਤੁਸੀਂ ਇੰਨੀਆਂ ਸੋਹਣੀਆਂ ਯਾਦਾਂ, ਆਪਣਾ ਸੰਘਰਸ਼ ਸਾਡੇ ਨਾਲ ਸਾਂਝਾ ਕੀਤਾ। ਸੋ ਬਹੁਤ ਸ਼ੁਕਰੀਆ। ਕੱਲ ਅਸੀਂ ਫਿਰ ਮਿਲਾਂਗੇ, ਕੱਲ ਦਾ ਸ਼ਨੀਵਾਰ ਦਾ ਦਿਨ ਹੈ ਤੇ ਕੱਲ ਸ਼ਨੀਵਾਰ ਸਾਡਾ ਜਿਹੜੀ ਮੰਚ ਰੰਗਮੰਚ ਦੀ ਸਾਡੀ 30 ਸਾਲ ਦੀ ਜਰਨੀ ਹੈ ਉਹਦਾ ਪਾਰਟ 4 ਹੈ, ਤੇ ਕੱਲ ਵੀ ਸਾਡੇ ਨਾਲ ਕੁਝ ਹੋਰ ਕਲਾਕਾਰ ਜਿਹੜੇ ਮੇਰੇ ਮੰਚ ਰੰਗਮੰਚ ਨਾਲ ਜੁੜੇ ਰਹੇ, ਉਹ ਕੱਲ ਫਿਰ ਸਾਡੇ ਨਾਲ ਕੁਝ ਹੋਰ ਲੋਕ ਜੁੜਨਗੇ ਔਰ ਆਪਣੀਆਂ ਯਾਦਾਂ ਜਿਹੜੀਆਂ ਮੰਚ ਰੰਗਮੰਚ ਦੀਆਂ 30 ਸਾਲ ਦੀ ਜਰਨੀ ਦੀਆਂ ਉਹ ਸਾਡੇ ਨਾਲ ਸਾਂਝੀਆਂ ਕਰਨਗੇ। ਸੋ ਬਹੁਤ ਸ਼ੁਕਰੀਆ, ਜੀਂਦੇ ਵਸਦੇ ਰਹੋ, ਕੱਲ ਮਿਲਦੇ ਹਾਂ ਜੀ। ਸਤਿ ਸ਼੍ਰੀ ਅਕਾਲ।